ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੀ ਆਲੋਚਨਾ ਦੇ ਵਿੱਚ ਵੱਡਾ ਨਾਮ ਹੈ। ਡਾਕਟਰ ਧਨਵੰਤ ਕੌਰ ਜਿਨ੍ਹਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅਧਿਆਪਨ ਅਧਿਐਨ ਤੇ ਗਲਪ ਦੀ ਜਿਹੜੀ ਆਲੋਚਨਾ ਹੈ ਉਹਦੇ ਵਿੱਚ ਵਿਸ਼ੇਸ਼ ਕਾਰਜ ਰਿਹਾ। ਪ੍ਰੋਫੈਸਰ ਮਨਜੀਤ ਕੌਰ ਜੀ ਜਿਹੜੇ ਮੋਦੀ ਕਾਲਜ ਪਟਿਆਲਾ ਤੋਂ ਸੇਵਾ ਮੁਕਤ ਹੋਏ ਨੇ ਪੰਜਾਬੀ ਵਿਭਾਗ ਚੋਂ, ਔਰ ਇਸ ਕਾਲਜ ਦੇ ਵਿੱਚ ਜਿਸ ਤੁਸੀਂ ਪੜ੍ਹਦੇ ਹੋ ਇਸ ਕਾਲਜ ਦੇ ਵਿੱਚ ਤੁਹਾਨੂੰ ਪੜ੍ਹਾਉਣ ਵਾਲੇ ਅਧਿਆਪਕ ਜਿਨ੍ਹਾਂ ਦੇ ਵਿੱਚ ਡਾਕਟਰ ਅਮਨਦੀਪ ਬਾਤਿਸ਼ ਜਿਹੜੇ ਡਾਕਟਰ ਧਰਮਚੰਦ ਬਾਤਿਸ਼ ਉਹਨਾਂ ਦੇ ਬੇਟੇ ਨੇ, ਸਾਹਿਤਕ ਇੱਕ ਅਮੀਰ ਪਰੰਪਰਾ ਨਾਲ ਜੁੜੇ ਹੋਏ, ਔਰ ਡਾਕਟਰ ਤਜਿੰਦਰ ਸਿੰਘ ਸੇਖੋਂ ਜਿਹੜੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਨੇ, ਕਵਿਤਾ ਦੇ ਨਾਲ ਜੁੜੇ ਹੋਏ ਨੇ, ਔਰ ਪ੍ਰੋਫੈਸਰ ਅਰਵਿੰਦ ਸੋਹੀ ਜਿਹੜੇ ਮਲੇਰਕੋਟਲਾ ਸਰਕਾਰੀ ਕਾਲਜ ਤੋਂ ਅੱਜ ਇੱਕ ਦਿਨ ਵਾਸਤੇ ਜਿਵੇਂ ਉਹਨਾਂ ਦੀ ਡਿਊਟੀ ਲੱਗੀ ਹੈ ਸਾਹਿਤ ਤੇ ਕਲਾ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜੁੜੇ ਹੋਏ ਨੇ। ਡਾਕਟਰ ਗੁਰਮੀਤ ਕੌਰ ਜਿਹੜੇ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦੇ ਵਿੱਚ ਪੜ੍ਹਾਉਂਦੇ ਨੇ, ਪੰਜਾਬੀ ਕਹਾਣੀ ਆਲੋਚਨਾ ਦੇ ਉੱਤੇ ਜਿਨ੍ਹਾਂ ਦਾ ਖੋਜ ਕਾਰਜ ਤੇ ਆਲੋਚਨਾ ਕਾਰਜ ਹੈ। ਕਹਾਣੀਕਾਰ ਜਤਿੰਦਰ ਹਾਸ ਜਿਨ੍ਹਾਂ ਦਾ ਪੰਜਾਬੀ ਕਹਾਣੀ ਦੇ ਵਿੱਚ ਵੱਡਾ ਨਾਮ ਤੇ ਥਾਂ ਹੈ। ਗੁਰਦੀਪ ਸਿੰਘ ਦੀਪੀ ਜਿਹੜੇ ਮੇਰੇ ਪਿੰਡ ਅਮਰਗੜ੍ਹ ਤੋਂ ਨੇ, ਸਾਹਿਤ ਕਲਾ ਤੇ ਸਪੋਰਟਸ ਦੇ ਨਾਲ ਬਹੁਤ ਨੇੜਿਓਂ ਤੇ ਸ਼ਿੱਦਤ ਨਾਲ ਜੁੜੇ ਹੋਏ ਨੇ। ਤੇ ਅੱਜ ਆਪਾਂ ਜਿਨ੍ਹਾਂ ਦੋ ਸ਼ਖਸੀਅਤਾਂ ਦੇ ਦੁਆਲੇ ਇਹ ਪ੍ਰੋਗਰਾਮ ਸਾਹਿਤਕ ਅੱਜ ਦਾ ਸਮਾਗਮ ਕੇਂਦਰਿਤ ਕੀਤਾ ਹੈ, ਉਹਨਾਂ ਦੇ ਵਿੱਚੋਂ ਇੱਕ ਤਾਂ ਤੁਹਾਡੇ ਸਾਹਮਣੇ ਬੈਠੇ ਨੇ ਕੁਲਵੰਤ ਸੇਖੋਂ ਜੀ, ਤੇ ਉਹਨਾਂ ਦੇ ਇੱਕ ਤਾਂ ਹੁਣੇ ਜਿਹੜੇ ਮੇਰੇ ਕੋਲੋਂ ਮੁੜ ਕੇ ਗਏ ਨੇ ਕੁਲਵੰਤ ਸੇਖੋਂ ਜੀ ਜਿਹੜੇ ਕਿ ਅਮਰੀਕਾ ਦੇ ਵਿੱਚ ਕੈਲੀਫੋਰਨੀਆ 'ਚ ਰਹਿੰਦੇ ਨੇ, ਉੱਥੋਂ ਵਿਸ਼ੇਸ਼ ਤੌਰ ਦੇ ਉੱਤੇ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਨ ਵਾਸਤੇ ਮਿਲਣ ਵਾਸਤੇ ਆਏ ਹੋਏ ਨੇ। ਉਸ ਬਹਾਨੇ ਨਾਲ ਤੁਹਾਨੂੰ ਵੀ ਅੱਜ ਮਿਲਣਗੇ, ਗੱਲਾਂ ਕਰਨਗੇ ਆਪਣੀ ਸ਼ਾਇਰੀ ਦੀਆਂ ਵੀ, ਜ਼ਿੰਦਗੀ ਦੀਆਂ ਵੀ, ਸਾਹਿਤ ਦੀਆਂ ਵੀ, ਔਰ ਵਾਸ ਤੇ ਪ੍ਰਵਾਸ ਦੀਆਂ ਵੀ। ਦੂਸਰੀ ਜਿਹੜੀ ਸ਼ਖਸੀਅਤ ਜਿਨ੍ਹਾਂ ਦਾ ਕਾਵਿ ਪੁਸਤਕ ਲੋਕ ਅਰਪਣ ਆਪਾਂ ਨੇ ਪਾਸ਼ ਪ੍ਰੀਤ ਤੇ ਸੁਪਨੇ ਰਿਲੀਜ਼ ਕਰਨੀ ਹੈ, ਲੋਕ ਅਰਪਣ ਕਰਨੀ ਹੈ, ਉਹਨਾਂ ਦੇ ਸਿਰਜਕ ਸ਼ਾਇਰਾ ਹਰਪ੍ਰੀਤ ਕੌਰ ਧੂਤ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ, ਕੈਲੀਫੋਰਨੀਆ ਦੇ ਵਿੱਚ ਨੇ, ਉਹ ਨਹੀਂ ਆਏ ਪਰ ਉਹਨਾਂ ਦੀ ਸ਼ਾਇਰੀ ਤੇ ਉਹਨਾਂ ਦੀ ਕਿਤਾਬ ਆਈ ਹੈ। ਆਪਾਂ ਉਸ ਕਿਤਾਬ ਦੇ ਬਹਾਨੇ ਨਾਲ ਸਾਹਿਤ ਦੀਆਂ ਕਵਿਤਾ ਦੀਆਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੇ ਇਹਨਾਂ ਗੱਲਾਂ ਨੂੰ ਸੁਣਨ ਵਾਸਤੇ ਜਿਵੇਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਉਸੇ ਤਰ੍ਹਾਂ ਤੁਹਾਡੇ ਵਿੱਚ ਜਲੰਧਰ ਤੋਂ ਨਿਕਾਸ਼ ਜੀ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਜਿਹੜੇ ਸ਼ਾਮਿਲ ਹੋਏ ਨੇ, ਬੈਠੇ ਨੇ। ਆਪਾਂ ਸਾਰੇ ਆਪਣੇ ਵਾਸਤੇ ਵੀ ਇਹਨਾਂ ਸਾਰੀਆਂ ਸ਼ਖਸੀਅਤਾਂ ਵਾਸਤੇ ਵੀ ਇੱਕ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਸਮਾਗਮ ਤਾੜੀਆਂ ਦੇ ਨਾਲ ਪਲੀਜ਼ ਕੀਤਾ ਜਾਵੇ। ਇਸ ਕਾਲਜ ਦੇ ਨਾਲ ਜਿਹੜਾ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ, ਕੋਈ ਜ਼ਮਾਨਾ ਸੀ ਕਿ ਉਸ ਸਕੂਲ ਤੋਂ ਲੈ ਕੇ ਇਹ ਨਾਲ ਜਿਹੜੀ ਬਸਤੀ ਹੈ ਉਸ ਤੋਂ ਪਾਰ ਤੱਕ ਦਿਸਦਾ ਸੀ, ਰਸਤੇ 'ਚ ਕੋਈ ਇਮਾਰਤ ਨਹੀਂ ਸੀ, ਚਾਰੇ ਪਾਸੇ ਦਿਸਦਾ ਸੀ। ਜਿਉਂ-ਜਿਉਂ ਵਿਕਾਸ ਹੋਇਆ ਜ਼ਿੰਦਗੀ ਦਾ, ਇਮਾਰਤਾਂ ਵਧੀਆਂ, ਸੜਕਾਂ ਵਧੀਆਂ, ਵਿਦਿਆਰਥੀ ਦੋਸਤੋ ਪਿੰਡਾਂ ਤੇ ਸ਼ਹਿਰਾਂ ਦਾ ਜਿਹੜਾ ਫਰਕ ਹੈ ਉਹ ਮਿਟਣ ਲੱਗਿਆ। ਤੇ ਇਸ ਫਰਕ ਮਿਟਾਉਣ ਵਾਲੀਆਂ ਜਿਹੜੀਆਂ ਗੱਲਾਂ ਤੇ ਧਿਰਾਂ ਨੇ ਉਹਨਾਂ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੈ ਤੇ ਬਹੁਤ ਕੁਝ ਮਾੜਾ ਵੀ ਹੈ। ਉਹ ਸਾਰੇ ਚੰਗੇ ਤੇ ਮਾੜੇ ਬਾਰੇ ਸਾਹਿਤ ਲਿਖ ਕੇ ਗੱਲਾਂ ਕਰਦਾ ਹੈ। ਅਸੀਂ ਉਹਨਾਂ ਲਿਖੀਆਂ ਹੋਈਆਂ ਗੱਲਾਂ ਨੂੰ ਪੜ੍ਹਦੇ ਹਾਂ, ਪੜ੍ਹ ਕੇ ਜਿਹੜੀਆਂ ਗੱਲਾਂ ਸਮਝ ਆ ਗਈਆਂ ਉਹ ਠੀਕ ਹੈ, ਜਿਹੜੀਆਂ ਗੱਲਾਂ ਨਹੀਂ ਸਮਝ ਆਈਆਂ ਉਸ ਨੂੰ ਸਮਝਣ ਸਮਝਾਉਣ ਵਾਸਤੇ ਸਾਡੇ ਕੋਲ ਆਲੋਚਨਾ ਹੈ ਤੇ ਲੇਖਕ ਹੈ। ਹੁਣ ਲੇਖਕ ਤੇ ਆਲੋਚਕ
ਜਦੋਂ ਤੁਹਾਡੇ ਨਾਲ ਉਸ ਲਿਖੀ ਹੋਈ ਕਿਤਾਬ ਦੀਆਂ ਰਚਨਾ ਦੀਆਂ ਗੱਲਾਂ ਕਰਦੇ ਨੇ ਜਿਹੜੀਆਂ ਕਈ ਵਾਰ ਸਮਝ ਨਹੀਂ ਆਉਂਦੀਆਂ, ਸਾਨੂੰ ਲੱਗਦਾ ਹੈ ਕਿ ਗੱਲ ਹੋਰ ਵੀ ਹੈ ਕੋਈ। ਉਹ ਉਹਨਾਂ ਨਾਲ ਸੰਵਾਦ ਰਚਾਉਣ ਤੋਂ ਬਾਅਦ, ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਸਹਿਜੇ ਹੀ ਸਮਝ ਆ ਜਾਂਦੀਆਂ ਨੇ। ਅਸੀਂ ਜਿਸ ਦੌਰ ਦੇ ਵਿੱਚੋਂ ਦੀ ਲੰਘ ਰਹੇ ਹਾਂ, ਨਿਸ਼ਚਿਤ ਤੌਰ ਦੇ ਉੱਤੇ ਇਹ ਵਿਦਿਆਰਥੀ ਦੋਸਤੋ ਸੋਸ਼ਲ ਮੀਡੀਆ ਦਾ ਦੌਰ ਹੈ। ਇਸ ਦੇ ਵਿੱਚ ਕਿਤਾਬ ਘੱਟ, ਹੱਥ ਦੇ ਵਿੱਚ ਮੋਬਾਈਲ ਜ਼ਿਆਦਾ ਹੁੰਦਾ ਹੈ। ਸਾਡਾ ਜ਼ਿਆਦਾ ਸਮਾਂ, ਸ਼ਕਤੀ ਤੇ ਧਿਆਨ ਇਹਦੇ ਵਿੱਚ ਖਰਚ ਹੁੰਦਾ ਹੈ। ਕੋਈ ਮਾੜੀ ਗੱਲ ਨਹੀਂ, ਖਰਚ ਹੋਣਾ ਵੀ ਚਾਹੀਦਾ ਹੈ, ਕਿਉਂਕਿ ਸਮੇਂ ਦੇ ਹਾਣ ਦਾ ਹੋਣ ਦੀ ਇਹੋ ਨਿਸ਼ਾਨੀ ਆ। ਪਰ ਇਸ ਨਿਸ਼ਾਨੀ ਨੂੰ ਅਸੀਂ ਅਗਰ ਆਪਣੇ ਸਮੇਂ ਦੇ ਹਾਣ ਦਾ ਹੋਣ ਨੂੰ ਅਗਰ ਅਸੀਂ ਆਪਣੀ ਸਾਹਿਤਿਕ ਪਰੰਪਰਾ, ਆਪਣੀ ਪੰਜਾਬ ਦੇ ਸੱਭਿਆਚਾਰ ਨਾਲ ਜੋੜ ਲੈਂਦੇ ਹਾਂ, ਜੋੜ ਕੇ ਵੇਖਦੇ ਹਾਂ, ਤਾਂ ਅਰਥ ਵੱਡੇ ਹੋ ਜਾਂਦੇ ਨੇ। ਇੱਕੋ ਗੱਲ ਤੁਹਾਨੂੰ ਕਹਿਣੀ ਹੈ ਕਿ ਸਾਡਾ ਪੰਜਾਬ ਦਾ ਸੱਭਿਆਚਾਰ ਸ਼ਬਦ ਸੱਭਿਆਚਾਰ ਹੈ। ਇੱਥੇ ਪਹਿਲਾਂ ਵੇਦਾਂ ਗ੍ਰੰਥਾਂ ਦੀ ਰਚਨਾ ਹੋਈ ਹੈ, ਬਾਕੀ ਸਾਰਾ ਕੁਝ ਸੱਭਿਆਚਾਰ ਦੇ ਜਿਹੜੇ ਅੰਗ ਨੇ ਬਾਅਦ 'ਚ ਉਹ ਸਾਡਾ ਹਿੱਸਾ ਬਣਦੇ ਨੇ ਜ਼ਿੰਦਗੀ ਦਾ। ਤੇ ਅਸੀਂ 2022 ਤੱਕ ਪਹੁੰਚਦੇ ਖਾਸ ਤੌਰ ਦੇ ਉੱਤੇ ਕਰੋਨਾ ਕਾਲ ਨੇ ਸਾਡੇ ਸ਼ਬਦ ਸੱਭਿਆਚਾਰ ਨੂੰ ਇੰਨੀ ਸੱਟ ਮਾਰੀ ਹੈ ਕਿਤਾਬ ਨੂੰ ਕਿ ਉਹ ਸੱਟ ਦਾ ਦਰਦ ਅਜੇ ਵੀ ਉਵੇਂ ਤਾਜ਼ਾ ਹੈ ਜਿਵੇਂ 2 ਸਾਲ ਪਹਿਲਾਂ ਹੁੰਦਾ ਸੀ। ਆਨਲਾਈਨ ਹੋ ਗਏ ਸਕੂਲ ਵੀ, ਕਾਲਜ ਵੀ ਤੇ ਬੰਦਾ ਵੀ। ਹੁਣ ਆਨਲਾਈਨ ਹੋਈ ਹੋਈ ਜ਼ਿੰਦਗੀ ਦੇ ਵਿੱਚ ਅਸੀਂ ਆਫਲਾਈਨ ਕਿਤਾਬ ਦੇ ਨਾਲ, ਸਾਹਿਤ ਦੇ ਨਾਲ, ਸਾਹਿਤ ਸਿਰਜਣਾ ਨਾਲ, ਸ਼ਬਦ ਨਾਲ ਕਿਵੇਂ ਜੁੜੇ ਰਹਿਣਾ, ਕਿਵੇਂ ਉਸ ਦੇ ਬਣ ਕੇ ਰਹਿਣਾ, ਕਿਵੇਂ ਸ਼ਬਦ ਸੱਭਿਆਚਾਰ ਨੂੰ ਆਪਣੀ ਮੂਲ ਇਕਾਈ ਮੰਨ ਕੇ ਜ਼ਿੰਦਗੀ ਦਾ ਪ੍ਰਵਾਹ ਹੈ ਜਿਹੜਾ ਅੱਗੇ ਤੋਰਨਾ ਹੈ, ਇਹਦੇ ਨਾਲ ਸੰਬੰਧਿਤ ਸਾਡੇ ਵਿਦਵਾਨ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨਗੇ ਕਿਤਾਬ ਦੇ ਹਵਾਲੇ ਨਾਲ। ਸੋ ਹੁਣ ਮੈਂ ਆਪਣੀ ਗੱਲ ਨੂੰ ਰੋਕਦਾ ਹੋਇਆ ਇਸ ਲਈ ਮੈਂ ਗੱਲਾਂ 2-4 ਕੀਤੀਆਂ ਕਿ ਤੁਹਾਡਾ ਇੰਟਰਸਟ ਬਣੇ ਕਿ ਗੱਲ ਹੋ ਕੀ ਰਹੀ ਹੈ। ਹੁਣ ਇਸ ਗੱਲ ਨੂੰ ਅੱਗੇ ਤੋਰਨ ਲਈ ਮੈਂ ਤੁਹਾਡੇ ਕਾਲਜ ਦੇ ਪ੍ਰਿੰਸੀਪਲ ਮੈਡਮ ਪ੍ਰੋਫੈਸਰ ਮੀਨੂ ਹੋਣਾ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਸਵਾਗਤੀ ਸ਼ਬਦਾਂ ਦੇ ਨਾਲ ਸੰਵਾਦ ਸ਼ੁਰੂ ਕਰਨਗੇ। ਪ੍ਰੋਫੈਸਰ ਮੀਨੂ ਜੀ। ਸਰਕਾਰੀ ਕਾਲਜ ਅਮਰਗੜ੍ਹ ਦੇ ਵਿਹੜੇ ਵਿੱਚ ਅੱਜ ਭਾਸ਼ਾ ਮੰਚ ਅਤੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਰੂਬਰੂ ਅਤੇ ਪੁਸਤਕ ਲੋਕ ਅਰਪਣ ਪ੍ਰੋਗਰਾਮ ਵਿੱਚ ਆਪ ਸਭ ਜੀ ਦਾ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਤੇ ਨਿੱਘੀ ਜੀ ਆਇਆਂ ਜੀ ਆਖਦੇ ਹਾਂ। ਅੱਜ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਮਾਣਮੱਤੀਆਂ ਸ਼ਖਸੀਅਤਾਂ ਨੇ ਆਪ ਸਭ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ, ਉਹਨਾਂ ਵਿੱਚੋਂ ਸ਼ਾਇਦ ਕੁਲਵੰਤ ਸਿੰਘ ਸੇਖੋ ਜੀ ਅਮਰੀਕਾ ਤੋਂ, he has come just now, ਸ਼ਾਇਦ ਕੁਲਵੰਤ ਸਿੰਘ ਸੇਖੋ ਅਮਰੀਕਾ ਤੋਂ, ਜਤਿੰਦਰ ਹਾਸ ਜੀ ਜਿਨ੍ਹਾਂ ਦਾ ਥੀਏਟਰ ਅਤੇ ਪੰਜਾਬੀ ਸਾਹਿਤ ਵਿੱਚ ਇੱਕ ਵੱਖਰਾ ਮੁਕਾਮ ਹੈ, ਡਾਕਟਰ ਜਸਵਿੰਦਰ ਸਿੰਘ ਜੀ ਰਿਟਾਇਰਡ ਪ੍ਰੋਫੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਅਤੇ ਉਹਨਾਂ ਦੇ ਸ਼ਰੀਕੇ ਹਯਾਤ ਡਾਕਟਰ ਧਨਵੰਤ ਕੌਰ ਜੀ, ਡਾਕਟਰ ਗੁਰਪਾਲ ਸਿੰਘ ਸੰਧੂ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਉਹਨਾਂ ਦੇ ਸ਼ਰੀਕੇ ਹਯਾਤ ਡਾਕਟਰ ਮਨਜੀਤ ਕੌਰ ਜੀ ਜੋ ਮੋਦੀ ਕਾਲਜ ਪਟਿਆਲਾ ਤੋਂ ਰਿਟਾਇਰ ਹੋਏ ਹਨ, ਜਿਨ੍ਹਾਂ ਨੇ ਹੁਣੇ ਤੁਹਾਨੂੰ ਇੰਟਰੋਡਿਊਸ ਕੀਤਾ ਸ਼੍ਰੀ ਜਸਵੀਰ ਰਾਣਾ ਜੀ ਪ੍ਰਸਿੱਧ ਪੰਜਾਬੀ ਕਹਾਣੀਕਾਰ, ਹੈਡ ਮਾਸਟਰ ਸਰਕਾਰੀ ਪ੍ਰਾਇਮਰੀ ਸਕੂਲ ਮਲੇਰਕੋਟਲਾ, ਅਤੇ ਸਾਡੇ ਨਾਲ ਹਨ ਡਾਕਟਰ ਗੁਰਜੀਤ ਕੌਰ ਐਸੋਸੀਏਟ ਪ੍ਰੋਫੈਸਰ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਅਤੇ ਇਹ ਇੱਕ ਬਹੁਤ ਵਧੀਆ ਆਲੋਚਕ ਹਨ। ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਜ਼ਿਲ੍ਹੇ ਦੇ ਸਰਪ੍ਰਸਤ ਸ਼੍ਰੀ ਜਸਵੀਰ ਰਾਣਾ ਜੀ ਹਨ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਭ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਲਈ ਕਾਲਜ ਦਾ ਇਹ ਮੰਚ ਇਹਨਾਂ ਦਾ ਦਿਲੋਂ ਧੰਨਵਾਦੀ ਹੈ। ਸ਼ਾਇਰ ਕੁਲਵੰਤ ਸਿੰਘ ਸੇਖੋ ਜੀ ਨੇ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਇਸ ਭਾਸ਼ਾ ਵਿੱਚ ਲਿਖਣ ਨੂੰ ਪਹਿਲ ਦਿੱਤੀ। ਵਿਦੇਸ਼ ਵਿੱਚ ਰਹਿ ਕੇ ਵੀ ਆਪਣੀ ਜੜ੍ਹਾਂ ਨਾਲ ਜੁੜੇ ਰਹਿਣਾ ਇੱਕ ਚੁਣੌਤੀਪੂਰਵਕ ਕਾਰਿਆ ਹੁੰਦਾ ਹੈ, ਜਿਨ੍ਹਾਂ ਨੂੰ ਇਹ ਬਖੂਬੀ ਨਿਭਾ ਰਹੇ ਹਨ। ਜਤਿੰਦਰ ਹਾਸ ਜੀ ਆਪਣੇ ਨਿਵੇਕਲੇ ਅੰਦਾਜ਼ ਵਿੱਚ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਮਾਂ ਬੋਲੀ ਦੀ ਸੇਵਾ
ਨੂੰ ਅਤੇ ਸਮਰਪਣ ਕਰ ਰਹੇ ਹਨ। ਪ੍ਰੋਫੈਸਰ ਜਸਵਿੰਦਰ ਸਿੰਘ ਜੀ, ਜਿਨ੍ਹਾਂ ਦੀਆਂ ਪੰਜਾਬੀ ਸਾਹਿਤ ਨੂੰ ਕਈ ਪੁਸਤਕਾਂ ਦੇ ਰੂਪ ਵਿੱਚ ਦੇਣ ਹੈ, ਅਧਿਆਪਨ ਦੇ ਨਾਲ ਸਰ ਸਾਹਿਤਿਕ ਸਿਰਜਣਾ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਹ ਕਾਰਜ ਨਿਰੰਤਰ ਜਾਰੀ ਹੈ। ਜਸਵੀਰ ਰਾਣਾ ਜੀ ਇੱਕ ਅਜਿਹੇ ਕਹਾਣੀਕਾਰ ਹਨ ਜਿਨ੍ਹਾਂ ਨੇ ਮੁਹਾਵਰੇ ਅਤੇ ਮੈਟਾਫੋਰ ਸਿਰਜ ਕੇ ਇਹਨਾਂ ਦੀ ਕਹਾਣੀਆਂ ਰੋਜ਼ਮर्रा ਦੀ ਕਹਾਣੀਆਂ ਵਿੱਚੋਂ ਆਪਣੀ ਜੜ ਅਤੇ ਪ੍ਰੇਰਨਾ ਲੈਂਦੀਆਂ ਹਨ। ਸਾਹਿਤਿਕ ਮੰਚ ਰਾਹੀਂ ਇਸ ਸਮਾਜ ਨੂੰ ਸਾਹਿਤਿਕ ਸੇਧ ਦੇ ਰਹੇ ਡਾਕਟਰ ਗੁਰਪ੍ਰੀਤ ਕੌਰ ਅਧਿਆਪਨ ਦੇ ਨਾਲ ਸਾਹਿਤਕ ਖੇਤਰ ਵਿੱਚ ਵੀ ਇੱਕ ਆਲੋਚਕ ਦੇ ਰੂਪ ਵਿੱਚ ਵਿਚਰਦੇ ਹੋਏ ਸਾਹਿਤ ਨੂੰ ਆਪਣੀ ਦੇਣ ਦੇ ਰਹੇ ਹਨ ਅਤੇ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਦੇ ਸਰਗਰਮ ਮੈਂਬਰ ਹਨ। ਇਸ ਦੇ ਨਾਲ ਅੱਜ ਇਸ ਮੰਚ ਤੋਂ ਕਾਵਿ ਪੁਸਤਕ ਪਾਸ਼ ਪ੍ਰੀਤ ਤੇ ਸੁਪਨੇ, ਜੋ ਕਿ ਹਰਪ੍ਰੀਤ ਕੌਰ ਧੂਤ ਅਮਰੀਕਾ ਨਿਵਾਸੀ ਜੀ ਦੀ ਕਾਵਿਕ ਰਚਨਾ ਨਾਲ ਸੰਬੰਧਿਤ ਹੈ, ਕੁਲਵੰਤ ਸੇਖੋ ਜੀ ਦੁਆਰਾ ਇਹ ਪੁਸਤਕ ਲੋਕ ਅਰਪਣ ਅੱਜ ਕੀਤੀ ਜਾਵੇਗੀ। ਇੱਥੇ ਪਹੁੰਚੇ ਹੋਏ ਸਾਰੇ ਹੀ ਪਤਵੰਤੇ ਸੱਜਣਾ ਦਾ ਮੈਂ ਆਪਣੇ ਵੱਲੋਂ, ਸਟਾਫ ਮੈਂਬਰਸ ਵੱਲੋਂ ਅਤੇ ਵਿਦਿਆਰਥੀਆਂ ਵੱਲੋਂ ਸਵਾਗਤ ਕਰਦੀ ਹਾਂ ਅਤੇ ਇਹ ਆਸ ਹੈ ਕਿ ਇਸ ਕਾਲਜ ਵਿੱਚ ਇਸ ਮਿਲਣੀ ਤੋਂ ਬਹੁਤ ਲਾਹਾ ਲੈਂਦੇ ਹੋਏ ਭਵਿੱਖ 'ਚ ਅਜਿਹੇ ਹੋਰ ਪ੍ਰੋਗਰਾਮ ਉਡੀਕਣਗੇ ਅਤੇ ਸਾਡੇ ਵਿਦਿਆਰਥੀ ਜ਼ਰੂਰ ਇਸ ਪ੍ਰੋਗਰਾਮ ਤੋਂ ਚੰਗੀ ਸੇਧ ਲੈਣਗੇ। ਧੰਨਵਾਦ। बहुत शुक्रिया प्रोफैसर मीना ਉਹਨਾਂ ਦਾ, ਜਿਨ੍ਹਾਂ ਨੇ ਸਵਾਗਤੀ ਸ਼ਬਦਾਂ ਦੇ ਨਾਲ ਜਿਹੜਾ ਅੱਜ ਦਾ ਸਾਹਿਤਕ ਸਮਾਗਮ ਹੈ ਉਸ ਨੂੰ ਆਗਾਜ਼ ਦਿੱਤਾ, ਸ਼ੁਰੂਆਤ ਕੀਤੀ। ਜਿੰਨਾ ਚਿਰ ਲਾਈਟ ਭੱਜੀ ਹੋਈ ਹੈ ਆਪਾਂ ਬਿਨਾਂ ਮਾਈਕ ਤੋਂ ਬੋਲਦੇ ਹਾਂ, ਜਦੋਂ ਆ ਗਈ ਤਾਂ ਉਹਦੇ ਵਿੱਚ ਸਹੀ, ਕਿਉਂਕਿ ਬੋਲਣਾ, ਗੱਲ ਕਰਨੀ, ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ, ਮਾਈਕ 'ਚ ਹੋਵੇ ਜਾਂ ਬਿਨਾਂ ਮਾਈਕ ਤੋਂ। ਤੁਸੀਂ ਜਿਹੜੇ ਵਿਦਿਆਰਥੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ, ਜਿੰਨੀਆਂ ਵੀ ਗੱਲਾਂ ਇੱਥੇ ਸਿੱਖੋਗੇ ਉਹਦੇ ਵਿੱਚੋਂ ਇਹ ਗੱਲ ਲਾਜ਼ਮੀ ਸਿੱਖਣੀ ਹੈ ਕਿ ਅਗਰ ਮਾਈਕ ਬੰਦ ਹੋ ਜਾਵੇ ਕੋਈ ਗੱਲ ਨਹੀਂ, ਸਾਡੀ ਆਵਾਜ਼ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਆਖਰੀ ਕਤਾਰ ਦੇ ਵਿੱਚ ਬੈਠੇ ਹੋਏ ਵਿਦਿਆਰਥੀ ਨੂੰ ਸੁਣੇ ਤੇ ਸਮਝ ਆਵੇ। ਸੋ ਇਸ ਨੁਕਤਾ ਨਿਗਾਹ ਤੋਂ ਗੱਲ ਨੂੰ ਅੱਗੇ ਤੋਰਦੇ ਹੋਏ ਹੁਣ ਮੈਂ ਡਾਕਟਰ ਅਮਨਦੀਪ ਬਾਤਿਸ਼ ਉਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਮੰਚ ਦੇ ਉੱਤੇ ਸੁਸ਼ੋਭਿਤ ਸਾਹਿਤਕ ਸ਼ਖਸੀਅਤਾਂ ਨੂੰ ਬੈਚ ਦੀ ਰਸਮ ਦੇ ਨਾਲ ਸਨਮਾਨਿਤ ਕਰਨਗੇ। ਜੋ ਵਿਦਿਆਰਥੀਆਂ ਦੀ ਇਸ ਕਾਰਜ ਦੇ ਲਈ ਡਿਊਟੀ ਲਗਾਈ ਗਈ ਹੈ ਉਹਨਾਂ ਨੂੰ ਵੀ ਸਨਿਮਰ ਬੇਨਤੀ ਹੈ ਕਿ ਉਹ ਅੱਗੇ ਆਉਣ ਤੇ ਇਸ ਖੂਬਸੂਰਤ ਕਾਰਜ ਨੂੰ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ। ਅਸੀਂ ਖਾਸ ਤੌਰ ਦੇ ਉੱਤੇ ਸਮਕਾਲ ਦੇ ਵਿੱਚ ਕਿਸੇ ਨੂੰ ਸਨਮਾਨਿਤ ਕਰਦੇ ਹਾਂ ਤਾਂ ਉਹ ਸਨਮਾਨ ਦੀ ਖੁਸ਼ਬੂ ਸਾਡੇ ਆਪਣੇ ਹੱਥਾਂ ਨੂੰ ਵੀ ਲੱਗੀ ਰਹਿ ਜਾਂਦੀ ਹੈ। ਉਹ ਲੋਕ ਨਿਸ਼ਚਿਤ ਤੌਰ ਦੇ ਉੱਤੇ ਸਨਮਾਨਿਤ ਹੁੰਦੇ ਨੇ ਜਿਹੜੇ ਕਲਾ ਤੇ ਸਾਹਿਤ ਨਾਲ ਜੁੜੀਆਂ ਹੋਈਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਸਨਮਾਨਿਤ ਪਲਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ। ਇੱਕ ਵਾਰ ਸਾਰੇ ਵਿਦਿਆਰਥੀ ਜ਼ੋਰਦਾਰ ਤਾੜੀਆਂ ਦੇ ਨਾਲ ਜਿਸ ਕਿਤਾਬ ਦੇ ਬਹਾਨੇ ਸਾਹਿਤ ਨਾਲ ਸੰਬੰਧਿਤ ਗੱਲਾਂ, ਕਲਾ ਨਾਲ ਸੰਬੰਧਿਤ ਗੱਲਾਂ ਕਰਨ ਲਈ ਇਕੱਠੇ ਹੋਏ ਆ, ਉਸ ਕਿਤਾਬ ਦਾ ਨਾਮ ਹੈ ਵਿਦਿਆਰਥੀ ਦੋਸਤੋ ਪਾਸ਼ ਪ੍ਰੀਤ ਤੇ ਸੁਪਨੇ। ਉਸ ਕਿਤਾਬ ਦੇ ਸਿਰਜਕ ਨੇ ਅਮਰੀਕਾ ਦੇ ਵਿੱਚ ਵਸਦੇ ਸ਼ਾਇਰਾ ਹਰਪ੍ਰੀਤ ਕੌਰ ਧੂਤ, ਜਿਨ੍ਹਾਂ ਦੀਆਂ ਕਾਵਿ ਪੁਸਤਕਾਂ ਦੀ ਲੜੀ ਦੇ ਵਿੱਚ ਇਹ ਤੀਸਰੀ ਕਿਤਾਬ ਹੈ। ਇਸ ਕਿਤਾਬ ਦੇ ਵਿੱਚ ਉਹਨਾਂ ਨੇ ਜਿਹੜਾ ਨਾਮ ਰੱਖਿਆ ਪਾਸ਼ ਪ੍ਰੀਤ ਤੇ ਸੁਪਨੇ, ਉਸ ਨਾਮ ਦੇ ਵੀ ਅਰਥ ਨੇ। ਕਿਤਾਬ ਦੇ ਉੱਤੇ ਜਿਹੜਾ ਬਣਿਆ ਹੋਇਆ ਸਰਵਰਕ ਹੈ, ਫੋਟੋ ਹੈ, ਉਸ ਦੇ ਵੀ ਅਰਥ ਨੇ। ਜਿੰਨੀ ਵੀ ਕਵਿਤਾ ਪਹਿਲੀ ਤੋਂ ਲੈ ਕੇ ਆਖਰੀ ਸਵੇ ਤੱਕ ਲਿਖੀ ਹੋਈ ਹੈ ਉਸ ਦੇ ਵਿੱਚ ਇੱਕ ਇੱਕ ਸ਼ਬਦ ਔਰ ਸਤਰ ਦੇ ਵਿੱਚ ਅਰਥ ਨੇ। ਅਸੀਂ ਉਹਨਾਂ ਦੀ ਸ਼ਾਇਰੀ ਦੇ ਸਮੁੱਚੇ ਅਰਥ ਕੀ ਨੇ
सानू क्यों वो कविता पढ़नी चाहिए है, असी किस कारण ते गल करके अज इत्थे वो किताब रिलीज़ कर रहे हैं, ये सारियां गल्लां दे जिहड़े सार तत्त ने वो तुहाडे नाल लोक अर्पण तो बाद एक एक करके विद्वान ने जिहड़े साझे करनगे। सो हुण आपां सब तो पहलां मैं प्रधानगी मंडल नूं गुजारिश करूँगा कि आपां सारे शामिल होइए, उस किताब नूं लोक अर्पण करिए। जदों एक किताब लोक अर्पण हुंदी है, एक किताब का जन्म हुंदा है, तो ऐ हुंदा है जिवें एक जिंदगी दे विच खूबसूरत मनुख का जन्म होया होवे। इसलिए एक बार फिर सारे ताड़ियां दे नाल आपां स्वागत करिए। ਦੇ ਨਾਲ ਨੇੜੇ ਦਾ ਰਿਸ਼ਤਾ ਹੈ। ਤੁਸੀਂ ਸ਼ਬਦ ਦੀਆਂ ਜਿਹੜੀਆਂ ਤਿੰਨ ਸ਼ਕਤੀਆਂ ਨੇ ਉਹਨਾਂ ਤੋਂ ਜਾਣੋ। ਤੁਹਾਡੇ ਅੰਦਰ ਕਦੇ-ਕਦੇ ਖਿਆਲ, ਵਿਚਾਰ, ਸੰਵੇਦਨਾ, ਸੈਂਸਿਟੀਵਿਟੀ ਦੇ ਜਿਹੜੇ ਬੜੇ ਸੂਖਮ ਧਰਾਤਲ ਨੇ ਉਹ ਉਹਦੇ ਹੁੰਦੇ ਨੇ। ਤੁਸੀਂ ਵੀ ਕਦੇ-ਕਦੇ ਉਹ ਕਵਿਤਾ ਲਿਖਣ ਦੀ, ਕਾਵ ਸਤਰਾਂ ਲਿਖਣ ਦੀ ਜਾਂ ਅਣਲਿਖੀਆਂ ਗੁਣਗੁਣਾਉਣ ਦੀ ਕੋਸ਼ਿਸ਼ ਕਰਦੇ ਹੋ। ਜਿਹੜਾ ਵਿਦਿਆਰਥੀ ਇਹ ਕੋਸ਼ਿਸ਼ ਕਰਦਾ ਹੈ, ਨਿਸ਼ਚਿਤ ਤੌਰ ਦੇ ਉੱਤੇ ਉਹ ਸਿਰਜਕ ਹੁੰਦਾ ਹੈ। ਹਰਪ੍ਰੀਤ ਕੌਰ ਧੂਤ ਹੋਣਾ ਦੀ ਇਹ ਕਿਤਾਬ, ਜਿਹਦਾ ਨਾਮ ਪਾਸ਼, ਪ੍ਰੀਤ ਤੇ ਸੁਪਨੇ ਹੈ, ਇਸ ਕਿਤਾਬ ਦੇ ਉੱਤੇ ਸਰਵਰਕ ਦੇ ਉੱਤੇ ਜਿਹੜੀ ਤਸਵੀਰ ਛਪੀ ਹੋਈ ਹੈ, ਸਭ ਤੋਂ ਉੱਪਰ ਉਹਦੇ ਪੰਛੀ ਨੇ ਜਿਹੜੇ ਉਡਾਰੀਆਂ ਲਾਉਂਦੇ ਦਿਖਾਈ ਦਿੰਦੇ ਨੇ। ਉਸ ਤੋਂ ਹੇਠਾਂ ਦੋ ਅੱਖਾਂ ਨੇ, ਉਹ ਸਿਰਜਕ ਦੀਆਂ ਅੱਖਾਂ ਨੇ, ਉਹ ਜ਼ਿੰਦਗੀ ਦੀਆਂ ਅੱਖਾਂ ਨੇ। ਉਹਨਾਂ ਤੋਂ ਥੱਲੇ ਜਾਈਏ ਤਾਂ ਬਹੁਤ ਵੱਡਾ ਨੀਲੇ ਤੇ ਹਰੇ ਰੰਗ ਦਾ ਸਮੁੰਦਰ ਤੈਰਦਾ। ਉਸ ਸਮੁੰਦਰ ਦੇ ਪਾਣੀ ਦੇ ਵਿੱਚੋਂ ਇੱਕ ਪੰਜਾਬੀ ਸਾਹਿਤ ਦੀ ਬਹੁਤ ਵੱਡੀ, ਪੰਜਾਬੀ ਕਵਿਤਾ ਦੀ ਬਹੁਤ ਵੱਡੀ ਸ਼ਖਸੀਅਤ ਦਾ ਚਿਹਰਾ ਹੈ ਜਿਹੜਾ ਉਹ ਉਦੈ ਹੁੰਦਾ ਦਿਖਾਈ ਦਿੰਦਾ ਹੈ। ਉਹਦਾ ਨਾਮ ਹੈ ਅਵਤਾਰ ਸਿੰਘ ਪਾਸ਼, ਜਿਹਨੂੰ ਤੁਸੀਂ ਇਕੱਲਾ ਪਾਸ਼ ਦੇ ਨਾਮ ਨਾਲ ਵੀ ਜਾਣਦੇ ਹੋ। ਪੰਜਾਬੀ ਜੁਝਾਰਵਾਦੀ ਕਵਿਤਾ ਦੇ ਵਿੱਚ ਪਾਸ਼ ਦੀ ਕਵਿਤਾ ਦਾ, ਉਹਦੀ ਕਵਿਤਾ ਦੇ ਵਿੱਚ ਜਿਹੜੇ ਸਰੋਕਾਰ ਪੇਸ਼ ਹੋਏ, ਉਹਦਾ ਇੱਕ ਬਹੁਤ ਵੱਡਾ ਥਾਂ ਹੈ। ਉਹ ਇੰਨੀ ਡੂੰਘੀ ਗੱਲ ਹੈ ਜਿੰਨਾ ਡੂੰਘਾ ਸਮੁੰਦਰ ਦਿਖਾਇਆ ਗਿਆ। ਇੱਕ ਬਹੁਤ ਹੀ ਖੂਬਸੂਰਤ ਕਾਵ ਮੈਟਾਫਰ ਹੈ ਜਿਹੜਾ ਕਵਿਤਾ ਦਾ ਇੱਕ ਸਿੰਬਲ ਹੈ, ਜਿਹੜਾ ਜੋ ਸੰਦੇਸ਼ ਉਹਨੇ ਦੇਣਾ ਹੈ, ਉਹ ਸਰਵਰਕ ਦੇ ਉੱਤੇ ਨਸ਼ਰ ਹੋ ਜਾਂਦਾ ਹੈ ਕਿ ਅਸੀਂ ਜ਼ਿੰਦਗੀ ਦੀਆਂ ਅੱਖਾਂ ਨੇ, ਸਿਰਜਕ ਦੀਆਂ ਅੱਖਾਂ ਨੇ। ਉਹ ਪੰਛੀਆਂ ਵਾਂਗ ਇੰਨੀ ਉੱਚੀ ਉਡਾਨ ਲੈਣੀ ਹੈ ਜਿੰਨੀ ਕਵੀ ਕਵਿਤਾ ਲਿਖਣ ਵੇਲੇ ਲੈਂਦਾ। ਅਸੀਂ ਆਪਣੀ ਵਿਚਾਰਧਾਰਕ ਦ੍ਰਿਸ਼ਟੀ ਹੈ ਜਿਹੜੀ, ਅਸੀਂ ਸ਼ਬਦ ਦੇ ਅਰਥਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਤਿੰਨ, ਇੰਨੀਆਂ ਡੂੰਘੀਆਂ ਲੈ ਕੇ ਜਾਣੀਆਂ ਜਦੋਂ ਕਵਿਤਾ ਲਿਖਣੀ ਹੈ, ਸਾਹਿਤ ਦੀ ਸਿਰਜਣਾ ਕਰਨੀ ਹੈ। ਜਿੰਨਾ ਸਮੁੰਦਰ ਡੂੰਘਾ ਹੁੰਦਾ, ਜਿੱਥੋਂ ਪਾਸ਼ ਉਦੈ ਹੁੰਦਾ, ਉਹਦੀ ਸ਼ਾਇਰੀ ਉਦੈ ਹੁੰਦੀ ਹੈ। ਹਰਪ੍ਰੀਤ ਕੌਰ ਧੂਤ ਜ਼ਿੰਦਗੀ ਦੇ ਜਿਹੜੇ 7 ਰੰਗ ਨੇ, ਉਹਨਾਂ 7 ਰੰਗਾਂ ਦੀ ਵੀ ਗੱਲ ਕਰਦੀ ਹੈ। ਚਾਹੇ ਉਹ ਰਿਸ਼ਤੇ ਹੋਣ, ਚਾਹੇ ਉਹ ਸਮਾਜਿਕ ਸਰੋਕਾਰ ਹੋਣ, ਚਾਹੇ ਉਹ ਸਮਾਜਿਕ ਬੁਰਾਈਆਂ ਹੋਣ, ਭਾਵੇਂ ਉਹ ਕਰੋਨਾ ਕਾਲ ਹੋਵੇ, ਗੱਲ ਕਰਦੀ ਆ ਉਹ ਸਾਰੇ तमाम ਜਿਹੜੇ 7 ਰੰਗ ਨੇ ਉਹਨਾਂ ਨੂੰ ਜੋੜ ਕੇ 8ਵੇਂ ਰੰਗ ਦੀ ਤਲਾਸ਼ ਦੇ ਵਿੱਚ ਤੁਰਨ ਦਾ ਜਿਹੜਾ ਮਸਲਾ ਹੈ, ਉਹਦੀ ਉਹ ਤੁਰਨਾ ਜਿਹੜਾ ਦੋਸਤੋ, ਉਹ 8ਵੇਂ ਰੰਗ ਤੋਂ ਬਗੈਰ ਤੁਰਿਆ ਜਾ ਨਹੀਂ ਸਕਦਾ। ਉਹਦੇ ਲਈ ਸਾਨੂੰ ਇੱਕ ਵਿਚਾਰਧਾਰਕ ਦ੍ਰਿਸ਼ਟੀ ਦੀ ਲੋੜ ਪੈਂਦੀ ਹੈ। ਜਿਹੜੀ ਸਾਡੀ ਪੰਜਾਬੀ ਕਵਿਤਾ ਦੀ ਅਮੀਰ ਪਰੰਪਰਾ ਹੈ, ਉੱਥੋਂ ਸਾਨੂੰ ਪ੍ਰਾਪਤ ਹੁੰਦੀ ਹੈ। ਜਿਹੜੀ ਆਦਿ ਕਾਲ ਤੋਂ ਲੈ ਕੇ ਬਾਣੀ ਵੀ ਰਚੀ ਗਈ ਹੈ, ਜਿਹੜੀ ਸਾਡੀ ਮੂਲ ਪ੍ਰੇਰਨਾ ਸਰੋਤ ਹੈ ਸਮਕਾਲੀ ਪੰਜਾਬੀ ਕਵਿਤਾ ਦਾ ਵੀ, ਉੱਥੋਂ ਜਿੰਨਾ ਚਿਰ ਅਸੀਂ ਉਹਦੇ ਨਾਲ ਵਾਸਤਾ ਨਹੀਂ ਹੁੰਦੇ, ਉਸ ਦੇ ਨਾਲ ਜੁੜਦੇ ਨਹੀਂ, ਉਸ ਦੇ ਨਾਲ ਸੰਵਾਦ ਨਹੀਂ ਰਚਾਉਂਦੇ,
ਅਸੀਂ ਕਦੇ ਵੀ ਨਾ ਉਨੀ ਉਡਾਨ ਲੈ ਸਕੀਏ, ਨਾ ਅਸੀਂ ਉਨੀ ਡੂੰਘਾਈ ਦੇ ਵਿੱਚ ਜਾ ਸਕੀਏ। ਸਾਡੇ ਕੋਲ ਸਿਰਫ ਨਜ਼ਰ ਹੀ ਰਹਿ ਜੂਗੀ, ਅੱਖਾਂ ਦੀ ਨਜ਼ਰੀਆ ਉਹਦੇ ਵਿੱਚੋਂ ਗਾਇਬ ਹੋਊਗਾ। ਸਾਡੇ ਕੋਲ ਦ੍ਰਿਸ਼ਟੀ ਹੀ ਰਹਿ ਜੂਗੀ, ਇਕੱਲੀ ਦ੍ਰਿਸ਼ਟੀਕੋਣ ਹੈ ਜਿਹੜਾ ਉਹਦੇ ਵਿੱਚੋਂ ਗਾਇਬ ਹੋਊਗਾ। ਸਾਨੂੰ ਨਜ਼ਰੀਆ ਤੇ ਦ੍ਰਿਸ਼ਟੀਕੋਣ ਚਾਹੀਦਾ, ਔਰ ਉਹ ਇੱਕ ਪ੍ਰਤੀਬੱਧ ਜਿਹੜੀ ਵਿਚਾਰਧਾਰਾ ਹੈ। ਜਿਵੇਂ ਹਰਪ੍ਰੀਤ ਕੌਰ ਧੂਤ ਇਸ ਕਿਤਾਬ ਦੇ ਵਿੱਚ 3-4 ਕਵਿਤਾਵਾਂ ਉਹ ਲਿਖਦੀ ਹੈ ਜਿਹੜੀਆਂ ਨਿਰੋਲ ਪਾਸ਼ ਨਾਲ ਸੰਬੰਧਿਤ ਨੇ, ਕਿ ਪਾਸ਼ ਜੀਵਿਆ ਕਿਵੇਂ, ਪਾਸ਼ ਦੀ ਵਿਚਾਰਧਾਰਾ ਕੀ ਸੀ, ਪਾਸ਼ ਦੇ ਉੱਤੇ, ਇਸ ਧਰਤੀ ਦੇ ਉੱਤੇ ਜਿਉਂਦੇ ਹੋਏ ਕਿਹੜੇ ਇਲਜ਼ਾਮ ਲੱਗੇ, ਕਿਹੜੀਆਂ ਗੱਲਾਂ ਉਹਦੇ ਗਲਤ ਸਿਰ ਮੜ ਦਿੱਤੀਆਂ ਗਈਆਂ ਜਿਹਦੇ ਕਾਰਨ ਉਹਨੂੰ ਗੋਲੀ ਖਾ ਕੇ ਸ਼ਹੀਦ ਵੀ ਹੋਣਾ ਪਿਆ। ਬਹੁਤ ਵੱਡੀ ਇੱਕ ਕਹਾਣੀ ਹੈ ਜਿਹੜੀ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਪਾਸ਼ ਨੂੰ ਲੈ ਕੇ ਜ਼ਿੰਦਗੀ ਤੇ ਕਵਿਤਾ ਨਾਲ, ਸਾਹਿਤ ਨਾਲ ਜਿਹੜੀ ਪ੍ਰੀਤ ਹੈ, ਮੁਹੱਬਤ ਹੈ ਸਿਰਜਕ ਦੀ, ਉਸ ਨਾਲ ਸੰਬੰਧਿਤ ਜਿਹੜੇ ਸਾਡੇ ਸੁਪਨੇ ਨੇ। ਜਿਵੇਂ ਪਾਸ਼ ਨੇ ਕਿਹਾ, ਕਹਿੰਦਾ ਸਭ ਤੋਂ ਖਤਰਨਾਕ ਪੁਲਿਸ ਦੀ ਕੁੱਟ ਨਹੀਂ ਹੁੰਦੀ, ਸਭ ਤੋਂ ਖਤਰਨਾਕ ਕਿਰਤੀ ਦੀ ਲੁੱਟ ਨਹੀਂ ਹੁੰਦੀ, ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਗੁੱਟ ਤੇ ਬੰਨੀ ਹੋਈ ਵੀ, ਜੋ ਤੁਹਾਡੇ ਵਾਸਤੇ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਕੀਰਨਾ ਹੁੰਦਾ ਜਿਹੜਾ ਤੁਹਾਡੇ ਕੰਨਾਂ, ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਜਿਹੜਾ ਤੁਹਾਡੇ ਕੰਨਾਂ ਤੱਕ ਪਹੁੰਚਣ ਵਾਸਤੇ ਕੀਰਨਾ ਉਲੰਘਦਾ ਹੈ। ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਪਾਸ਼ ਉਹਨਾਂ ਨੇ ਜੁਝਾਰਵਾਦੀ ਕਵਿਤਾ ਦੇ ਵਿੱਚ ਲਿਖੀਆਂ, ਹਰਪ੍ਰੀਤ ਕੌਰ ਧੂਤ ਹੋਣਾ ਦੀ ਇਸ ਕਿਤਾਬ ਦੇ ਵਿੱਚ ਕਵਿਤਾ ਦੇ ਰਾਹੀਂ ਹੀ ਪੜ੍ਹਦੇ ਹੋ, ਤਾਂ ਤੁਹਾਨੂੰ ਇਹ ਗੱਲ ਸਮਝ ਆਉਂਦੀ ਹੈ, ਸਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਕਵਿਤਾ ਦਾ, ਵਿਚਾਰਧਾਰਾ ਦਾ, ਸਾਹਿਤ ਦਾ, ਸਿਰਜਣਾ ਦਾ ਨਵੇਂ ਸਿਰੇ ਤੋਂ ਪਰਿਭਾਸ਼ਿਤ ਹੋਣਾ ਕੀ ਹੁੰਦਾ। ਇਸ ਕਵਿਤਾ ਦੇ ਵਿੱਚ ਵਿਦਿਆਰਥੀ ਦੋਸਤੋ, ਤੁਹਾਡੇ ਸਿੱਖਣ ਵਾਸਤੇ, ਸਾਡੇ ਸਮਝਣ ਵਾਸਤੇ ਬਹੁਤ ਗੱਲਾਂ ਨੇ, ਔਰ ਉਹ ਸਾਰੀਆਂ ਗੱਲਾਂ ਕਵਿਤਾ ਦੇ ਰੂਪ ਵਿੱਚ ਨੇ, ਸਿਰਜਣਾ ਦੇ ਰੂਪ 'ਚ ਨੇ, ਸੁਪਨਿਆਂ ਦੇ ਰੂਪ 'ਚ ਨੇ, ਇੱਕ ਉਡਾਨ ਤੇ ਗਹਿਰਾਈ ਦੇ ਰੂਪ 'ਚ ਨੇ। ਉਹ ਸਾਰੇ ਵਿਦਵਾਨ ਆਪੋ ਆਪਣੀ ਵਾਰੀ ਸਿਰ ਗੱਲਾਂ ਕਰਨਗੇ ਤੇ ਸਾਡਾ ਉਹਨਾਂ ਨਾਲ ਵਾਸਤਾ ਪਵਾਉਣਗੇ। ਸੋ ਇਸ ਲੜੀ ਦੇ ਵਿੱਚ ਹੁਣ ਮੈਂ ਸਭ ਤੋਂ ਪਹਿਲਾਂ ਸੰਵਾਦ ਅੱਗੇ ਤੋਰਨ ਵਾਸਤੇ ਭਵਾਨੀਗੜ੍ਹ ਗੁਰੂ ਤੇਗ ਬਹਾਦਰ ਕਾਲਜ ਤੋਂ ਜਿਹੜੇ ਡਾਕਟਰ ਜਸਵਿੰਦਰ ਸਿੰਘ ਹੋਣਾ ਦੇ ਕੋਲ ਸਟੂਡੈਂਟ ਵੀ ਰਹੇ ਨੇ, ਇਹਨਾਂ ਕੋਲ ਇਸ ਗੁਰਮੀਤ ਕੌਰ ਨੇ ਮੋਹਨ ਭੰਡਾਰੀ ਦੀਆਂ ਕਹਾਣੀਆਂ ਦੇ ਉੱਤੇ PhD ਕੀਤੀ ਹੈ, ਤੇ ਡਾਕਟਰ ਧਨਵੰਤ ਕੌਰ, ਜਸਵਿੰਦਰ ਸਿੰਘ ਹੋਣਾ ਦੇ ਜਿਹੜੇ ਹਮਸਫਰ ਨੇ, ਪੰਜਾਬੀ ਕਹਾਣੀ ਦੇ ਉੱਤੇ ਉਹਨਾਂ ਦਾ ਇੱਕ ਮਿਸਾਲੀ ਕੰਮ ਹੈ। ਜਦੋਂ ਅਸੀਂ ਪੰਜਾਬੀ ਕਹਾਣੀ ਸਿੱਖਣ ਦੀਆਂ ਗੱਲਾਂ ਕਰਦੇ ਹਾਂ, ਸਮਝਣ ਦੀਆਂ ਗੱਲਾਂ ਕਰਦੇ ਹਾਂ ਕਿ ਉਹ ਕਿਹੜੀਆਂ ਨੇ ਜਿਨ੍ਹਾਂ ਨੂੰ ਸਮਝ ਕੇ ਕਹਾਣੀ ਲਿਖੀ ਜਾ ਸਕਦੀ ਹੈ, ਤਾਂ ਸਾਨੂੰ ਧਨਵੰਤ ਕੌਰ ਤੇ ਜਸਵਿੰਦਰ ਸਿੰਘ ਹੋਣਾ ਨੂੰ ਪੜ੍ਹਨਾ ਪੈਂਦਾ। ਇਹਨਾਂ ਨੂੰ ਪੜ੍ਹੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਕਹਾਣੀ ਸਮਝ ਆਉਂਦੀ ਨਹੀਂ, ਲਿਖਣੀ ਬਹੁਤ ਦੂਰ ਦੀ ਗੱਲ ਆ। ਸੋ ਡਾਕਟਰ ਗੁਰਮੀਤ ਕੌਰ ਹੋਣਾ ਨੇ ਇਹਨਾਂ ਕੋਲ ਬਹੁਤ ਸਾਲ ਲਾ ਕੇ PhD ਕੀਤੀ ਹੈ ਪੰਜਾਬੀ ਕਹਾਣੀ ਤੇ ਮੋਹਨ ਭੰਡਾਰੀ ਦੀਆਂ ਕਹਾਣੀਆਂ ਤੇ। ਹੁਣ ਉਹ ਭਵਾਨੀਗੜ੍ਹ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਆ ਕੇ ਇਸ ਕਿਤਾਬ ਬਾਰੇ ਆਪਣੇ ਹਿੱਸੇ ਦੀ ਗੱਲ ਕਰਨ। ਡਾਕਟਰ ਗੁਰਮੀਤ ਕੌਰ। ਔਰ ਮੇਰੇ ਲਈ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਗੁਰੂ ਅੱਜ ਇਸ ਪ੍ਰਧਾਨਗੀ ਮੰਡਲ ਦੇ ਵਿੱਚ ਬੈਠੇ ਨੇ, ਤੇ ਮੈਨੂੰ ਲੱਗਦਾ ਹੈ ਕਿ ਮੈਂ ਇਸ ਤਰੀਕੇ ਨਾਲ ਕਿਤਾਬ ਬਾਰੇ ਗੱਲ, ਕਵਿਤਾ ਬਾਰੇ ਗੱਲ, ਸਾਹਿਤਕ ਗੱਲ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਸ਼ਾਇਦ ਮੈਂ ਪਹਿਲੀ ਵਾਰ ਕਰ ਰਹੀ ਹਾਂ। ਥੋੜਾ ਜਿਹਾ ਕਹਿੰਦੇ ਹੁੰਦੇ ਕਿ ਇੱਕ ਡਰ ਵੀ ਹੁੰਦਾ, ਇਹ ਚੀਜ਼ ਵੀ ਹੁੰਦੀ ਹੈ ਕਿ ਜਦੋਂ ਤੁਹਾਡਾ ਗੁਰੂ ਤੁਹਾਡੇ ਸਾਹਮਣੇ ਹੋਵੇ ਤੇ ਉਹਨੇ ਕੀ ਸਿੱਖਿਆ ਦਿੱਤੀ ਹੈ, ਕੀ ਪੜ੍ਹਾਇਆ ਹੈ, ਉਹਦੀਆਂ ਅੱਗੇ ਜਦੋਂ ਤੁਸੀਂ ਗੱਲਾਂ ਕਰਦੇ ਹੋ। ਸਭ ਤੋਂ ਪਹਿਲਾਂ ਤਾਂ ਆਹ ਜਿਹੜੀ ਕਿਤਾਬ ਹਰਪ੍ਰੀਤ ਕੌਰ ਧੂਤ ਹੋਰਾਂ ਦੀ ਅੱਜ ਲੋਕ ਅਰਪਣ ਕੀਤੀ ਗਈ ਹੈ, ਇਹਦੇ ਲਈ ਅਸੀਂ ਸਾਰੇ ਹੀ ਵਧਾਈ ਦੇ ਹੱਕਦਾਰ ਕਿਉਂ ਆ? ਸਾਰਿਆਂ ਨੂੰ ਵਧਾਈ ਦੀ, ਔਰ ਅਸੀਂ ਸਾਰੇ ਹੱਕਦਾਰ, ਤੁਸੀਂ ਵੀ ਵਿਦਿਆਰਥੀ ਖਾਸ ਕਰ ਜਿਹੜੇ ਤੁਸੀਂ ਇੱਥੇ ਬੈਠੇ ਹੋ। ਜਿਵੇਂ ਕਿ ਜਸਵੀਰ ਰਾਣਾ ਉਹਨਾਂ ਨੇ ਕਿਹਾ ਕਿ ਕੋਈ ਵੀ ਕਿਤਾਬ ਜਿਹੜੀ ਹੈ, ਸਾਡੀ ਪੜ੍ਹਨ ਦੀ ਆਦਤ ਕੀ ਹੁੰਦੀ ਹੈ ਕਿ ਅਸੀਂ ਇੱਥੋਂ ਵਿੱਚੋਂ ਸ਼ੁਰੂ ਕਰਦੇ ਹਾਂ, ਜਦੋਂ ਕਿ ਕੋਈ ਵੀ ਕਿਤਾਬ ਜਿਹੜੀ ਹੈ ਇੱਥੋਂ ਸ਼ੁਰੂ ਹੋ ਜਾਂਦੀ ਹੈ।
ਇਹਦਾ ਜਿਹੜਾ ਟਾਈਟਲ ਹੈ ਪਾਸ਼, ਪ੍ਰੀਤ ਤੇ ਸੁਪਨੇ, ਇਹਨੂੰ 3 ਹਿੱਸਿਆਂ ਦੇ ਵਿੱਚ ਵੰਡ ਦਿਓ। ਪਾਸ਼ ਨੂੰ ਵਿਚਾਰਧਾਰਾ ਦੇ ਨਾਲ ਜੋੜ ਦਿਓ। ਪ੍ਰੀਤ ਤੁਹਾਡਾ ਮੋਹ, ਤੁਹਾਡੀ ਇੱਛਾ, ਸੁਪਨੇ ਉਹ ਜ਼ਿੰਦਗੀ ਜਿਵੇਂ ਦੀ ਤੁਸੀਂ ਚਾਹੁੰਦੇ ਹੋ। ਇਹ ਕਿਤਾਬ ਇਸ ਕਰਕੇ ਵੀ ਕਾਬਿਲੇ ਤਾਰੀਫ ਹੈ ਕਿ ਇਹ ਇੱਕ ਔਰਤ ਕਵੀ ਦੁਆਰਾ, ਕਵਿੱਤਰੀ ਦੁਆਰਾ ਲਿਖੀ ਗਈ ਹੈ, ਉਹ ਵੀ ਕ੍ਰਾਂਤੀਕਾਰੀ ਰੂਪ ਦੇ ਵਿੱਚ। ਇੱਕ ਰੂਹ ਹੈ ਸਾਰੀ ਕਿਤਾਬ ਜਿਹੜੀ ਹੈ, ਉਹ ਸਵਾਲ ਤੇ ਸਵਾਲ ਖੜੇ ਕਰਦੀ ਹੈ ਬਹੁਤ ਸਾਰੇ। ਇਹਦੇ 'ਚ ਤੁਸੀਂ ਪਾਸ਼ ਨੂੰ ਪੜ੍ਹਿਆ ਹੋਊਗਾ। ਪਾਸ਼ ਦੀ ਕਵਿਤਾ ਤੁਹਾਡੇ ਸਿਲੇਬਸ ਦੇ ਵਿੱਚ, ਤੁਹਾਡੇ ਸਿਲੇਬਸ ਦਾ ਹਿੱਸਾ ਹੈ, ਤੁਸੀਂ ਪੜ੍ਹ ਰਹੇ ਹੋਗੇ। ਉਹ ਕਹਿੰਦੇ ਨਾ, ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਤੇ ਅੱਜ ਦੇ ਸਮੇਂ ਦੇ ਵਿੱਚ ਮੈਂ ਜਦੋਂ ਅੱਜ ਦੀ ਇਹ ਅੱਗੇ ਵਧਣ ਵਾਲੀ ਪੀੜ੍ਹੀ ਨੂੰ ਦੇਖਦੀ ਹਾਂ ਤਾਂ ਵਾਕਈ ਇਹਨਾਂ ਦੇ ਜਿਹੜੇ ਸੁਪਨੇ ਨੇ ਉਹ ਮਰੇ ਤਾਂ ਨਹੀਂ ਹੋਏ, ਪਰ ਉਹ ਖਿੰਡਾ ਨੂੰ ਜ਼ਰੂਰ ਹੰਢਾ ਰਹੇ ਨੇ, ਖਿਲਰ ਰਹੇ ਨੇ, ਖਿਲਰ ਚੁੱਕੇ ਨੇ, ਕੁਝ ਖਿਲਰ ਰਹੇ ਨੇ। ਬਹੁਤ ਥੋੜੇ ਨੇ ਜਿਨ੍ਹਾਂ ਦੇ ਸੁਪਨੇ ਸਾਬਤ ਸਬੂਤੇ ਰੂਪ ਦੇ ਵਿੱਚ ਕਾਇਮ ਨੇ। ਇਹ ਕਿਤਾਬ ਸਵਾਲ ਖੜੇ ਕਰਦੀ ਹੈ ਸਾਡੀ ਹੋਂਦ ਤੇ। ਅਸੀਂ ਕੌਣ ਆ, ਅਸੀਂ ਕੀ ਆ, ਪੰਜਾਬ ਦੇ ਵਿੱਚ ਰਹਿਣ ਵਾਲੇ ਅਸੀਂ ਉਹ ਲੋਕ ਪੰਜਾਬ ਨੂੰ ਕਿਵੇਂ ਸਮਝਦੇ ਆ, ਜਾਂ ਫਿਰ ਕਹਿ ਲਓ ਕਿ ਪੰਜਾਬ ਨੂੰ ਕੀ ਸਮਝਦੇ ਆ। ਅੱਜ ਦੀ ਪੀੜ੍ਹੀ ਧੜਾ ਧੜ ਬਾਹਰ ਜਾ ਰਹੀ ਹੈ, ਉਹਦੇ ਕਾਰਨ ਬਹੁਤ ਸਾਰੇ ਨੇ। ਸ਼ੌਕ ਵਜੋਂ ਵੀ, ਮਜਬੂਰੀ ਵਜੋਂ ਵੀ, ਸੁਪਨਿਆਂ ਦੀ ਪੂਰਤੀ ਵਜੋਂ ਵੀ ਬਹੁਤ ਸਾਰੇ ਕਾਰਨ ਉਹਦੇ ਬਣਦੇ ਨੇ। ਜਦੋਂ ਅੱਜ ਦੀ ਪੀੜ੍ਹੀ ਲਗਾਤਾਰ ਬਾਹਰ ਵੱਲ ਪ੍ਰਵਾਸ ਕਰਦੀ ਹੈ, ਫਿਰ ਉੱਥੇ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਕੀ ਹੈ, ਪੰਜਾਬ ਕਿਵੇਂ ਹੈ। ਉਹਦੇ ਬਾਰੇ ਇਹ ਕਿਤਾਬ ਸਾਨੂੰ ਸੋਚਣ ਲਾਉਂਦੀ ਹੈ। ਇਹ ਕਿਤਾਬ ਪੰਜਾਬੀ ਭਾਸ਼ਾ ਜਿਹਨੂੰ ਅਸੀਂ ਹੌਲੀ ਹੌਲੀ ਕਿਨਾਰੇ ਤੇ ਕਰਦੇ ਜਾਂਦੇ ਹਾਂ, ਉਹਦੇ ਲਈ ਇੱਕ ਹਾਂ ਦਾ ਨਾਰਾ ਮਾਰਦੀ ਹੈ ਕਿ ਅਸੀਂ ਉਹ ਲੋਕ ਜੋ ਪੰਜਾਬੀ ਦੇ ਵਿੱਚ ਜੰਮੇ ਹਾਂ, ਪੰਜਾਬੀ ਦੇ ਵਿੱਚ ਪਲੇ ਹਾਂ, ਪੰਜਾਬੀ ਦੇ ਵਿੱਚ ਅਸੀਂ ਸੁਪਨੇ ਦੇਖੇ, ਪੰਜਾਬੀ ਦੇ ਵਿੱਚ ਅਸੀਂ ਗੱਲਾਂ ਕੀਤੀਆਂ, ਤਾਂ ਸਾਡਾ ਮੋਹ ਭੰਗ ਪੰਜਾਬੀ ਤੋਂ ਕਿਉਂ ਹੋ ਰਿਹਾ? ਉਹ ਕਿਹੜੀ ਸ਼ੈ ਹੈ, ਉਹ ਕਿਹੜੀ ਇੱਕ ਅਦਿੱਖ ਸ਼ਕਤੀ ਹੈ ਜਿਹੜੀ ਲਗਾਤਾਰ ਸਾਨੂੰ ਦਬੋਚ ਰਹੀ ਹੈ, ਸਾਡੀ ਭਾਸ਼ਾ ਦੇ ਉੱਪਰ ਸਵਾਲ ਖੜੇ ਕਰ ਰਹੀ ਹੈ। ਸਾਨੂੰ ਲੋੜ ਪੈ ਰਹੀ ਹੈ ਪੰਜਾਬੀ ਬਚਾਓ ਭਾਸ਼ਾ ਮੰਚ ਖੜੇ ਕਰਨ ਦੀ, ਜਦੋਂ ਕਿ ਅਸੀਂ ਤਾਂ ਇਹਦੇ ਵਿੱਚ ਪਲੇ ਬੜੇ ਹਾਂ, ਬੋਲ ਰਹੇ ਹਾਂ। ਕਿਉਂ ਲੋੜ ਪੈ ਰਹੀ ਹੈ ਕਿ ਅਸੀਂ ਐਵੇਂ ਦੇ ਮੰਚ ਜਿਹੜੇ ਨੇ ਉਹ ਕਰੀਏ? ਮੈਂ ਕਿਹਾ ਕਿ ਕਿਤਾਬ ਜਿਹੜੀ ਪਾਸ਼ ਦਾ ਜਿਹੜਾ ਨਾਂ ਹੈ ਨਾ, ਉਹ ਇੱਕ ਵਿਚਾਰਧਾਰਾ ਹੈ। ਜਿਵੇਂ ਪਾਸ਼ ਦੀ ਕਵਿਤਾ ਗੋਲੀ ਵਾਂਗ ਚੱਲਦੀ ਹੈ, ਹਰਪ੍ਰੀਤ ਕੌਰ ਧੂਤ ਦੀ ਇਸ ਕਿਤਾਬ ਵਿਚਲੀ ਹਰ ਕਵਿਤਾ ਵੀ ਗੋਲੀ ਵਾਂਗ ਚੱਲਦੀ ਹੈ ਤੇ ਤੁਹਾਡੇ ਵੱਲ ਸੇਧਿਤ ਹੁੰਦੀ ਹੈ। ਇਹ ਕਿਤਾਬ ਪੜ੍ਹਨ ਯੋਗ ਹੈ, ਇਹਨੂੰ ਜ਼ਰੂਰ ਪੜ੍ਹਿਓ। ਤੁਹਾਨੂੰ ਸੇਧਿਤ ਹੁੰਦੀ ਹੈ, ਤੁਹਾਨੂੰ ਸਵਾਲ ਪੁੱਛਦੀ ਹੈ, ਸ਼ਬਦਾਂ ਦੇ ਜ਼ਰੀਏ, ਭਾਸ਼ਾ ਦੇ ਜ਼ਰੀਏ, ਅੱਖਰਾਂ ਦੇ ਜ਼ਰੀਏ, ਵਿਚਾਰਧਾਰਾ ਦੇ ਜ਼ਰੀਏ। ਉਹ ਤੁਹਾਨੂੰ ਸਵਾਲ ਪੁੱਛਦੀ ਹੈ ਕਿ ਅੱਜ ਜਿਹੜੇ ਸਮੇਂ ਦੇ ਵਿੱਚੋਂ ਤੁਸੀਂ ਲੰਘ ਰਹੇ ਹੋ, ਉਹਦੇ ਵਿੱਚ ਤੁਹਾਡੀ ਵਿਚਾਰਧਾਰਾ ਕੀ ਹੈ? ਕੀ ਵਿਚਾਰਧਾਰਾ? ਲੋਕਡਾਊਨ ਲੱਗਿਆ, ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਵਿੱਚੋਂ ਹੀ ਦੇਣੀ ਹੈ। ਲੋਕਡਾਊਨ ਲੱਗਿਆ, ਫੈਸਲੇ ਲਏ ਗਏ ਪੜ੍ਹਾਈ ਆਨਲਾਈਨ ਕਰ ਦਿੱਤੀ ਜਾਵੇ। ਤੁਹਾਡਾ ਵਰਗ ਜਿਹੜਾ ਇੱਥੇ ਤੁਸੀਂ ਬੈਠੇ ਹੋ ਬਹੁਤ ਖੁਸ਼ ਹੋਏ ਕਿ ਆਨਲਾਈਨ ਹੋ ਗਈ, ਪੇਪਰ ਆਨਲਾਈਨ ਹੋ ਗਏ, ਉਸ ਤੋਂ ਵੀ ਵੱਧ ਖੁਸ਼ ਹੋ ਗਏ, ਸੌਖਾ ਹੋ ਗਿਆ ਹੈ ਨਾ। ਦੇਖ ਕੇ ਪੇਪਰ ਕਰਨਾ ਹੈ, 4 ਘੰਟੇ ਦੇ ਵਿੱਚ 2 ਸਵਾਲ ਕਰਨੇ ਨੇ ਤੇ ਜਮ੍ਹਾਂ ਕਰਾ ਦੇਣਾ। ਜਿਹੜਾ ਬੰਦਾ 40, 45, 50% ਨੰਬਰ ਮਸਾ ਲੈਂਦਾ ਸੀ, ਉਹ 90% ਦੇ ਨੇੜੇ ਢੁੱਕ ਗਿਆ ਹੈ ਨਾ। ਤੇ ਸਟੂਡੈਂਟ ਨੂੰ ਪੁੱਛੋ, ਜਦੋਂ ਆਫਲਾਈਨ ਕਲਾਸਾਂ ਵਿੱਚ ਦੀ ਲੱਗਦੀਆਂ ਨੇ, ਉਹ ਕਿਸਾਨੀ ਅੰਦੋਲਨ ਦੇ ਹਵਾਲੇ ਦੇ ਨਾਲ ਸਾਡੀ ਜੱਦੋ-ਜਹਿਦ ਦਾ ਇੱਕ ਸਬੂਤ ਵੀ ਪੇਸ਼ ਕਰਦੀ ਹੈ ਕਿ ਜੇ ਤੁਸੀਂ ਕਰਨ ਤੇ ਆਵੋ ਤਾਂ ਕੁਝ ਵੀ ਹੋ ਸਕਦਾ ਹੈ। ਉਹ ਸਿਰੜ ਹੈ, ਉਹ ਜੱਦੋ-ਜਹਿਦ ਹੈ, ਕਾਹਦੇ ਲਈ ਹੈ?
ਹੋਂਦ ਲਈ। ਪਾਸ਼ ਬਹੁਤ ਪਹਿਲਾਂ ਇਸੇ ਹੋਂਦ ਵਾਸਤੇ ਉਹਨੇ ਕਵਿਤਾ ਦਾ ਰਾਹ ਚੁਣਿਆ, ਸਿਸਟਮ ਨੂੰ ਆਪਣੇ ਵਿਰੁੱਧ ਲੱਗਿਆ, ਪਾਸ਼ ਨੂੰ ਮਾਰ ਦਿੱਤਾ ਗਿਆ। ਪਰ ਉਹੀ ਹੋਂਦ ਦਾ ਖਤਰਾ ਜਦੋਂ ਇੰਨੇ ਸਾਲਾਂ ਬਾਅਦ ਫੇਰ ਤੋਂ ਉੱਠਿਆ, ਫੇਰ ਅਸੀਂ ਹਲੂਣੇ ਗਏ। ਕਹਿੰਦਾ ਵਾਕਈ ਅਸੀਂ ਤਾਂ ਖਤਮ ਹੋ ਰਹੇ ਹਾਂ। ਉਹਦੇ ਵਿੱਚੋਂ ਕਿਸਾਨੀ ਅੰਦੋਲਨ ਜਨਮ ਲੈ। ਸਾਡੀ ਹੱਠ, ਪੰਜਾਬ ਦੇ ਲੋਕਾਂ ਦਾ ਜਿਹੜੀ ਹੱਠ ਹੈ, ਜਿਹੜੀ ਜ਼ਿੱਦ ਹੈ, ਉਹ ਕਾਮਯਾਬ ਹੁੰਦੀ ਹੈ। ਸਿਸਟਮ ਕਹਿੰਦਾ ਲਾਗੂ ਨਹੀਂ ਹੋਣਗੇ, ਲਾਗੂ ਹੋਣਗੇ, ਅਸੀਂ ਕਿਹਾ ਨਹੀਂ ਹੋਣਗੇ, ਤੇ ਅਸੀਂ ਅਖੀਰ 'ਚ ਜਿੱਤ ਪ੍ਰਾਪਤ ਕਰਦੇ। ਇਹ ਕਿਤਾਬ ਅਸਲ ਦੇ ਵਿੱਚ ਹਰਪ੍ਰੀਤ ਕੌਰ ਧੂਤ ਸਾਡੀ ਵਿਚਾਰਧਾਰਾ ਨੂੰ ਪ੍ਰੋਤਸਾਹਿਤ ਕਰਦੀ ਹੈ, ਸਾਡੀ ਸੋਚ ਨੂੰ, ਕਿ ਇੱਕ ਲੜੀ ਦੇ ਵਿੱਚ ਕਿਵੇਂ ਸੋਚਣਾ ਹੈ। ਚੀਜ਼ਾਂ ਜੋ ਤੁਹਾਡੇ ਆਲੇ ਦੁਆਲੇ ਵਾਪਰਦੀਆਂ ਨੇ, ਉਹਨਾਂ ਪ੍ਰਤੀ ਤੁਹਾਡਾ ਨਜ਼ਰੀਆ ਜਿਹੜਾ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ। ਇਹ ਕਿਤਾਬ ਜਿਹੜੀ ਹੈਗੀ ਸਾਡੇ ਨਾਲ ਸਾਡੀ ਹੋਂਦ ਦੀ ਗੱਲ ਕਰਦੀ ਹੈ, ਸਾਡੀ ਲੜਾਈ ਦੀ ਗੱਲ ਕਰਦੀ ਹੈ। ਬਹੁਤ ਸਾਰੇ ਵਰਤਾਰੇ ਸਾਡੇ ਆਸੇ-ਪਾਸੇ ਵਾਪਰਦੇ ਨੇ ਤੇ ਅਸੀਂ ਅੱਖਾਂ ਮੀਚ ਕੇ ਅੱਗੇ ਲੰਘ ਜਾਂਦੇ ਹਾਂ। ਸਾਡੀਆਂ ਅੱਖਾਂ ਨੂੰ ਖੋਲ੍ਹਦੀ ਹੈ ਕਿ ਦੇਖ ਲੈ, ਅੱਜ ਉਹਦੇ ਨਾਲ ਵਾਪਰਿਆ, ਆਉਣ ਵਾਲੇ ਸਮੇਂ ਦੇ ਵਿੱਚ ਤੂੰ ਨਿਸ਼ਾਨਾ ਬਣ। ਹੁਣ ਤੋਂ ਤੂੰ ਸਮਝ, ਸੋਚ ਕਿ ਕੀ ਹੋ ਰਿਹਾ ਹੈ। ਇਹ ਕਿਤਾਬ ਇੱਕ ਰੂਹ ਸਾਡੇ ਅੰਦਰ ਫੂਕਦੀ ਹੈ, ਉਹ ਰੂਹ ਜਿਹੜੀ ਅਸੀਂ ਪਤਾ ਨਹੀਂ ਫੋਨਾਂ ਦੇ ਜ਼ਰੀਏ, ਟੈਕਨੋਲੋਜੀ ਦੇ ਜ਼ਰੀਏ, ਜਾਂ ਪਤਾ ਨਹੀਂ ਕਿਹੜੇ ਐਸੀਆਂ ਸ਼ੈਆਂ ਦੇ ਪਿੱਛੇ ਲੱਗ ਕੇ ਆਪਣੀ ਉਸ ਰੂਹ ਨੂੰ ਅਸੀਂ ਖਤਮ ਕਰਨ ਲੱਗੇ ਹੋਏ ਆ। ਸਾਡੀ ਰੂਹ ਨੂੰ ਜਗਾਉਂਦੀ ਹੈ ਇਹ ਕਿਤਾਬ ਜਿਹੜੀ ਹੈਗੀ। ਕਹਿੰਦੇ ਨੇ ਕਿ ਸਾਡੀ ਇੱਕ ਫਿਤਰਤ ਹੈ, ਅਸੀਂ ਜਿਉਂਦੇ ਜੀ। ਤੁਹਾਡੇ ਚੋਂ ਵੀ ਬਹੁਤ ਸਾਰੇ ਨੇ ਭਿੰਡਰਾਂਵਾਲੇ ਦੀ ਫੋਟੋ ਆਪਣੀ ਕਾਰ ਤੇ, ਮੋਟਰਸਾਈਕਲਾਂ ਤੇ, ਹੋਰਾਂ ਤੇ ਲਾਈ ਹੁੰਦੀ ਹੈ, ਲਾਈ ਹੁੰਦੀ ਹੈ। ਭਗਤ ਸਿੰਘ ਦੀ ਫੋਟੋ ਵੀ ਲਾਈ ਹੁੰਦੀ ਹੈ। ਖਾਸ ਕਰ ਕਿਹੜੀ ਲਾਈ ਹੁੰਦੀ ਹੈ ਭਗਤ ਸਿੰਘ ਦੀ ਫੋਟੋ? ਜਿਹਦੇ ਵਿੱਚ ਉਹਨੇ ਹੱਥ ਦੇ ਵਿੱਚ ਰਿਵਾਲਵਰ ਫੜਿਆ ਹੋਇਆ। ਇਹ ਤੁਹਾਡੀ ਸੋਚ ਹੈ ਬੇਟਾ ਜੀ, ਇਹ ਤੁਹਾਡੇ ਵਿਚਾਰ ਹੈ। ਭਗਤ ਸਿੰਘ ਦੀ ਇਹ ਫੋਟੋ ਕਿਉਂ ਨਹੀਂ ਲਾਈ ਹੁੰਦੀ ਜਿਹਦੇ ਚੋਂ ਕਿਤਾਬ ਪੜ੍ਹ ਰਿਹਾ, ਬੇੜੀਆਂ 'ਚ ਜਕੜਿਆ ਹੋਇਆ ਵੀ? ਇੱਥੇ ਸੋਚਣ ਦੀ ਲੋੜ ਹੈ। ਅਸੀਂ, ਕਿਉਂਕਿ ਉਹਨਾਂ ਨੇ ਵੀ ਇਹੀ ਕਿਹਾ ਨਾ, ਕਵਿਤਾ ਦੇ ਵਿੱਚ ਵੀ ਇਹੀ ਹੈ ਕਿ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੌਤ ਤੇ ਰੋਣ ਦੇ ਨਾਲ ਕੁਝ ਨਹੀਂ ਹੁੰਦਾ, ਸੋਚ ਨੂੰ ਬਚਾਉਣਾ ਜਿਹੜਾ ਹੈਗਾ ਲਾਜ਼ਮੀ ਹੁੰਦਾ ਹੈ। ਅਸਲ ਦੇ ਵਿੱਚ ਇਹ ਕਿਤਾਬ ਸਾਡੇ ਵਿਚਾਰਾਂ ਦੀ, ਸਾਡੀ ਵਿਚਾਰਧਾਰਾ ਦੀ, ਸਾਡੀ ਹੋਂਦ ਹਸਤੀ ਦੀ ਇੱਕ ਪੜ੍ਹਨ ਯੋਗ ਕਿਤਾਬ ਹੈ। ਉਹਦੇ ਲਈ ਹਰਪ੍ਰੀਤ ਕੌਰ ਧੂਤ ਜੀ ਵਧਾਈ ਦੇ ਪਾਤਰ ਨੇ, ਤੇ ਨਾਲ ਹੀ ਕੁਲਵੰਤ ਸੇਖੋਂ ਜੀ ਜਿਨ੍ਹਾਂ ਦੇ ਜ਼ਰੀਏ ਇਹ ਕਿਤਾਬ ਸਾਡੇ ਵਿੱਚ ਆਉਣ ਦਾ ਸਬੱਬ ਬਣੀ, ਉਹ ਵੀ ਵਧਾਈ ਦੇ ਹੱਕਦਾਰ ਨੇ। ਬਹੁਤ ਬਹੁਤ ਸ਼ੁਕਰੀਆ। ਇਹਦੇ ਵਿੱਚ ਵੀ ਉਹ ਚਿੰਗਾਰੀ ਹੈ। ਬਹੁਤ ਹੀ ਮੁੱਲਵਾਨ ਨੇ ਗੱਲ ਕੀਤੀ ਕਿ ਸਿਰਫ ਤੀਰ, ਤਲਵਾਰ, ਗੋਲੀ, ਬੰਦੂਕ ਤੇ ਹਥਿਆਰ ਹੀ ਨਹੀਂ ਚੱਲਦਾ, ਅੱਖਰ ਵੀ ਚੱਲਦਾ ਹੈ, ਸ਼ਬਦ ਵੀ ਚੱਲਦਾ ਹੈ, ਵਿਚਾਰ ਵੀ ਚੱਲਦਾ ਹੈ। ਅਗਰ ਅਸੀਂ ਉਸ ਦੀ ਮਾਰ ਵੇਖਣੀ ਹੋਵੇ, ਉਸ ਦੀ ਤਿੱਖੀ ਧਾਰ ਵੇਖਣੀ ਹੋਵੇ, ਤਾਂ ਅਸੀਂ ਕਵਿਤਾ ਪੜ੍ਹਦੇ ਹਾਂ, ਕਹਾਣੀ ਪੜ੍ਹਦੇ ਹਾਂ, ਇੱਕ ਕਿਤਾਬ ਪੜ੍ਹਨੀ ਹੈ। ਬਹੁਤ ਸ਼ੁਕਰੀਆ ਡਾਕਟਰ ਗੁਰਮੀਤ ਹੋਣਾ ਦਾ। ਇਹਨਾਂ ਤੋਂ ਬਾਅਦ ਮੈਂ ਕਹਾਣੀਕਾਰ ਜਤਿੰਦਰ ਹਾਂਸ ਹੋਣਾ ਨੂੰ ਆਵਾਜ਼ ਦੇਵਾਂਗਾ ਕਿ ਉਹ ਆਪਣੇ ਹਿੱਸੇ ਦੀ ਗੱਲ ਕਰਨਗੇ। ਉਹਨਾਂ ਨੇ ਕਿਹਾ ਕਿ ਨਹੀਂ ਪੜ੍ਹੀ। ਬਹੁਤ ਸ਼ੁਕਰੀਆ ਕਿ ਸਾਡਾ ਸਮਾਂ ਬਚ ਗਿਆ, ਕਿਉਂਕਿ ਇਹ ਵੀ ਇੱਕ ਖਾਸ ਗੱਲ ਆ। ਇਹ ਵਿਦਿਆਰਥੀ, ਮੈਂ ਡਾਕਟਰ ਅਮਨਦੀਪ ਬਾਤਿਸ਼ ਹੋਣਾ ਨੂੰ ਪੁੱਛਿਆ ਵੀ ਇਹਨਾਂ ਨੂੰ ਛੁੱਟੀ ਕਦੋਂ ਪਾਉਣੀ ਹੈ, ਇਹ ਕਹਿੰਦੇ ਵੀ ਹੁਣ ਨੂੰ ਤਾਂ ਇਹ ਚਲੇ ਜਾਂਦੇ। ਹੁਣ ਇਹ ਆਪਾਂ ਨੇ ਦੇਖਣਾ ਵੀ ਇਹਨਾਂ ਨੂੰ ਆਪਾਂ ਕਿੰਨਾ ਕੁ ਸਮਾਂ ਬਿਠਾ ਕੇ ਰੱਖ ਸਕਦੇ ਹਾਂ, ਤੇ ਇਸ ਲਈ ਇਹਨਾਂ ਨੂੰ ਪੁੱਛੋ ਆਪਾਂ ਉਹਦੇ ਹਿਸਾਬ ਨਾਲ ਟਾਈਮ ਕਦੋਂ ਜਾ ਸਕਦੇ ਆਪ ਜਾਏ ਦੇ ਕਿ ਮੁੱਕੇ ਆਵਾਜ਼ਾਂ ਮਾਰੀ ਵੀ ਇਸ ਪਰ ਬੈਠਾ ਨਹੀਂ ਗਿਆ ਸੀ। ਮੈਂ ਬੈਠੇ ਆ ਤੇ ਬੈਠੇ ਜਿਨ੍ਹਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਾਹਿਤ ਕਿਵੇਂ ਸਮਝੀਏ, ਇਹ ਸਮਝ ਪ੍ਰਾਪਤ ਕਰਦੇ ਹਾਂ। ਸਾਡਾ ਸੁਭਾਗ ਹੈ ਕਿ ਉਹ ਅੱਜ ਸਾਡੇ ਵਿੱਚ ਵਿਰਾਜਮਾਨ ਨੇ। ਹਰਪ੍ਰੀਤ ਕੌਰ ਧੂਤ ਦੀ ਇਸ ਕਿਤਾਬ ਦੇ ਲੋਕ ਅਰਪਣ ਮੌਕੇ ਤੇ ਉਸ ਕਿਤਾਬ ਦੇ ਬਹਾਨੇ ਨਾਲ ਸਾਨੂੰ ਬਹੁਤ ਸਾਰੀਆਂ ਗੱਲਾਂ ਮੁੱਲਵਾਨ ਪਤਾ ਲੱਗਣਗੀਆਂ। ਹੁਣ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਇਸ ਕਿਤਾਬ ਦੇ ਹਵਾਲੇ ਨਾਲ ਆਪਣੀ ਗੱਲ ਕਰਨਗੇ। ਡਾਕਟਰ ਗੁਰਪਾਲ ਸੰਧੂ ਕਾਲਜ ਦੇ ਬਾਕੀ ਅਧਿਆਪਕ ਸਾਹਿਬਾਨ, ਸਾਡੇ ਬਹੁਤ ਵਧੀਆ ਕਹਾਣੀਕਾਰ ਜਤਿੰਦਰ ਹਾਂਸ ਜੀ, ਸੀ ਰਾਣਾ ਜੀ,
ਤੇ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਇਸ ਕਾਲਜ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ, ਕਿਉਂਕਿ ਮੈਂ ਗਵਰਨਮੈਂਟ ਕਾਲਜ ਦੇ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਨੌਕਰੀ ਸ਼ੁਰੂ ਕੀਤੀ ਸੀ। ਤੇ ਜਦੋਂ ਕਿਤੇ ਮੈਂ ਗਵਰਨਮੈਂਟ ਕਾਲਜ 'ਚ ਜਾਵਾਂ ਤਾਂ ਮੈਨੂੰ ਐਂ ਲੱਗਦਾ ਵੀ ਜੇ ਇੱਕ ਵਾਰੀ ਫਿਰ ਮੈਂ ਆਪਣੇ ਕਾਲਜ ਦੇ ਵਿੱਚ ਹੀ ਆ ਜਾਂਦਾ। ਐਕਸਪੀਰੀਅੰਸ ਹੈਗਾ ਕਿ ਜਿੰਨਾ ਚਿਰ ਮੈਂ ਗਵਰਨਮੈਂਟ ਕਾਲਜ ਸੀ, ਕਾਲਜ ਦੇ ਵਿੱਚ ਮਤਲਬ ਸੀਗਾ ਟੀਚਰ, ਉਹਨਾਂ ਚਿਰ ਮੈਂ ਅਧਿਕਾਰੀ ਸੀ, ਕਿਉਂਕਿ ਮੈਂ ਗੈਸਟ ਅਫਸਰ ਸੀ। ਤਾਂ ਮੈਂ ਮਨਜੀਤ ਨੂੰ ਕਹਿੰਦਾ ਹੁੰਦਾ ਸੀ, ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਵੀ ਇਹ ਜਿਹਾ ਡਰਾਈਵਰ ਨਹੀਂ ਹੈਗਾ ਕਲਾਸ 1 ਗੈਸਟ ਅਫਸਰ ਜਿੰਨਾ ਤੇਰੇ ਕੋਲ। ਤੇ ਜਦੋਂ ਮੈਂ ਕਾਲਜ ਛੱਡ ਕੇ ਯੂਨੀਵਰਸਿਟੀ ਚਲਾ ਗਿਆ ਤਾਂ ਉਸ ਦਿਨ ਫਿਰ ਮੈਂ ਕਰਮਚਾਰੀ ਬਣ ਗਿਆ। ਇਹ ਮੇਰੀ ਇੱਕ ਨਵੇਂ ਡਿਮੋਸ਼ਨ ਸੀ ਫਰੋਮ ਅਧਿਕਾਰੀ ਤੋਂ ਕਰਮਚਾਰੀ ਤੱਕ। ਤੇ ਜਦੋਂ ਇੱਕ ਵਾਰ ਫੇਰ ਮੈਂ ਕਿਸੇ ਗਵਰਨਮੈਂਟ ਕਾਲਜ ਜਦੋਂ ਵੀ ਜਾਵਾਂ, ਮਹਿੰਦਰਾ ਕਾਲਜ ਜਾਵਾਂ ਜਾਂ ਲੁਧਿਆਣੇ ਜਾਂ ਕਿਤੇ ਵੀ ਕਿਤੇ ਗਵਰਨਮੈਂਟ ਕਾਲਜ ਜਾਈਦਾ, ਇਹ ਫੀਲਿੰਗ ਆਉਂਦੀ ਵੀ ਆਹ ਇਹ ਮੇਰਾ ਆਪਣਾ ਕਾਲਜ, ਪੇਕੇ ਆਉਣ ਵਰਗੇ। ਜੇ ਪੰਜਾਬੀ ਯੂਨੀਵਰਸਿਟੀ ਜਾਂਦੇ ਉਹ ਫੀਲਿੰਗ ਆਉਂਦੀ ਉਸ ਤਰ੍ਹਾਂ ਹੀ ਲੱਗਦਾ। ਫਿਰ ਮੈਨੂੰ ਬੜੀ ਖੁਸ਼ੀ ਹੋਈ ਕਿ ਗਵਰਨਮੈਂਟ ਕਾਲਜ ਦੇ ਵਿੱਚ ਹੈ। ਅਤੇ ਇਹ ਮੈਨੂੰ ਜ਼ਿਆਦਾ ਹੋਰ ਖੁਸ਼ੀ ਹੋਈ ਕਿ ਗਵਰਨਮੈਂਟ ਕਾਲਜ ਦੇ ਵਿੱਚ ਵੀ ਪਿੰਡੂ ਗਵਰਨਮੈਂਟ ਕਾਲਜ ਕੋਲ ਇੰਨੀ ਸੋਹਣੀ ਬਿਲਡਿੰਗ ਹੈ, ਇੰਨਾ ਵਧੀਆ ਇਨਫਰਾਸਟਰਕਚਰ ਹੈ। ਜਦੋਂ ਸਨਾਮ ਕਾਲਜ ਅਸੀਂ ਪੜ੍ਹਾਉਂਦੇ ਹੁੰਦੇ ਸੀ ਤੇ ਜਿਹੜਾ ਅੱਜ ਕੱਲ੍ਹ ਚੀਫ ਮਿਨਿਸਟਰ ਪੰਜਾਬ ਹੈ ਪੜ੍ਹਦਾ ਹੀ ਸਾਡੇ ਕੋਲੋਂ ਤਾਂ ਥੱਲੇ ਬਹਿੰਦਾ ਹੁੰਦਾ ਸੀ। ਅਤੇ ਸਾਡੇ ਲਈ ਜਿਹੜਾ ਕਿ ਅੱਜ ਕੱਲ੍ਹ ADGI ਹੈ ਪੰਜਾਬ ਦੇ ਵਿੱਚ ਬਹੁਤ ਹੀ ਅੱਛਾ ਬੱਚਾ ਰਹਿੰਦਾ, ਉਹ ਕੁਰਸੀ ਲੈ ਕੇ ਆਉਂਦਾ ਸੀ। ਇਹ ਉਸ ਗਵਰਨਮੈਂਟ ਅੱਜ ਤੱਕ ਤੁਸੀਂ ਇੰਨੇ ਮਤਲਬ ਇੱਕ ਹਿਸਾਬ ਨਾਲ ਖੁਸ਼ਕਿਸਮਤ ਹੋ। ਰੂਰਲ ਗਵਰਨਮੈਂਟ ਕਾਲਜ ਦਾ ਕੀ ਹਾਲ ਹੁੰਦਾ ਸੀ ਇਸ ਤੋਂ ਅਸੀਂ ਮੈਂ ਵਾਕਫ ਹਾਂ। ਅਤੇ ਤੁਸੀਂ ਇੰਨੇ ਵਧੀਆ ਇਨਫਰਾਸਟਰਕਚਰ ਦੇ ਵਿੱਚ ਇੰਨੇ ਅੱਛੇ ਵਿਦਿਆਰਥੀ ਨੂੰ ਜਿਹਨੇ ਮੌਕਾ ਮਿਲਿਆ। ਜਿਹੜੀ ਕਿਤਾਬ ਅੱਜ ਇਹ ਵੀ ਆਪਣੇ ਆਪ ਦੇ ਵਿੱਚ ਪਹਿਲਾ ਹੀ ਕੰਮ ਹੈ ਮੇਰੀ ਜ਼ਿੰਦਗੀ ਦੇ ਵਿੱਚ ਕਿ ਲੇਖਕ ਇੱਥੇ ਮੌਜੂਦ ਨਹੀਂ ਤੇ ਉਹਦੇ ਲਈ ਆਪਾਂ ਕਿਤਾਬ ਰਿਲੀਜ਼ ਕੀਤੀ ਅਤੇ ਫੰਕਸ਼ਨ ਕੀਤਾ। ਅਜੇ ਉਸ ਕਾਲਜ ਦੇ ਵਿੱਚ ਜਿੱਥੇ ਪ੍ਰਿੰਸੀਪਲ ਵੀ ਮਤਲਬ ਮੈਡਮ ਹੈਗੇ ਨੇ ਤੇ ਜਿਹੜੀ ਸਾਡੇ ਕੋਲ ਕਵਿੱਤਰੀ ਦੀ ਅਸੀਂ ਕਿਤਾਬ ਰਿਲੀਜ਼ ਕਰ ਰਹੇ। ਇਹ ਵਡੱਪਨ ਮੈਂ ਤਾਂ ਕਹਾਂਗਾ ਕਿ ਕੁਲਵੰਤ ਦਾ ਕਿ ਜਿਹਨੇ ਸਾਰਾ ਕੁਝ ਇਹ ਮੈਨੇਜ ਕੀਤਾ ਨਾਲ ਇੱਥੋਂ ਦੇ ਰਿਲੀਜ਼ ਕਰਨਾ। ਇਸ ਲਈ ਇਹ ਜਿਹੜੀ ਇਸ ਖਾਸ ਕੰਮ ਲਈ ਜਿਹੜੀ ਮੈਨੂੰ ਵੀ ਇੱਕ ਤੋਂ ਬਾਅਦ ਸੱਚੀ ਗੱਲ ਦੱਸ ਦਿੰਦਾ, ਮੈਨੂੰ ਇੱਕ ਤੋਂ ਬਾਅਦ ਇਹ ਜਿਹੀਆਂ ਆਫਰ ਆਈਆਂ ਕਿ ਮੈਂ ਹੈ ਨਹੀਂ ਸਾਡੀ ਕਿਤਾਬ ਰਿਲੀਜ਼ ਕਰ ਦਿਓ ਤਾਂ ਮੇਰੇ ਤੋਂ ਹਿੰਮਤ ਨਹੀਂ ਸੀ ਹੋਈ। ਇਸ ਲਈ ਇਹਨੇ ਹਿੰਮਤੀ ਬੰਦੇ ਆ ਜਿਨ੍ਹਾਂ ਨੇ ਕੁਝ ਕਰ। ਹੁਣ ਇਸ ਪ੍ਰਸੰਗ ਦੇ ਵਿੱਚ ਆਪਾਂ ਇਸ ਕਿਤਾਬ ਬਾਰੇ ਕੁਝ ਗੱਲਾਂ ਕਰਾਂਗੇ। ਚੰਗਾ ਹੁੰਦਾ ਜੇ ਆਪਾਂ ਉਹਨਾਂ ਦੀ ਕਵਿਤਾਵਾਂ ਵੀ ਸੁਣ ਲੈਂਦੇ ਜਾਂ ਤੋਂ ਬਾਅਦ ਸੁਣ ਲਾਂਗੇ, ਕਿਉਂਕਿ ਇਸ ਜਿਹੜੀ ਇਹ ਕਵਿਤਾ ਹੈਗੀ ਕੁਛ ਹੱਦ ਤੱਕ ਇਹਨਾਂ ਦੀ ਕਵਿਤਾ ਤੱਕ ਵੀ ਪਹੁੰਚਦੀ। ਜੋ ਕੁਲਵੰਤ ਦੀ ਕਵਿਤਾ ਹੈਗੀ ਕੁਲਵੰਤ ਸਿੰਘ ਦੀ, ਇਹ ਸਮਕਾਲੀ ਵੀ ਆ, ਇੱਕੋ ਸ਼ਹਿਰ 'ਚ ਵੀ ਰਹਿੰਦੇ ਆ, ਇੱਕੋ ਸਹਿ ਸਭਾ ਦੇ ਵੀ ਮੈਂਬਰ ਹੈ ਤੇ ਇਹ ਉਹਦੇ ਪ੍ਰਧਾਨ ਹੈ ਜਿਹਦੇ ਉਹ ਮੈਂਬਰ। ਇਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਦੋ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਛਪ। ਇੱਕ ਗੱਲ ਤਾਂ ਜਦੋਂ ਲੈਕਚਰ ਬੋਲ ਰਹੇ ਸੀਗੇ ਮੈਨੂੰ ਬੜੀ ਅੱਛੀ ਲੱਗੀ, ਮੈਂ ਤੁਹਾਡਾ ਸਾਂਝੀ ਜ਼ਰੂਰ ਕਰਨੀ ਚਾਹੂੰਗਾ ਕਿ ਹੁਣ ਕਿਤਾਬ ਖਤਮ ਹੋ ਰਹੀ ਹੈ, ਕਿਉਂਕਿ ਹੁਣ ਅਸੀਂ ਕਹਿਣਾ ਕਿ ਹੁਣ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ, ਤਾਂ ਮੈਨੂੰ ਚੇਤਾ ਹੈ ਵੀ ਕੋਈ ਜ਼ਮਾਨਾ ਸੀ ਹਿਫਜ਼ ਕਰਨ, ਚੇਤੇ ਕਰਨ। ਇਸਲਾਮ ਦੇ ਵਿੱਚ ਤਾਂ ਸਾਰੇ ਕੁਰਾਨ ਹਾਫਿਜ਼ ਕਰਨ ਦੀ ਹੁਣ ਹਾਫਿਜ਼ ਮੰਨਿਆ ਜਾਂਦਾ ਤੇ ਬਹੁਤ ਮਾਨਤਾ ਹੁੰਦੀ। ਸਾਡੇ ਵੀ ਇੱਥੇ ਰਵਾਇਤ ਸੀ ਕਿ ਕਿਸੇ ਨੂੰ ਗੁਰੂਆ ਸਾਹਿਬ ਆਉਂਦਾ ਸੀ, ਜਪਜੀ ਸਾਹਿਬ, ਸੁਖਮਨੀ ਸਾਹਿਬ ਤਾਂ ਆਮ ਲੋਕਾਂ ਨੂੰ। ਇੱਕ ਦੌਰ ਸੀ ਜਦੋਂ ਲੋਕ ਹਾਫਿਜ਼ ਹੁੰਦੇ ਸੀ, ਹਿਫਜ਼ ਕਰਦੇ ਸੀ, ਫਿਰ ਕਿਤਾਬ ਆ ਗਈ ਤੇ ਆ ਕੇ ਲੋਕ ਹਾਫਿਜ਼ ਵੱਲੋਂ ਹਟ ਕੇ ਕਿਤਾਬ ਪੜ੍ਹਨ ਲੱਗ ਗਏ। ਹੌਲੀ ਹੌਲੀ ਹਾਫਿਜ਼ ਖਤਮ। ਇਹ ਕਿਤਾਬ ਦੀ ਹਾਫਿਜ਼ ਦੀ ਥਾਂ ਕਿਤਾਬ ਨਹੀਂ ਰਹੀ ਜੀ। ਹਾਫਿਜ਼ ਬਹੁਤ ਘੱਟ ਲੋਕਾਂ ਨੂੰ ਮਿਲਦਾ ਸੀ, ਬੜਾ ਲਿਮਟਡ ਦਾ ਦਾਇਰਾ ਹੁੰਦਾ ਸੀ, ਕਿਤਾਬ ਦਾ ਬੜਾ ਸੀ। ਹੁਣ ਜਿਹੜਾ ਕੀ ਹੈ ਕਿ ਹੁਣ ਉਹੀ ਕੁਝ ਕਿਤਾਬ ਦੇ ਵਾਪਰ ਹੈ ਜਿਹੜਾ ਕਿਸੇ ਵੇਲੇ ਹਾਫਿਜ਼ ਦੇ। ਹੁਣ ਸੋਸ਼ਲ ਮੀਡੀਆ ਦੇ ਵਿੱਚ ਆ ਕੇ ਜਿਸ ਤਰ੍ਹਾਂ ਆਪਾਂ ਕਹਿੰਦੇ ਜ਼ਿਆਦਾ ਵਿਸਤਾਰ ਨਹੀਂ ਜਾਂਦੇ ਕਿ ਹੁਣ ਸਾਡੀ ਕਿਤਾਬ ਉਸੇ ਤਰ੍ਹਾਂ ਮਰ ਰਹੀ ਹੈ ਜਿਵੇਂ ਕਿਸੇ ਵੇਲੇ ਹਾਫਿਜ਼। ਅੱਜ ਜੇ ਅਸੀਂ ਇਸ ਕਿਤਾਬ ਬਾਰੇ ਕੋਈ ਗੱਲ ਕਰਦੇ ਹਾਂ, ਕਿਤਾਬ ਦੇ ਆਉਣ ਨੂੰ ਸੈਲੀਬ੍ਰੇਟ ਕਰਦੇ ਹਾਂ ਤੇ ਅਸੀਂ ਤੁਸੀਂ ਸਾਰੇ ਉਸ ਕਿਤਾਬ ਨੂੰ ਦੇਖ ਵੀ ਰਹੇ ਹੋ ਤੇ ਇਸ ਫੰਕਸ਼ਨ ਦੇ ਵਿੱਚ ਵੀ ਸ਼ਾਮਲ ਹੋ ਰਹੇ ਹੋ। ਤੇ ਇਹਦਾ ਕੀ ਵੀ ਆਪਾਂ ਮਾਇਨਾ ਲੈ ਸਕਦੇ ਹਾਂ ਕਿ ਅਸੀਂ ਉਸ ਕਿਤਾਬ ਨੂੰ ਜਿਉਂਦਾ ਰੱਖਣ ਦੀ ਸਾਡੀ ਕਿਰਪਾ। ਤੇ ਜੇਕਰ ਆਪਾਂ ਇਸੇ ਤਰ੍ਹਾਂ ਜਿਉਂਦਾ ਰੱਖਾਂਗੇ ਕਿ ਜਿਵੇਂ ਹਾਫਿਜ਼ ਨੂੰ ਕਿਤਾਬ ਨਹੀਂ ਰਿਪਲੇਸ ਕਰ ਸਕੇ, ਹਾਫਿਜ਼ ਤਾਂ ਇੱਕ ਗੱਲ ਕਰਦਾ ਕਰਦਾ ਦੱਸ ਹੋਰ ਕਰ ਦਿੰਦਾ ਸੀ, ਇਵੇਂ ਕਿਤਾਬ ਦੇ ਵਿੱਚ ਵੀ ਇੱਕ ਗੁਣ ਹੈ ਕਿ ਜਿਹੜੇ ਗੁਣ ਨੂੰ ਸੋਸ਼ਲ ਮੀਡੀਆ ਨਹੀਂ ਕੰਟੇਨ ਕਰ ਸਕਦਾ, ਉਹਨੂੰ ਅੱਗੇ ਉਹ ਡਿਸੈਮੀਨੇਟ ਨਹੀਂ ਕਰ ਸਕਦਾ। ਜਿਹੜੀਆਂ ਗੱਲਾਂ ਕਿਤਾਬ ਪੜ੍ਹਦੇ ਪੜ੍ਹਦੇ ਜਿੰਨੀ ਤੁਹਾਨੂੰ ਹੱਥ 'ਚ ਫੜ ਕੇ ਚੀਜ਼ ਆਪਣੀ ਲੱਗਦੀ ਸੀ, ਸੋਸ਼ਲ ਮੀਡੀਆ 'ਚ ਕਵਿਤਾ ਪੜ੍ਹ ਕੇ ਤੁਹਾਨੂੰ ਆਪਣੀ ਨਹੀਂ ਲੱਗੇ। ਜਿਵੇਂ ਫਿਲਮ ਦੇ ਵਿੱਚ ਦੇਖਦੇ ਧਰਮਿੰਦਰ ਸਾਨੂੰ ਸਾਡਾ ਲੱਗਦਾ ਵੀ ਸਾਨੇ ਹਾਲ ਦਾ, ਪਰ ਅਸੀਂ ਉਹਨੂੰ ਕਦੇ ਟੱਚ ਨਹੀਂ ਕਰਕੇ ਦੇਖਿਆ ਹੈ ਨਾ, ਜੱਜ ਦੇ ਜੋਗੀ ਕਰਕੇ ਤੁਹਾਡਾ ਹੈ। ਇਵੇਂ ਕਿਤਾਬ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨੂੰ ਤੁਸੀਂ ਭੌਤਿਕ ਤੌਰ 'ਤੇ ਮਹਿਸੂਸ ਕਰਦੇ ਹੋ
ਮਾਨਸਿਕ ਤੌਰ ਤੇ ਮਹਿਸੂਸ ਕਰਦੇ ਹਾਂ ਤੇ ਆਤਮਿਕ ਤੌਰ ਤੇ। ਤਾਂ ਮੈਨੂੰ ਇਹ ਮੈਂ ਤੁਹਾਡਾ ਸਾਂਝੀ ਕਰਨੀ ਸੀ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜੇ ਬੱਚਿਆਂ ਨੇ ਅੱਜ ਇਹ ਸ਼ੁਰੂ ਕੀਤਾ ਸੋਸ਼ਲ ਮੀਡੀਆ ਨਾਲ ਇੱਕ ਕਿਤਾਬ ਦੀ ਬੜਾ ਅੱਛਾ ਜਿਹੜਾ ਸਾਡੇ ਕੋਲ ਹਰਪ੍ਰੀਤ ਕੌਰ ਦੀ ਜਿਸ ਕਵਿਤਾ ਬਾਰੇ ਖਾਸ ਤੌਰ ਤੇ ਇਸ ਕਿਤਾਬ ਬਾਰੇ 2-4 ਗੱਲਾਂ ਕਰਾਂਗੇ ਸੰਖੇਪ ਜ਼ਿਆਦਾ ਵਿਸਤਾਰ ਵਿੱਚ। ਇੱਕ ਤਾਂ ਬਹੁਤ ਅਹਿਮ ਗੱਲ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹ ਵੀ ਅਸੀਂ ਸੋਚ ਸਕਦੇ ਹਾਂ, ਅਸੀਂ ਕਦੇ ਇਸ ਤਰ੍ਹਾਂ ਗੱਲ ਨਹੀਂ ਕੀਤੀ, ਸੋਚਿਆ ਵੀ ਨਹੀਂ ਕਿ ਪੰਜਾਬ ਦੇ ਲੋਕ ਸਵਾਲ ਬਹੁਤ ਕਰਦੇ। ਜਦੋਂ ਇਹ ਗੱਲ ਕਰ ਰਹੇ ਸੀ ਨਾ ਤਾਂ ਮੈਂ ਨਾਲ ਦੀ ਸੋਚਿਆ ਸੀ ਵੀ ਅਸੀਂ ਸਵਾਲ ਕਰਨ ਲੱਗ ਗਏ ਵੀ ਇਸ ਚੀਜ਼ ਕਦੋਂ ਕਦੇ ਸਵਾਲ ਕਰਨ ਲੱਗ ਗਏ। ਤੁਸੀਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਪੜ੍ਹੋ ਤਾਂ ਉਦੋਂ ਅਸੀਂ ਵੀ ਸੁਖੀ ਵਾਸਤੇ ਸੀ ਸਵਾਲ ਕੀਤਾ ਕਿ ਕਿੱਥੋਂ ਆ ਗਏ ਅੰਗਰੇਜ਼। ਉਹ ਤੋਂ ਪਹਿਲਾਂ ਗੁਰੂ ਨਾਨਕ ਨੂੰ ਪੜ੍ਹੋ ਤਾਂ ਅਸੀਂ ਵੀ ਕਿੱਥੋਂ ਆ ਗਏ, ਯਾਨੀ ਕਿ ਬਾਬਰ खुरासान का जमाना किया, हिंदुस्तान आया, हिंदुस्तान जो है ना आपको दोस्त नहीं करता जाता। ਇਹ ਤੋਂ ਪਹਿਲਾਂ ਜੇ ਤੁਸੀਂ ਮਛੰਦਰਨਾਥ ਨੂੰ ਪੜ੍ਹੋ ਤਾਂ ਜਿੰਨੇ ਮਛੰਦਰਨਾਥ ਸਵਾਲ ਖੜੇ ਕਰਦਾ ਸੀ ਉਹਨੇ ਮਤਲਬ ਸਾਡੇ ਜਿਹੜੀ ਸੀ ਰਵਾਇਤ ਮਤਲਬ ਉਹਨਾਂ ਸਵਾਲਾਂ ਸਿਰ ਤੇ ਹੀ ਰਵਾਇਤ ਪੂਰਨ ਭਗਤ ਨੇ ਜਿਹੜੇ ਸਾਡੇ ਕੋਲ ਸਵਾਲ ਖੜੇ ਕੀਤੇ। ਉਹ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ ਤਾਂ ਜਿਹੜਾ ਬਹੁਤ ਦਾ ਏਰੀਆ ਹੈਗਾ ਭਾਵੇਂ ਬਿਹਾਰ 'ਚ ਪੈਦਾ ਹੋਇਆ ਜਿੱਥੇ ਮਰਜ਼ੀ, ਜਿਹੜਾ ਜ਼ਿਆਦਾ ਮੰਨਣ ਵਾਲੇ ਉਹ ਇਸ ਰੀਜਨ ਦੇ ਸੀ। ਜਿੰਨੇ ਸਵਾਲ ਬੁੱਧ ਨੇ ਪੈਦਾ ਕੀਤੇ ਆ ਉਹਨੇ ਤਾਂ ਕਿਸੇ ਹੋਰ ਨੇ ਕੀਤੇ। ਜਿਹੜੇ ਬੁੱਧ ਦੇ ਜਿਸ ਟ੍ਰੈਡੀਸ਼ਨ ਦਾ ਸੀ, ਜੇ ਤੁਸੀਂ ਸ਼ੈਵਿਜ਼ਮ ਦੇਖੋਗੇ ਤਾਂ ਜਿੰਨੇ ਪਾਰਵਤੀ ਨੇ ਕੀਤੇ ਆ ਉਹਨੇ ਵੀ ਤੁਹਾਨੂੰ ਜਿਵੇਂ ਦੂਜੇ ਸੁਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਅਰਜੁਨ ਨੂੰ ਸਭ ਤੋਂ ਪਹਿਲਾਂ ਪੈਦਾ ਕੀਤਾ ਵੀ ਤੁਹਾਨੂੰ ਦੱਸਦਾ ਹੀ ਮਾਰਾਂ ਕਿਉਂ ਭਾਈ, ਉਹ ਵੀ ਸਾਡੇ ਇਸ ਰੀਜਨ ਦੇ। ਤਾਂ ਇਸ ਰੀਜਨ ਦੇ ਜਿਹੜੇ ਲੋਕ ਹੈਗੇ ਆ ਉਹ ਇਸ ਗੱਲ ਦੇ ਜੇ ਤੁਸੀਂ ਬਾਕੀ ਦੇਖੋਗੇ ਉਹਨਾਂ ਨੇ ਵੱਡਿਆਂ ਦੇ ਵੀ ਸਵਾਲ ਖੜੇ ਕੀਤੇ। ਪਾਰਟੀਸ਼ਨ ਆਫ ਪੰਜਾਬ ਜਦ ਹਿੰਦੁਸਤਾਨ ਦੇ ਉੱਤੇ ਬੰਗਾਲੀਆਂ ਨੂੰ ਐਵੇਂ ਕਹੀ ਜਾਂਦਾ, ਕੋਈ ਸਵਾਲ ਨਹੀਂ ਖੜਾ ਕੀਤਾ ਉਹਨਾਂ। ਉਹ ਤੋਂ ਪਹਿਲਾਂ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ, ਈਸਟ ਤੇ ਵੈਸਟ ਬੰਗਾਲ ਦੇ ਵਿੱਚ। ਉਹੀ ਇੱਕ ਸਟੇਟ ਹੀ ਕਿ ਉਹ ਮੰਨੀ ਬੈਠੇ ਸੀਗੇ ਕਿ ਜਿਹੜਾ ਈਸਟ ਬੰਗਾਲ ਹੈਗਾ ਉਹ ਤਾਂ ਮੁਸਲਮਾਨਾਂ ਦਾ ਹੈਗਾ, ਇਹਨਾਂ ਨੇ ਅੱਡ ਹੋਈ ਨਾ। ਪਰ ਜਿੰਨੇ ਅਸੀਂ ਅੱਜ ਤੱਕ ਪੀੜ੍ਹੀਆਂ ਦੇ ਪੀੜ੍ਹੀ ਸਵਾਲ ਖੜੇ ਕਰਦੇ ਹਾਂ, ਐਵੇਂ ਜਿਹੜੀ ਜੁਝਾਰਵਾਦ ਦੇ ਮੂਵਮੈਂਟ ਦੇ ਵਿੱਚ ਪਾਸ਼ ਹੈਗਾ ਸਾਡੇ ਦੂਸਰੇ ਕਵੀ ਹੈ ਉਸ ਦੌਰ ਦੇ, ਜਿਵੇਂ ਉਹਨਾਂ ਨੇ ਸਵਾਲ ਖੜੇ ਕੀਤੇ ਜਾਂ ਅੱਜ ਵੀ ਸਾਡਾ ਸਿਰਜਣਾਤਮਕ ਜਿਹੜਾ ਲੇਖ ਹੈਗਾ ਉਹ ਸਵਾਲ ਖੜੇ ਕਰਦਾ। ਇਹ ਪੰਜਾਬ ਦੀ ਇੱਕ ਵੱਖਰੀ ਰਵਾਇਤ ਹੈ। ਆਪਾਂ ਜੇ ਪੰਜਾਬ ਬਾਰੇ ਗੱਲ ਕਰਾਂਗੇ ਤਾਂ ਇਹ ਆਪਾਂ ਮਤਲਬ ਇਹ ਸਭ ਧਿਆਨ 'ਚ ਰੱਖਿਆ ਚਾਹੀਦਾ ਕਿ ਅਸੀਂ ਉਹ ਲੋਕ ਹਾਂ ਜਿਹੜੇ ਲਗਾਤਾਰ ਸਵਾਲ ਖੜੇ ਕਰਦੇ। ਇਹ ਤੋਂ ਵੀ ਹੈਰਾਨੀ ਦੀ ਗੱਲ ਇਹ ਹੋਏਗੀ ਜਿਹੜੀ ਕਿ ਇਸ ਕਵਿਤਾ ਦੇ ਵਿੱਚ ਰਾਹੀਂ ਆਪਾਂ ਦੇਖਾਂਗੇ ਦੇਖ ਸਕਦੇ ਕਿਸ ਤਰ੍ਹਾਂ ਕਿ ਅਸੀਂ ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਬਾਰੇ ਮੈਂ ਬਹੁਤ ਹੀ ਘੱਟ ਸੁਣਿਆ ਵੀ ਹਿੰਦੁਸਤਾਨ ਹੈ। ਪੰਜਾਬ ਬਾਰੇ ਹਿੰਦੁਸਤਾਨ ਬਾਰੇ ਗੱਲ ਛੱਡ ਕੇ ਪੰਜਾਬ ਬਾਰੇ ਗੱਲ ਕੀਤੀ। ਪੰਜਾਂ ਦਰਿਆਵਾਂ ਦੀ ਧਰਤੀ ਕਹਿ ਦੇਣਗੇ ਪਰ ਨਾਲ ਦੀਆਂ 2-2.5 ਦਰਿਆ ਬਾਹਰ ਕੱਢ ਦੇਣਗੇ, ਫਿਰ ਆਹੀ ਪੰਜਾਬ। ਤਾਂ ਜਿੰਨਾ ਸਾਡਾ ਜਿਹੜਾ ਇੰਪੋਰਟੈਂਟ ਹੈ ਪੰਜਾਬ, ਉਹ ਜਿਵੇਂ ਇਹਨੂੰ ਹੈਂਡਲ ਕਰਦੇ ਹੋ ਇੱਕ ਸਾਡੀ ਪੱਕੀ ਬਣਦੀ ਆ, ਜਿਹੜੀ ਕਿਹਦੇ ਵਿੱਚ ਬਣਦੀ ਆ ਉਹ ਸਾਡੇ ਪੰਜਾਬੀ ਹੋਣ ਦੇ ਵਿੱਚ ਅਸੀਂ ਮੰਨਦੇ ਹਾਂ। ਮੈਂ ਨਹੀਂ ਕਹਿੰਦਾ ਕਿ ਇਹ ਹੈਗੀ ਆ, ਅਸੀਂ ਆਪਣੇ ਮਨ ਦੇ ਵਿੱਚ ਹੀ ਤਿਆਰ ਕੀਤਾ ਕਿ ਪੰਜਾਬੀ ਹੋਣ ਦੇ ਵਿੱਚ ਅਸਲੀ ਇਹਦੇ ਵਿੱਚੋਂ ਜਿਹੜੀ ਇਹ ਕਵਿਤਾ ਹੈ, ਇਸ ਕਵਿਤਾ ਦਾ ਇੱਕ ਬਹੁਤ ਵੱਡਾ ਨੁਕਤਾ ਪੈਦਾ ਹੁੰਦਾ ਹੈ। ਉਹ ਨੁਕਤਾ ਇਹ ਪੈਦਾ ਹੁੰਦਾ ਹੈ ਕਿ ਹੁਣ ਵਾਲਾ ਜਿਹੜਾ ਪ੍ਰਵਾਸੀ ਕਵੀ ਹੈ, ਜਿਸ 'ਚ ਹਰਪ੍ਰੀਤ ਧੂਤ ਵੀ ਹੈ, ਕੁਲਵੰਤ ਵੀ ਹੈ, ਹੋਰ ਵੀ ਸਾਡੇ ਬਹੁਤ ਸਾਰੇ ਲੇਖਕ ਵੀ ਹੈ, ਨਵੀਂ ਪੀੜ੍ਹੀ ਵਾਲੇ ਜੰਗ ਪੀੜ੍ਹੀ ਵਾਲੇ, ਉਹ ਸਾਰੇ ਇਸ ਸਵਾਲ ਨੂੰ ਐਡਰੈਸ ਨਹੀਂ ਕਰਦੇ ਕਿ ਪ੍ਰਵਾਸੀ ਕੀ ਕਰਦੇ। ਪ੍ਰਵਾਸ ਹੋਣ ਨੂੰ ਵੱਡਾ ਸੱਚ ਨਹੀਂ ਮੰਨਦੇ, ਪ੍ਰਵਾਸ ਦੀਆਂ ਸਥਿਤੀਆਂ ਤੋਂ ਪਾਰ ਜਾ ਕੇ ਪੰਜਾਬੀ ਹੋਣ ਨੂੰ ਵੱਡਾ ਸੱਚ। ਇਸੇ ਕਰਕੇ ਜਿੰਨਾ ਚਿਰ ਪ੍ਰਵਾਸ ਦੀ ਸਿੱਧਾ ਚਿਤਰਨ ਹੁੰਦਾ ਰਿਹਾ, ਭਾਵੇਂ ਨੋਵਲ ਦੇ ਵਿੱਚ ਹੁੰਦਾ ਹੋਵੇ, ਕਹਾਣੀ 'ਚ ਹੁੰਦਾ ਹੋਵੇ ਜਾਂ ਕਵਿਤਾ 'ਚ ਹੁੰਦਾ ਹੋਵੇ, ਜਿਹਨੂੰ ਅਸੀਂ ਮੁੱਢਲਾ ਪ੍ਰਵਾਸੀ ਰਾਈਟਿੰਗ ਕਹਿੰਦੇ, ਕਵਿਤਾ ਦੇ ਵਿੱਚ ਹੁੰਦਾ ਹੋਵੇ, ਘਰ ਦੀ ਤਲਾਸ਼ ਹੁੰਦੀ ਹੋਵੇ, ਜੋ ਮਰਜ਼ੀ ਆਪਾਂ ਕਹਿ ਰਹੀਏ, ਪਰ ਇਸ ਸਵਾਲ ਨੂੰ ਨਹੀਂ, ਆਪਣੀ ਹੋਂਦ ਦੇ ਪ੍ਰਸ਼ਨ ਨੂੰ ਉਹ ਨਹੀਂ ਸੀ। ਪੰਜਾਬੀ ਜਿਹੜੀ ਪ੍ਰਵਾਸੀ ਲਿਖਤ ਹੈਗੀ ਆ, ਲੰਮਾ ਸਮਾਂ ਆਪਣੀ ਹੋਂਦ ਦੇ ਮਸਲੇ ਦੇ ਰੂਪ ਨੂੰ ਚੁਣਦੇ, ਆਪਣੇ ਹਾਲਾਤ ਦੇ ਮਸਲੇ ਨੂੰ ਕਿ ਸਾਡੇ ਹਾਲਾਤ ਕਿਹੇ ਜਿਹੇ, ਇਹਨਾਂ ਹਾਲਾਤਾਂ 'ਚ ਅਸੀਂ ਭਾਈ ਚੱਲਾਂਗੇ ਕਿਵੇਂ, ਜਿਉਂਦੇ ਕਿਵੇਂ ਰਹਾਂਗੇ, ਹੋਣ ਦੇ ਮਸਲੇ ਬਾਰੇ ਉਹਨੂੰ ਗੱਲ ਨਹੀਂ ਸੀ ਕਰਦੀ। ਪਰੰਤੂ ਜਿਹੜੀ ਅੱਜ ਦੀ ਪੰਜਾਬੀ ਕਵਿਤਾ ਹੈ, ਜਿਹੜੀ ਕਵਿਤਾ ਇਸ ਹਰਪ੍ਰੀਤ ਧੂਤ ਦੇ ਜਿਸ ਨੂੰ ਲੈ ਕੇ ਆਉਂਦੀ ਆ, ਉਹ ਕਿਹਦੇ ਮਸਲੇ ਆ, ਉਹ ਆਪਣੀ ਹੋਣ ਦੇ ਪਾਸ਼ ਇੱਕ ਅਜਿਹਾ ਪ੍ਰਤੀਕ ਹੈ ਜਿਹੜਾ ਕਿ ਖਾਸ ਤੌਰ 'ਤੇ ਜਿਸ ਤਰ੍ਹਾਂ ਦੇ ਪ੍ਰਗਤੀਵਾਦੀ ਵਿਚਾਰਧਾਰਾ ਵਾਲੇ ਜਾਂ ਜੁਝਾਰਵਾਦੀ ਜਾਂ ਖਾਸ ਨਜ਼ਰੀਏ ਜਿਹੜੇ ਤਬਦੀਲੀ ਮੰਗਦੇ ਆ, ਤਬਦੀਲੀ ਚਾਹੁੰਦੇ ਆ, ਉਹਨਾਂ ਲਈ ਪਾਸ਼ ਇੱਕ ਵਿਅਕਤੀ ਨਹੀਂ ਹੈ, ਕਵੀ ਨਹੀਂ, ਉਸ ਤੋਂ ਬਾਅਦ ਇੱਕ ਪ੍ਰਤੀਕ। ਜਦੋਂ ਤਬਦੀਲੀ ਹੁੰਦੀ ਨਹੀਂ ਦਿਸਦੀ, ਖੜੋਤ ਦਿਸਦੀ ਹੈ, ਜਦੋਂ ਖੜੋਤ ਦੀ ਜਗੜ ਦੇ ਵਿੱਚ ਤੁਹਾਨੂੰ ਵੀ ਬੰਨਿਆ ਜਾਂਦਾ ਤੇ ਆਪ ਵੀ ਲੋਕ ਬੱਝੇ ਹੁੰਦੇ ਆ, ਉਦੋਂ ਅਸੀਂ ਕਿਸ ਨੂੰ ਕਹਿੰਦੇ ਪਾਸ਼ ਨੂੰ ਇੱਕ ਪ੍ਰਤੀਕ ਦੇ ਤੌਰ 'ਤੇ।
ਤਾਂ ਇਸ ਕਵਿਤਾ ਦੇ ਵਿੱਚ ਜਿਹੜੀ ਪਾਸ਼ ਹੈ, ਪਾਸ਼ ਜਦੋਂ ਪੇਸ਼ ਹੁੰਦਾ ਤਾਂ ਪਾਸ਼ ਇੱਕ ਪ੍ਰਤੀਕ ਦੇ ਤੌਰ ਤੇ ਪੇਸ਼ ਹੁੰਦਾ। ਇਸ ਤੋਂ ਪਹਿਲਾਂ ਦੀ ਜਿਹੜੀ ਲਿਖਤ ਹੈਗੀ ਹੈ, ਜੇ ਆਪਾਂ ਉਸ ਨੂੰ ਕਰੀਏ, ਉਹ ਇਸ ਤਰ੍ਹਾਂ ਦਾ ਸੁਭਾਅ ਨਹੀਂ ਸੀ ਰੱਖਦੀ ਕਿ ਜਦੋਂ ਕਵਿਤਾ ਲਿਖਦੇ ਸੀਗੇ ਜਾਂ ਕਹਾਣੀ ਲਿਖਦੇ ਤਾਂ ਸਿੱਧੀ ਉਹ ਬਿਰਤਾਂਤ ਸਿਰਜ ਦਿੰਦੇ, ਸਿੱਧੇ ਅਰਥ ਪੈਦਾ ਕਰ ਦਿੰਦੇ ਸੀ, ਪਰੰਤੂ ਇੱਕ ਪ੍ਰਤੀਕ ਬਣਾ ਕੇ ਪ੍ਰਸ਼ਨ ਨਹੀਂ ਸੀ। ਜਿਵੇਂ ਖੁਦਾ ਸਾਨ ਖਜ਼ਮਾਨਾ ਕੀਆ ਇੱਕ ਪ੍ਰਤੀਕ ਸੀ, ਇਸੇ ਕਰਕੇ ਇੱਥੇ ਦਾ ਹੋਰ ਕਦੇ ਨਹੀਂ ਸੀ ਯਾਦ ਹੈ, ਇੱਕ ਪ੍ਰਤੀਕ ਸੀ। ਜਿਹੜੀ ਇਹ ਕਵਿਤਾ ਹੈ, ਇਸ ਕਵਿਤਾ ਦਾ ਖਾਸ ਗੁਣ ਇਹ ਹੈ ਕਿ ਇਹ ਪ੍ਰਤੀਕ ਦੀ ਜਿਗਿਆਸਾ ਰੱਖਦੀ। ਇਹਦੇ ਵਿੱਚ ਪਾਸ਼ ਆਉਂਦਾ ਹੈ ਤਾਂ ਉਹ ਇੱਕ ਪ੍ਰਤੀਕ, ਇਕੱਲਾ ਪਾਸ਼ ਹੀ ਨਹੀਂ ਹੈ, ਇਹਦੇ ਵਿੱਚ ਬੁੱਧ ਤੇ ਵੀ ਕਵਿਤਾ, ਜਦੋਂ ਬੁੱਧ ਆਉਂਦਾ ਹੈ ਫਿਰ ਪ੍ਰਤੀਕ ਹੁੰਦੀ। ਇੱਕ ਤਾਂ ਇਹ ਵੀ ਅੱਛਾ ਸਵਾਲ ਵੀ ਇਹਦੇ ਕਮਾਲ ਦੇ ਹੋਵੇ ਤੇ ਕਹੀ ਤਾਂ ਪਸੰਦ ਮਤਲਬ ਮੰਨਣੇ ਵੀ ਔਖੇ ਆ। ਜਿਵੇਂ ਨਾਨਕ ਨੂੰ ਬੁੱਧ ਬਾਰੇ ਪਤਾ ਨਹੀਂ, ਇੱਕ ਲਾਈਨ ਇਹਦੇ ਵਿੱਚ, ਪਰ ਇਹ ਕੀ ਹੈ ਕਿ ਇੱਕ ਸਵਾਲ ਹੈ ਜਿਹੜਾ ਕਿ ਬੁੱਧ ਉੱਤੇ ਖੜਾ ਹੋਣ ਵਾਲਾ ਸਵਾਲ ਹੈ। ਜਿਹੜੀ ਬੁੱਧ ਦੀ ਵਿਰਾਟਤਾ ਹੈ, ਬੁੱਧ ਦੀ ਵਿਸ਼ਾਲਤਾ ਹੈ, ਉਸ ਵਿਸ਼ਾਲਤਾ ਨੂੰ ਈਵਨ ਨਾਨਕ ਵੀ ਇਸ ਤਰ੍ਹਾਂ। ਪਰੰਤੂ ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਜੇ ਆਪਾਂ ਦੇਖੀਏ ਕਿ ਜਿਹੜੀ ਸਾਡੀ ਕਵਿਤਾ ਹੈਗੀ ਹੁਣ ਪ੍ਰਵਾਸੀ ਪੰਜਾਬੀ ਲੇਖਨ ਹੈ, ਉਹ ਆਪਣੇ ਆਪ ਨੂੰ ਪ੍ਰਵਾਸੀ ਹੋਣ ਨੂੰ ਜਾਂ ਪ੍ਰਵਾਸੀ ਹਾਲਾਤ ਨੂੰ ਪਛਾਣ ਨਹੀਂ ਹੁੰਦਾ, ਸਗੋਂ ਪ੍ਰਵਾਸੀ ਹਾਲਾਤ ਤੋਂ ਪਾਸੇ ਜਾ ਕੇ ਪੰਜਾਬੀ ਹੋਣ ਨੂੰ ਆਪਣਾ ਹਾਲਾਤ ਨੂੰ। ਹੁਣ ਸੈਕਿੰਡ ਕੀ ਗੱਲ ਹੈ ਕਿ ਇਹਦਾ ਮਤਲਬ ਜ਼ਿਆਦਾ ਨਹੀਂ ਆਪਾਂ ਵਿਸਤਾਰ ਦੇਦਾ, ਮਤਲਬ ਇਹ ਨਹੀਂ ਕਿ ਸਾਰਾ ਚੰਗਾ ਚੰਗਾ ਹੀ ਹੈ, ਕਿਉਂਕਿ ਮੈਂ ਜ਼ਿਆਦਾ ਇਸ ਵੀ ਨਹੀਂ ਕਹਿ ਕਿ ਇਹਨਾਂ ਨੇ ਕਵਿਤਾ ਬਾਰੇ ਇੰਨਾ ਕੁਝ ਬੋਲਤਾ, ਲੇਖਕ ਬਾਰੇ ਬੋਲਤਾ, ਕਿਤਾਬ ਬਾਰੇ ਬੋਲਤਾ ਕਿ ਕਾਫੀ ਕੁਝ ਕਵਰ ਹੋ ਜਾਂਦਾ ਹੈ ਨਾ, ਹੁਣ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ। ਪਰੰਤੂ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਜਿਹੜੀ ਇਸ ਕਵਿਤਾ ਦੇ ਵਿੱਚ ਹੈ, ਜਿਹੜਾ ਕਿਸੇ ਨੂੰ ਵਿਚਾਰਨ ਦੀ ਲੋੜ ਹੈ। ਕਲਵੰਤ ਬੈਠਾ ਇਹਨਾਂ ਨੂੰ ਵੀ ਇਹਨਾਂ ਨੂੰ ਮੈਂ ਮੁਖਾਤਬ ਹੋ ਕੇ ਕਹਿ ਰਿਹਾ ਕਿ ਇਹ ਕਵਿਤਾ ਕਾਵਿ ਭਾਸ਼ਾ ਸਿਰਜਦੀ ਹੈ, ਪਰੰਤੂ ਕਾਵਿ ਭਾਸ਼ਾ ਸਿਰਜ ਕੇ ਕਾਵਿ ਭਾਸ਼ਾ ਦੇ ਮੰਡਲ ਦੇ ਵਿੱਚ ਗਾਇਬ ਹੋ ਜਾਂਦਾ। ਉਸ ਮੰਡਲ 'ਚ ਕਾਵਿ ਪ੍ਰਤੀਕ ਵੱਲ ਦੀ ਯਾਤਰਾ ਜ਼ਰੂਰ ਹੈ, ਕਿਉਂਕਿ ਪ੍ਰਤੀਕ ਕੀਤੇ ਬਗੈਰ ਸਵਾਲ ਨਹੀਂ ਪੈਦਾ ਹੋ ਸਕਦਾ। ਹੁਣ ਇਹਦੇ ਵਿੱਚ ਪਾਸ਼ ਜਦੋਂ ਪ੍ਰਤੀਕ ਆਉਂਦੇ, ਉਹ ਪ੍ਰਤੀਕ ਜਿਹੜਾ ਪਾਸ਼ ਦਾ ਪ੍ਰਤੀਕ ਸਾਸੀ ਸਿਰਜਿਆ ਹੋਇਆ ਸਾਡੇ ਜਿਹਨ ਦੇ ਵਿੱਚ, ਸਾਡੀ ਭਾਸ਼ਾ ਜਿਹੜਾ ਪਾਸ਼ ਦਾ ਪ੍ਰਤੀਕ ਹੈ, ਉਸ ਪ੍ਰਤੀਕ ਤੱਕ ਤਾਂ ਕਵਿਤਾ ਪਹੁੰਚਦੀ ਹੈ। ਪਰੰਤੂ ਇਹਨੇ ਜਿਹੜਾ ਆਪਣਾ ਇੱਕ ਪ੍ਰਤੀਕ ਸਿਰਜਣਾ ਸੀ, ਉਹ ਪ੍ਰਤੀਕ ਸਿਰਜਣ ਤੋਂ ਇਹ ਥੋੜੀ ਜਿਹੀ ਪਿੱਛੇ ਹੈ। ਇਹ ਕਵਿਤਾ ਸਭ ਜਿਹੜੇ ਪ੍ਰਵਾਸੀ ਪੰਜਾਬੀ ਕਵਿਤਾ ਦੇ ਵਿੱਚ ਹੀ ਨਹੀਂ, ਜਾਂ ਪ੍ਰਵਾਸੀ ਪੰਜਾਬੀ ਕਹਾਣੀ ਦੇ ਵਿੱਚ ਹੀ ਨਹੀਂ, ਸਾਡੀ ਅੱਜ ਦੀ ਜਿਹੜੀ ਪੰਜਾਬੀ ਕਹਾਣੀ ਆ ਉਸ ਦਾ ਵੀ ਇੱਕ ਲੱਛਣ, ਕਿਉਂਕਿ ਅਸੀਂ ਇੱਕ ਭਾਸ਼ਾ ਨੂੰ ਤੋੜ ਕੇ, ਇਹਦੇ 'ਚ ਬਿਲਕੁਲ ਕੋਈ ਦੋ ਰਾਏ ਨਹੀਂ ਕਿ ਜਿਹੜੀ ਸਾਡੀ ਨਵੀਂ ਲੇਖਣੀ ਹੈਗੀ ਹੈ, ਨਵੀਂ ਦਾ ਮਤਲਬ ਇਹ ਨਹੀਂ ਕਿ ਜਮੀ ਨਵੇਂ ਲਿਖ ਰਹੇ ਰਾਣਾ ਹੋਰੀ ਉਸ ਪੀੜ੍ਹੀ ਦੇ ਲੋਕ ਜਿੱਦਾਂ ਰਹਾਸ ਹੋ ਰਹੀ ਹੈ ਨਾ, ਈਵਨ ਡਾਕਟਰ ਸੁਰਿੰਦਰ ਹੋਰੀ ਯਾਨੀ ਕਿ ਉਸ ਦੌਰ ਤੋਂ ਸ਼ੁਰੂ ਹੋਈ ਹੈ ਕਿ ਇਹਨਾਂ ਨੇ ਸਵਾਲ ਖੜੇ ਕੀਤੇ, ਸਵਾਲ ਖੜੇ ਕਰਕੇ ਇੱਕ ਅਲਟਰਨੇਟਿਵ ਭਾਸ਼ਾ ਦੀ ਸਿਰਜਣਾ ਕੀਤੀ। ਇਹਨਾਂ ਜਿਹੜੇ ਸਫਲ ਬੰਦੇ ਸੀ ਉਹ ਤਾਂ ਆਪਣੀ ਭਾਸ਼ਾ ਨੂੰ ਪ੍ਰਤੀਕ ਤੱਕ ਲੈ ਗਏ, ਪਰੰਤੂ ਦੂਜੇ ਕੀ ਕਰ ਗਏ ਕਿ ਆਪਣੀ ਭਾਸ਼ਾ ਸਿਰਜਣ ਦੀ ਤਾਂ ਰਵਾਇਤ ਰੱਖ ਲਈ, ਪਰੰਤੂ ਭਾਸ਼ਾ ਨੂੰ ਕਿੱਥੇ ਤੱਕ, ਪ੍ਰਤੀਕ ਤੱਕ ਨਹੀਂ ਲੈ ਸਕੇ। ਇਸੇ ਲਈ ਹੁਣ ਪਾਸ਼ ਪ੍ਰਤੀਕ ਪ੍ਰੀਤ ਤੇ ਸੁਪਨੇ, ਉਹਦੇ 'ਚ ਮੈਨੂੰ ਐਂ ਲੱਗਦਾ ਕਿ ਪ੍ਰੀਤ ਮੈਨੇ ਜਿਹੜੀ ਸਾਡੇ ਕੋਲ ਹਰਪ੍ਰੀਤ, ਸੁਪਨੇ ਹਰਪ੍ਰੀਤ ਦੇ, ਜਾਂ ਪਾਸ਼ ਪਿਆਰ ਤੇ ਸੁਪਨੇ। ਜਿਹੜੀ ਇਸ ਪ੍ਰਤੀਕ ਦੇ ਵਿੱਚੋਂ ਸਾਨੂੰ ਇਹ ਗੱਲ ਕਲੀਅਰ ਨਹੀਂ ਸਾਨੂੰ ਕਨਵੇ ਹੋ ਸਕੀ। ਕਿਉਂ ਨਹੀਂ ਹੋ ਸਕੀ? ਕਿਉਂਕਿ ਜਿੱਥੇ ਭਾਸ਼ਾ ਦਾ ਪ੍ਰਤੀਕਾਤਮਕ ਪ੍ਰਯੋਗ ਲੈ ਕੇ ਜਾਣਾ ਹੁੰਦਾ, ਜਿੱਥੇ ਉਹਦੇ 'ਚ ਬਹੁ ਅਰਥਕਤਾ ਜਿਸ ਪੱਧਰ ਤੇ ਪੈਦਾ ਹੁੰਦੀ ਹੈ, ਉਸ ਕਿਸਮ ਦੀ ਜਿਹੜੀ ਬਹੁ ਅਰਥਕਤਾ ਪੈਦਾ ਕਰਨ ਦੇ ਲਈ ਇਸ ਸਾਡੀ ਵਿਸ਼ੇ ਅੱਗੇ ਇੱਕ ਹੋਰ ਬੜਾ ਅੱਛਾ ਜਿਹੜਾ ਤੁਹਾਡੇ ਵਿਦਿਆਰਥੀਆਂ ਨਾਲ ਗੱਲ ਕਰਨ ਲਈ ਜਿਹੜਾ ਸੀ ਕਵਿਤਾ ਇਹ ਹਰਪ੍ਰੀਤ ਬਾਰੇ ਦੀ ਆ, ਕਿਉਂਕਿ ਹੁਣ ਅਸੀਂ ਕਰੋਨਾ ਤਾਂ ਕਰਕੇ ਥੱਕ ਗਏ ਹਟ ਕੇ ਚੁੱਪ ਕਰਕੇ ਵੀ ਚੱਲ ਕੀ ਕਹਿਣਾ ਜਾਏ ਤਾਂ ਐਂ ਚੱਲੀ ਜਾਂਦਾ। ਹੁਣ ਇਸ਼ੂ ਇਹ ਹੈਗਾ ਕਿ ਕਰੋਨਾ ਦੇ ਵਿੱਚ ਅਸੀਂ ਸਾਡੇ ਕੋਲ ਕਰੋਨਾ ਦੇ ਟੀਚਿੰਗ ਵਾਲੇ ਕੋਲ ਤੇ ਇੱਕੋ ਕਰੋਨਾ ਵੇਲੇ ਕੀ ਹੋਇਆ, ਆਨਲਾਈਨ ਆਫਲਾਈਨ ਖਤਮ, ਆਨਲਾਈਨ ਸ਼ੁਰੂ। ਇਹ ਤੋਂ ਪਿੱਛੇ ਕੀ ਹੋ ਗਿਆ ਕਿ ਆਨਲਾਈਨ ਬੱਚਿਆਂ ਨੇ ਪੇਪਰ ਦੇ ਦਿੱਤੇ। ਆਨਲਾਈਨ ਦੇਣ ਦਾ ਮਤਲਬ ਹੈ ਨਕਲ ਮਾਰਨੀ। ਇਹ ਜਿਹੇ ਵੀ ਸਾਡੇ ਸਟੂਡੈਂਟ ਹੈ ਜਿਨ੍ਹਾਂ ਨੇ ਕਿਹਾ ਮੈਂ ਤਾਂ ਨਕਲ ਮਾਰਨੀ ਆਪਣੇ ਕੋਲੋਂ ਲਿਖਣਾ ਹੈ। ਹੁਣ ਇੰਟਰਸਟਿੰਗ ਗੱਲ ਹੈ ਵੀ ਜਿਹੜੀ ਇਸ ਕਰੋਨਾ ਦੇ ਪੀੜ ਦੇ ਵਿੱਚ ਆਨਲਾਈਨ ਦੇ ਦੌਰ ਦੇ ਵਿੱਚ ਵੀ ਜਿਹੜਾ ਪੰਜਾਬੀ ਬੰਦਾ, ਪੰਜਾਬ ਹੈ ਜਿਹੜਾ ਸਾਡੇ ਮਨ ਦਾ ਪੰਜਾਬ ਹੈ, ਜਦੋਂ ਅਸੀਂ ਆਪਣੇ ਮਨ 'ਚ ਦੇ ਰੂਬਰੂ ਹੋ ਜਾਣਾ ਜਿਹਦੇ ਅਸੀਂ ਬਸ਼ਿੰਦੇ ਬੰਦੇ, ਉਹਨਾਂ ਨੇ ਇੱਕ ਤਾਂ ਕਿਸਾਨੀ ਘੋਲ ਲੜਿਆ। ਹੁਣ ਕਿਸਾਨੀ ਘੋਲ ਕਰੋਨਾ ਨੇ ਕਿਸਾਨੀ ਘੋਲ ਨੂੰ ਕਿਹਾ ਵੀ ਇਹ ਪੱਕੀ ਗੱਲ ਹੈ। ਹੋਰ ਗੱਲਾਂ ਕਰਕੇ ਮਰ ਗਏ, ਟਰੱਕਾਂ ਥੱਲੇ ਆ ਕੇ ਜ਼ਰੂਰ ਮਰ ਗਏ, ਜਾਂ ਥਾਰ ਥੱਲੇ ਸਾਡੇ ਕਿਸਾਨ ਆ ਕੇ ਮਰ ਗਏ ਕਿਸਾਨ ਕਰੋਨਾ ਨਾਲ। ਤਾਂ ਹੁਣ ਇਹਦੇ ਵਿੱਚ ਕੀ ਹੈਗਾ ਕਿ ਇਸ ਦੌਰ ਦੇ ਵਿੱਚ, ਜਿਸ ਦੌਰ ਦੇ ਵਿੱਚ ਸਾਨੂੰ ਇਹ ਸਿਸਟਮ ਹੈ, ਅਜਿਹੀ ਭਾਸ਼ਾ ਦੀ ਨਿਰਮਾਣਕਾਰੀ ਆ ਕਿ ਆਹ ਹੋ ਗਿਆ ਬਹਿ ਜਾਓ, ਹੁਣ ਆਪਾਂ ਬਦਲਾਅ ਕਰ ਲੈਂਦੇ ਹਾਂ, ਕਰ ਲਓ। ਇਹ ਕੇਸ ਦੇ ਸਮਾਨਾਂਤਰਿਕ ਅਜਿਹੀ ਭਾਸ਼ਾ ਸਿਰਜੀ ਜਾ ਰਹੀ ਹੈ ਜੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਹਰ। ਜਿਵੇਂ ਉਸ ਦੌਰ ਦੇ ਵਿੱਚ ਕਰੋਨਾ ਦੇ ਦੌਰ ਦੇ ਵਿੱਚ ਇੰਨੀ ਵਧੀਆ ਕਿਸਾਨੀ ਦੀ ਸੰਘਰਸ਼ ਪੰਜਾਬ ਵਾਲਿਆਂ ਨੇ ਲੜਿਆ, ਇਵੇਂ ਸਾਡੇ ਕੋਲੇ ਲੇਖਕ ਵੀ ਇਹੋ ਜਿਹੇ ਹੈਗੇ ਜਿਵੇਂ ਆਪਾਂ ਜਿਹਦੇ ਪੰਜ ਤੋਂ ਲਿਖਿਆ। ਇਹਨੇ 2020 ਕਿਤਾਬ ਆਈ ਸੀ, ਤਾਂ ਹੁਣ ਕਿੰਨਾ ਟਾਈਮ
ਤੇ ਇਹਨਾਂ ਨੇ ਕਰੋਨਾ ਦੇ ਪੀੜ ਦੇ ਵਿੱਚ ਆਨਲਾਈਨ ਹੋਣ ਦੇ ਬਾਅਦ ਮਤਲਬ ਜਦੋਂ ਕਿ ਬੰਦ ਹੋ ਗਏ ਤਾਂ ਕੰਮ ਦਫ਼ਤਰ ਬੰਦ ਹੋ ਗਏ ਤੇ ਕਵਿਤਾਵਾਂ ਤੇ ਕਵਿਤਾਵਾਂ 'ਚ ਕਿਸ ਨੂੰ ਐਡਰੈਸ ਕੀਤਾ ਹੈ? ਪਾਸ਼ ਨੂੰ। ਕਿਸ ਨੂੰ ਐਡਰੈਸ ਕੀਤਾ ਹੈ? ਬੁੱਧ ਨੂੰ। ਕਿਸ ਨੂੰ ਐਡਰੈਸ ਕੀਤਾ ਹੈ? ਬੁੱਲੇ ਸ਼ਾਹ ਨੂੰ। ਕਿਸ ਨੂੰ ਐਡਰੈਸ ਕੀਤਾ ਹੈ? ਵਾਰਸ ਨੂੰ। ਕਿਸ ਨੂੰ ਐਡਰੈਸ ਕੀਤਾ ਹੈ? ਨਾਨਕ। ਕਰੋਨਾ ਨੂੰ ਐਡਰੈਸ ਕੀਤਾ ਤਾਂ ਐਂ ਕੀਤਾ ਵੀ ਇਹਨੂੰ ਕੀ ਸਮਝ ਆਪਾਂ ਕਰੋਨਾ ਨੂੰ ਮਿਨੀਮਾਈਜ਼ ਕੀਤਾ ਗਿਆ। ਕਿਸ ਨੂੰ ਮੈਕਸਿਮਾਈਜ਼ ਕੀਤਾ ਗਿਆ? ਜਿਹੜੇ ਸਾਡੇ ਇੱਥੋਂ ਦੇ ਪ੍ਰਤੀਕ। ਇਹ ਸਾਡੇ ਲਈ ਵੀ ਪ੍ਰੇਰਨਾ ਹੈਗੀ ਆ ਕਿ ਅਸੀਂ ਜਿਹੜੀ ਇੱਕ ਸਾਡੇ ਦੁਆਲੇ ਪ੍ਰਚਲਿਤ ਭਾਸ਼ਾ ਵੀ ਜਿਵੇਂ ਹੁਣ ਪ੍ਰਚਲਿਤ ਭਾਸ਼ਾ ਵੀ ਸਾਡੇ ਜਵਾਕ ਬਾਹਰ ਚਲੇ ਜਾਂਦੇ, ਇਹ ਵੀ ਸਾਡੇ ਦੁਆਲੇ ਇੱਕ ਪ੍ਰਚਲਿਤ ਕੀਤੀ ਜਾ ਰਹੀ ਭਾਸ਼ਾ, ਤਾਂ ਉਹਨੂੰ ਅਸੀਂ ਭਾਸ਼ਾ ਵਿਗਿਆਨ 'ਚ ਕਿਹਾ ਜਾਂਦਾ ਵੀ ਐਕਟਿਵ ਸਪੀਚ ਕਮਿਊਨਿਟੀ, ਐਕਟਿਵ ਸਪੀਚ ਮੈਸੇਜ ਹੈ ਨਾ। ਇਹ ਸਾਡੇ ਤੇ ਡਿਪੈਂਡ ਕਰਦਾ ਹੈ ਵੀ ਜਿਵੇਂ ਅੱਗੇ ਕਹਿੰਦਾ ਨਾ ਵੀ ਕਰੋਨਾ ਆ ਗਿਆ ਤਾਂ ਆਨਲਾਈਨ ਹੋ ਜਾਏ, ਆਨਲਾਈਨ ਹੋ ਜਾਏ ਆਨਲਾਈਨ। ਬਲਕਿ ਮੇਰੇ ਕੋਲ ਕਿਤਾਬ ਛਾਪਣ ਲਈ ਮੈਂ ਡਾਇਰੈਕਟਰ ਪਬਲਿਕੇਸ਼ਨ ਬਿਊਰੋ ਸੀ ਵੀ ਛਾਪਣ ਲਈ ਆ ਗਏ, ਕਹਿੰਦੇ ਵੀ ਅਸੀਂ ਪ੍ਰੋਸੀਡਿੰਗ ਤਿਆਰ ਕੀਤੀ ਹੈ ਵੀ ਕਰੋਨਾ ਦਾ ਕੀ ਅਸਰ ਪਿਆ। ਮੈਂ ਕਿਹਾ ਜੀ ਕੱਲ੍ਹ ਨੂੰ ਪਤਾ ਨਹੀਂ ਕੀ ਪੈਣਾ ਹੈ, ਹੁਣ ਤੁਸੀਂ ਕਾਹਦੇ ਲਈ ਪ੍ਰੋਸੀਡਿੰਗ ਕਰਦੇ ਹੋ ਵੀ ਅਸੀਂ ਕਿਉਂ ਛਾਪਾਂਗੇ। ਤੇ ਇੱਕ ਤਾਂ ਉਹ ਲੈਂਗੁਏਜ ਹੈ ਜਿਹੜੀ ਸਾਡੇ ਦੁਆਲੇ ਸਪਰੈਡਡ ਹੋਵੇ, ਜਿਹੜੀ ਸਾਡੇ ਕੋਲ ਫੈਲਾਈ ਜਾਂਦੀ। ਆਪਾਂ ਇਹ ਨਹੀਂ ਕਹਿੰਦੇ ਕੌਣ ਫੈਲਾਉਂਦਾ ਕੀ ਨਹੀਂ, ਪਰ ਇੱਕ ਫੈਲਾਈ ਜਾਂਦੀ। ਇੱਕ ਹੈਗੀ ਆ ਕਿ ਅਸੀਂ ਆਪਣੀ ਭਾਸ਼ਾ ਸਿਰਜਣੀ। ਤੁਹਾਡੀ ਮੌਲਿਕਤਾ ਤੇ ਸਿਰਜਣਵਾਦਾ ਕਾਹਦੇ ਵਿੱਚ ਹੈ? ਫਲਾਈ ਭਾਸ਼ਾ ਨੂੰ ਬੋਲਣ 'ਚ ਨਹੀਂ ਹੈ, ਕਾਜ਼ ਦੇ ਵਿੱਚ ਆਪਣੀ ਭਾਸ਼ਾ ਨੂੰ ਸਿਰਜਣ। ਇਸ ਕਰਕੇ ਮੈਂ ਇਸ ਕਿਤਾਬ ਦੀ ਇਸ ਲਈ ਵੀ ਐਪਰੀਸ਼ੀਏਟ ਕਰਦਾ ਤੇ ਮੁਬਾਰਕਬਾਦ ਦੇਣਾ ਹਰ ਚੀਜ਼ ਨੂੰ ਵੀ ਤੁਹਾਨੂੰ ਸਾਰੇ ਕਰਨ ਵਾਲਾ ਨੇ ਕਿ ਜਿਹੜੀ ਸਾਡੀ ਫਲਾਈ ਭਾਸ਼ਾ ਹੈ ਉਸ ਭਾਸ਼ਾ ਤੋਂ ਆ ਕੇ ਇਹਨਾਂ ਨੇ ਇੱਕ ਮੌਲਿਕ ਭਾਸ਼ਾ ਦੀ ਸਿਰਜਣਾ ਕੀਤੀ। ਹੋਰ ਬੜੀਆਂ ਬਹੁਤ ਕਾਫੀ ਸਾਰੀਆਂ ਗੱਲਾਂ ਕਰ ਸਕਦੇ ਹਾਂ ਤੇ ਕਰਨ ਨੂੰ ਜਿੱਦ ਕਰਦੇ ਪਰੰਤੂ ਟਾਈਮ ਨੂੰ ਧਿਆਨ ਜਿਹੜੀ ਸਾਡੀ ਲੰਬੀ ਪੁਰਾਣੀ ਪਰੰਪਰਾ ਹੈ ਉਸ ਦੇ ਨਾਲ ਵਾਸਤਾ ਕਰਦੀ ਹੈ, ਅਪਡੇਟ ਕਰਦੀ ਹੈ। ਇਸ ਲਈ ਇਹਨਾਂ ਦਾ ਬਹੁਤ ਸ਼ੁਕਰੀਆ। ਜਦੋਂ ਕੋਈ ਵੀ ਵਿਦਵਾਨ ਉਸੇ ਰਚਨਾ ਬਾਰੇ ਕਿਤਾਬ ਬਾਰੇ ਬੋਲਦਾ ਹੈ ਤਾਂ ਹਰ ਇੱਕ ਨਵੀਂ ਗੱਲ ਲੈ ਕੇ ਆਉਂਦਾ ਹੈ ਔਰ ਹਰੇਕ ਤੋਂ ਇੱਕ ਗੱਲ ਅਸੀਂ ਸਿੱਖ ਜੀਏ, ਹਰ ਰੋਜ਼ ਇੱਕ ਗੱਲ ਸਿੱਖ ਜੀਏ ਤਾਂ 365 ਦਿਨਾਂ 'ਚ ਖਾਸੀਆਂ ਗੱਲਾਂ ਸਿੱਖ ਜਾਂਦੇ ਹਾਂ। ਸੋ ਬਹੁਤ ਸ਼ੁਕਰੀਆ ਇਹਨਾਂ ਦਾ, ਇਹ ਬੜੀ ਅੱਛੀ ਗੱਲ ਇਹਨਾਂ ਨੇ ਸਵਾਲ ਬਾਰੀ ਅੰਡਰਲਾਈਨ ਕੀਤੀ। ਹੁਣ ਮੈਂ ਡਾਕਟਰ ਧਨਵੰਤ ਕੌਰ ਹੋਣਾ ਨੂੰ ਚਲੋ ਇਹਨਾਂ ਦੇ ਕਹਿਣ ਅਨੁਸਾਰ ਮੇਰਾ ਦਿਲ ਕਰਦਾ ਸੀ ਉਹਨਾਂ ਦੀਆਂ ਗੱਲਾਂ ਤੇ ਉਹਨਾਂ ਦੇ ਹੁਕਮ ਅਨੁਸਾਰ ਕਿ ਸਾਡੇ ਹਿੱਸੇ ਦਾ ਸਮਾਂ ਤੇ ਗੱਲਾਂ ਕੁਲਵੰਤ ਸੇਖੋਂ ਹੋਣਾ ਨੂੰ ਦੇ ਦਿਓ। ਉਹਨਾਂ ਤੋਂ ਪਹਿਲਾਂ ਇੱਕ ਇਸੇ ਕਾਲਜ ਦੇ ਵਿੱਚ, ਕਿਉਂਕਿ ਵਿਦਿਆਰਥੀ ਵੀ ਬਹੁਤ ਸਾਰੇ ਬੈਠੇ ਨੇ, ਅਧਿਆਪਕ ਵੀ ਨੇ ਇਹਨਾਂ ਦੇ ਵਿੱਚ, ਇਸ ਕਾਲਜ ਦੇ ਇੱਕ ਅਧਿਆਪਕ ਪ੍ਰੋਫੈਸਰ ਬਲਜੀਤ ਕੌਰ ਇਸ ਕਿਤਾਬ ਬਾਰੇ, ਕਵਿਤਾ ਬਾਰੇ ਆਪਣੇ 5 ਮਿੰਟ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਮੰਚ ਤੇ ਆਉਣ। ਸਾਹਿਤਕ ਸ਼ਖਸੀਅਤਾਂ ਜਿਹੜੀਆਂ ਨੇ ਵਿਰਾਜਮਾਨ ਹਨ, ਉਹਨਾਂ ਅੱਗੇ ਮੈਂ ਇੱਕ ਤੁੱਛ ਜਿਹੀ ਹੱਸਦੀ ਹਾਂ ਤੇ ਉਹਨਾਂ ਦੇ ਸਾਹਮਣੇ ਮੇਰੇ ਲਈ ਬੋਲਣਾ ਜਿਹੜਾ ਹੈਗਾ ਬਹੁਤ ਜ਼ਿਆਦਾ ਮੁਸ਼ਕਿਲ ਆ। ਤੇ ਫਿਰ ਵੀ ਮੈਂ ਜਿਹੜੀ ਇਹ ਹਰਪ੍ਰੀਤ ਕੌਰ ਧੂਤ ਦੀ ਕਿਤਾਬ ਆ, ਪਾਸ਼ ਪ੍ਰੀਤ ਤੇ ਸੁਪਨੇ, ਉਸ ਸੰਬੰਧੀ 2-4 ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੀ। ਹਰਪ੍ਰੀਤ ਕੌਰ ਧੂਤ ਦੀ ਕਿਤਾਬ ਮੈਂ ਅੱਜ ਸਵੇਰੇ ਕੁਝ ਕੁ ਪੁਆਇੰਟਸ ਜਿਹੜੀਆਂ ਹੈਗੀਆਂ ਦੇਖੀਆਂ, ਤਾਂ ਉਹਨਾਂ ਨੂੰ ਦੇਖਣ ਤੋਂ ਬਾਅਦ ਮੈਂ ਦੇਖਿਆ ਕਿ ਉਹਨਾਂ ਨੇ ਜ਼ਿੰਦਗੀ ਦੇ ਲਗਭਗ ਸਾਰੇ ਵਿਸ਼ਿਆਂ ਨੂੰ ਜਿਹੜਾ ਹੈਗਾ ਛੋਇਆ ਹੋਇਆ ਵਾ ਆਪਣੀ ਇਸ ਕਿਤਾਬ ਦੇ ਵਿੱਚ। ਕਿਤੇ ਨਾ ਕਿਤੇ ਵਿਸ਼ੇ ਜਿਹੜੇ ਹੈਗੇ ਆ ਗੌਣ ਰੂਪ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਆ। ਉਹਨਾਂ ਨੇ ਨਾਰੀਵਾਦ ਦੀ ਗੱਲ ਕੀਤੀ ਆ, ਨਸ਼ਿਆਂ ਦੀ, ਸਮਾਜਿਕ ਬੁਰਾਈਆਂ ਦੀ ਗੱਲ ਕੀਤੀ ਆ, ਦਰਦ ਦੀ ਗੱਲ ਕੀਤੀ ਆ। 1984 ਦੇ ਟਾਈਮ ਦੇ ਵਿੱਚ ਜੋ ਅਸੀਂ ਸੰਤਾਪ ਭੋਗਿਆ ਉਸ ਸੰਬੰਧੀ ਜ਼ਿਕਰ ਕੀਤਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਪੁਸਤਕ ਦੇ ਵਿੱਚ ਚੰਗੀ ਲੱਗੀ ਕਿ ਹਰੇਕ ਚੀਜ਼ ਨੂੰ, ਸਮਾਜਿਕ ਬੁਰਾਈ ਜਿਹੜੀ ਹੈਗੀ ਆ ਉਹਨੂੰ ਕਿਸੇ ਨਾ ਕਿਸੇ, ਜਿਵੇਂ ਬਗਲੇ ਦੇ ਨਾਲ ਨਸ਼ਾ ਕਵਿਤਾ ਜਿਹੜੀ ਹੈਗੀ ਆ ਉਹਦੇ ਵਿੱਚ ਬਗਲੇ ਦੇ ਨਾਲ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਕਰ ਰਹੀ ਹੈਗੀ ਆ ਉਹਨੂੰ ਕੰਪੇਅਰ ਕੀਤਾ ਗਿਆ ਕਿ ਇੱਕ ਬਗਲਾ ਜਿਹੜਾ ਚਿੱਟਾ ਬਗਲਾ ਉਹ ਆਪਣੇ ਪਰਿਵਾਰ ਨੂੰ ਦਾਣਾ ਦੇਣ ਦੇ ਲਈ, ਚੋਗਾ ਦੇਣ ਦੇ ਲਈ ਮਿਹਨਤ ਕਰ ਰਿਹਾ ਵਾ, ਮੁਸ਼ੱਕਤ ਕਰ ਰਿਹਾ ਵਾ। ਪਰ ਨੌਜਵਾਨ ਜਿਹੜਾ ਹੈਗਾ, ਅੱਜ ਦਾ ਨੌਜਵਾਨ ਜਿਹੜਾ ਹੈਗਾ ਉਹ ਨਸ਼ਿਆਂ ਦੇ ਵਿੱਚ, ਨਸ਼ਿਆਂ ਦੀ ਲੱਤ ਦੇ ਵਿੱਚ ਪੈ ਚੁੱਕਿਆ ਵਾ, ਨਸ਼ਿਆਂ ਵਿੱਚ ਗੁਲਤਾਨ ਹੋ ਚੁੱਕਿਆ ਵਾ। ਜਿਸ ਕਰਕੇ ਮਤਲਬ ਬਗਲਾ ਇਹ ਕਹਿ ਰਿਹਾ ਵਾ ਕਿ
कि अज का जिहड़ा इंसान आ उहदे नालों मतलब कि मेरी जिंदगी जिहड़ी हैगी आ वो वधिया वा। इसे तरह तमाशबीन जिहड़ी उन्हां दी कविता वा उहदे विच इंसान की क्रूरता का जिक्र किया वा। इंसान जिहड़ा हैगा उहदे विच दया भावना नहीं रही हैगी, क्रूर हो चुकिया वा। ते एक जिवें आम ही आ कि असीं देखदे हैं कि सड़क हादसे हुंदे आ तां उहदे विच सड़क हादसिਆਂ ਦੇ ਵਿੱਚ बड़े ਜ਼ਖਮੀ ਹੁੰਦੇ ਆ ਤੇ ਇੱਥੋਂ तक मौतां भी ਹੁੰਦੀਆਂ ਨੇ। ਤੇ बहुत ही भावुक दृष्टि ਦੇ ਨਾਲ कवित्री ਜਿਹੜੀ ਆ ਉਹਨੇ ਇਹ ਪੇਸ਼ ਕੀਤਾ ਕਿ ਮਰ ਚੁੱਕਾ ਇਨਸਾਨ ਜਿਹੜਾ ਹੈਗਾ ਉਹਦੀ ਕੋਈ ਵੀ ਮਦਦ ਨਹੀਂ ਕਰ ਰਿਹਾ ਹੈਗਾ, ਪਰ ਇੱਕ ਜਾਨਵਰ ਜਿਹੜਾ ਹੈਗਾ ਮਨੁੱਖ ਦੇ ਨਾਲੋਂ ਇੱਕ ਜਾਨਵਰ ਦੀ ਮਹੱਤਤਾ ਨੂੰ ਪੇਸ਼ ਕੀਤਾ ਕਿ ਮਨੁੱਖ ਦੇ ਨਾਲੋਂ ਜਿਹੜਾ ਹੈਗਾ ਕੁੱਤਾ ਉਹ ਜ਼ਿਆਦਾ ਸਮਝਦਾਰ ਆ, ਉਹਦੇ ਵਿੱਚ ਜ਼ਿਆਦਾ ਭਾਵੁਕਤਾ, ਕਿਉਂਕਿ ਇੱਕ ਕੁੱਤਾ ਜਦੋਂ ਭੌਂਕਦਾ ਹੈਗਾ ਤਾਂ ਹੋਰ ਕੁੱਤੇ ਉਹਦੀ ਮਦਦ ਦੇ ਲਈ ਇਕੱਠੇ ਹੋ ਜਾਂਦੇ ਆ। ਤਾਂ ਅਸੀਂ ਇਨਸਾਨ ਹੋ ਕੇ ਵੀ ਸਾਡੇ ਵਿੱਚ ਇਨਸਾਨੀਅਤ ਅੱਜ ਦੇ ਸਮੇਂ ਖਤਮ ਹੋ ਚੁੱਕੀ ਆ ਕਿ ਅਸੀਂ ਕਿਸੇ ਲੋੜਵੰਦ ਦੀ ਅੱਜ ਮਦਦ ਨਹੀਂ ਕਰ ਰਹੇ ਹਾਂ। ਇਸੇ ਤਰ੍ਹਾਂ ਪ੍ਰਗਤੀਵਾਦ ਧਾਰਾ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਨੇ, ਜਿਵੇਂ ਕਿ ਉਹਨਾਂ ਦੀ ਕਵਿਤਾ ਹੈਗੀ ਆ ਪੂੰਜੀਵਾਦ, ਬੇਖਬਰ ਤੇ ਹੁਣ। ਇਹ ਮਤਲਬ ਮੈਨੂੰ ਜਿਹੜੀਆਂ ਇਹ 3 ਪੋਇਮਸ ਜਿਹੜੀਆਂ 3 ਕਵਿਤਾਵਾਂ ਨੇ ਇਹਦੇ ਵਿੱਚ ਮੈਨੂੰ ਇਹ ਦੇਖਣ ਨੂੰ ਮਿਲਿਆ ਕਿ ਅੱਜ ਦੇ ਸਮੇਂ ਵਿੱਚ ਵੀ ਜਿਹੜੇ ਅਮੀਰ ਵਰਗ ਹੈਗਾ ਉਹ ਗਰੀਬ ਵਰਗ ਦਾ ਸ਼ੋਸ਼ਣ ਕਰ ਰਿਹਾ ਵਾ। ਅੱਜ ਦੇ ਸਮੇਂ ਵੀ ਲੁੱਟ ਖਸੁੱਟ ਹੋ ਰਹੀ ਹੈਗੀ ਆ ਤੇ ਚੰਦ ਕੋ ਜਿਹੜੇ ਲੋਕ ਹੈਗੇ ਆ ਉਹ ਆਮ ਜਨਤਾ ਦਾ ਜਿਹੜਾ ਹੈਗਾ ਸ਼ੋਸ਼ਣ ਕਰ ਰਹੇ ਹੈਗੇ ਆ। ਪ੍ਰਗਤੀਵਾਦ ਧਾਰਾ ਦੇ ਨਾਲ ਇਹ ਸੰਬੰਧਿਤ ਕਵਿਤਾ ਹੈਗੀ ਆ, ਜਿਵੇਂ ਕਿ ਉਹ ਕਹਿ ਰਹੇ ਨੇ, ਇਸ ਸ਼ਹਿਰ ਦੇ ਬਸ਼ਿੰਦੇ ਮੇਰੇ ਸੁਪਨਿਆਂ ਦੀ ਮੰਗਦੇ ਨੇ ਕੁਰਬਾਨੀ, ਮੇਰੀ ਸੋਚ ਤੇ ਮੇਰੇ ਫੈਸਲੇ ਇਹਨਾਂ ਦੀ ਹੁਕਮ ਅਦੁੱਲੀ ਨਹੀਂ ਕਰਦੇ। ਮਤਲਬ ਕਿ ਜਿਹੜਾ ਸਾਡੇ ਤੇ ਰਾਜ ਕਰਦਾ ਵਾ ਜਾਂ ਸਾਡੇ ਤੋਂ ਉੱਪਰਲੀ ਸ਼੍ਰੇਣੀ ਹੈਗੀ ਆ, ਉਹ ਕਦੇ ਵੀ ਸਾਡੀ ਸੋਚ, ਜੇ ਅਸੀਂ ਆਪਣੀ ਸੋਚ ਨੂੰ, ਆਪਣੀ ਸੂਝ ਨੂੰ, ਆਪਣੇ ਗਿਆਨ ਨੂੰ ਉਹਨਾਂ ਦੇ ਅੱਗੇ ਰੱਖਦੇ ਆ ਤਾਂ ਉਸ ਚੀਜ਼ ਨੂੰ ਉਹ ਐਕਸੈਪਟ ਨਹੀਂ ਕਰਦੇ ਹੈਗੇ। ਇਸੇ ਤਰ੍ਹਾਂ ਦਰਦ ਕਹਾਣੀ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ 1984 ਦੇ ਵਿੱਚ ਸਿੱਖਾਂ ਦੀ ਹੋਈ ਕਤਲੋ ਗਾਰਤ ਨੂੰ ਇਸ ਵਿੱਚ ਪੇਸ਼ ਕੀਤਾ ਵਾ। ਕਹਿੰਦੇ ਨੇ ਕਿ ਅਣਗਿਣਤ ਕਈ ਮਾਰ ਮੁਕਾਏ ਅਣਗਿਣਤ ਕਈ ਮਾਰ ਮੁਕਾਏ ਗਲਾਂ 'ਚ ਬਲਦੇ ਟਾਇਟ ਸੀ ਪਾਏ, ਜਿਉਂਦੇ ਜੀ ਗਏ ਜਲਾਏ, ਪੁੱਤਰ ਘਰ ਵਾਪਸ ਨਾ ਆਏ। ਬੱਚੇ ਹਰ ਰਚਨਾ ਜਿਹੜੀ ਹੈਗੀ ਆ ਜਿਵੇਂ ਸਿੱਕੇ ਦੇ 2 ਪਹਿਲੂ ਹੁੰਦੇ ਨੇ, ਉਸੇ ਤਰ੍ਹਾਂ ਹਰ ਰਚਨਾ ਦੇ 2 ਪਹਿਲੂ ਨੇ। ਇੱਕ ਹੈਗਾ ਵਿਸ਼ਾ ਤੇ ਦੂਸਰਾ ਰੂਪ। ਵਿਸ਼ਾ ਜਿਹੜਾ ਹੈਗਾ ਅਲੱਗ-ਅਲੱਗ ਵਿਸ਼ੇ ਲਏ ਗਏ ਨੇ ਇਸ ਬੁੱਕ ਦੇ ਵਿੱਚ, ਇਸ ਕਿਤਾਬ ਦੇ ਵਿੱਚ, ਜਿਨ੍ਹਾਂ ਨੂੰ ਸਾਰੇ ਵਿਸ਼ਿਆਂ ਨੂੰ ਬਿਆਨ ਕਰ ਸਕਣਾ ਜਿਹੜਾ ਹੈਗਾ ਮੁਸ਼ਕਿਲ ਆ। ਤੇ ਵਿਸ਼ਾ ਕੀ ਆ? ਵਿਚਾਰ ਆ। ਉਹਨਾਂ ਨੇ ਮਤਲਬ ਕਿ ਵਿਚਾਰ ਜਿਹੜੇ ਹੈਗੇ ਆ ਉਹ ਲਏ ਨੇ ਤੇ ਉਹਨਾਂ ਨੂੰ ਅਲੰਕਾਰਾਂ ਦੇ ਵਿੱਚ, ਬਿੰਬਾਂ ਦੇ ਵਿੱਚ, ਰਸ ਦੇ ਵਿੱਚ ਸਾਡੇ ਸਾਹਮਣੇ ਭਾਸ਼ਾ ਸ਼ੈਲੀ ਦੇ ਵਿੱਚ ਪੇਸ਼ ਕੀਤਾ ਵਾ, ਸਾਡੇ ਸਾਹਮਣੇ ਰੱਖਿਆ ਵਾ। ਉਹ ਉਸ ਰਚਨਾ ਦਾ ਰੂਪ ਆ। ਹੁਣ ਜਿਵੇਂ ਇਹ ਦਰਦ ਕਵਿਤਾ ਜਿਹੜੀ ਹੈਗੀ ਆ, ਜਿਹਦੇ ਵਿੱਚ 1984 ਦੇ ਵਿੱਚ ਸਿੱਖਾਂ ਦੇ ਨਾਲ ਜੋ ਕਤਲੋ ਗਾਰਤ ਹੋਈ ਆ ਉਸ ਦਾ ਜ਼ਿਕਰ ਆ। ਅਣਗਿਣਤ ਕਈ ਮਾਰ ਮੁਕਾਏ ਗਲਾਂ 'ਚ ਬਲਦੇ ਟਾਇਰ ਸੀ ਪਾਏ, ਜਿਉਂਦੇ ਜੀ ਗਏ ਜਲਾਏ, ਪੁੱਤਰ ਘਰ ਵਾਪਸ ਨਾ ਆਏ। ਬੱਚੇ ਇਹਦੇ ਵਿੱਚ ਰਸ ਜਿਹੜਾ ਹੈਗਾ, ਕੜਨਾ ਰਸ ਪੈਦਾ ਹੋ ਰਿਹਾ, ਕੜਨਾ ਰਸ ਸਾਡੇ ਦਿਲ ਦੇ ਵਿੱਚ ਦਰਦ ਪੈਦਾ ਹੋ ਰਿਹਾ। ਮਤਲਬ ਪੜ੍ਹਨ ਦੇ ਬਾਅਦ, ਰਚਨਾ ਨੂੰ ਪੜ੍ਹਨ ਤੋਂ ਬਾਅਦ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਕੁਲਵੰਤ ਸਿੰਘ ਹੋਣਾ ਦਾ ਬਹੁਤ-ਬਹੁਤ ਸ਼ੁਕਰੀਆ ਕਿ ਇਹਨਾਂ ਨੇ 2-3 ਗੱਲਾਂ ਜਿਹੜੀ ਇਹਨਾਂ ਨੇ ਸ਼ਾਇਰੀ ਕੀਤੀ ਉਹ ਤਾਂ ਹੈ ਹੀ ਕਮਾਲ। ਜਦੋਂ ਇਹਨਾਂ ਨੇ ਉਹ ਸ਼ਾਇਰੀ ਕੀਤੀ ਤਾਂ ਸਾਰਿਆਂ ਦੇ ਚਿਹਰੇ ਸੀ ਜਿਹੜੇ ਉਹ ਖਿੜ ਉੱਠੇ ਵੀ ਆਹ ਬੰਦਾ ਕਮਾਲ ਦੀਆਂ ਗੱਲਾਂ ਕਰਨ ਲੱਗਿਆ। ਉਹ ਪਹਿਲੇ ਤਾਂ ਉਹੀ ਬੋਲੀ ਗਏ ਨੇ ਕੁਛ ਹੋਰੇ। ਇਹ ਨੌਜਵਾਨ ਹੋਣ ਦੀ ਨਿਸ਼ਾਨੀ ਹੈ। ਇਹਨਾਂ ਨੇ ਨੌਜਵਾਨ ਭਾਸ਼ਾ ਦੇ ਵਿੱਚ ਜਿਹੜੀ ਸ਼ਾਇਰੀ ਕੀਤੀ, ਤੁਹਾਨੂੰ ਉਹ ਪਸੰਦ ਆਈ, ਸਾਡਾ ਸਮਾਗਮ ਹੈ ਜਿਹੜਾ ਉਹ ਚੰਗਾ ਹੋ ਨਿਬੜਿਆ। ਦੂਸਰੀ ਗੱਲ, ਅਮਰੀਕਾ ਦੇ ਵਿੱਚ ਇਹ ਰਹਿੰਦੇ ਨੇ
ਇਹਨਾਂ ਨੇ ਗੱਲਾਂ ਦੇ ਵਿੱਚ ਵਾਰ-ਵਾਰ ਇੱਕ ਸ਼ਬਦ ਵਰਤਿਆ ਕਿ ਮੇਰਾ ਤਾਂ ਦੇਸੀ ਸਟਾਈਲ ਹੈ। ਜਿਹੜੇ ਬੰਦੇ ਨੇ ਆਪਣਾ ਉੱਥੇ ਅਮਰੀਕਾ ਦੇ ਵਿੱਚ, ਇਹਨਾਂ ਨੇ ਪੁੱਛਿਆ ਕਿੰਨੇ ਸਾਲ ਤੋਂ ਰਹਿੰਦੇ ਹੋ, ਕਹਿੰਦੇ 30 ਸਾਲ ਤੋਂ। 30 ਸਾਲ ਤੋਂ ਜਿਹਨੇ ਆਪਣਾ ਉਹ ਦੇਸੀ ਸਟਾਈਲ ਸੰਭਾਲ ਕੇ ਰੱਖਿਆ, ਉਹੀ ਨੌਜਵਾਨ ਭਾਸ਼ਾ ਦੇ ਵਿੱਚ ਸ਼ਾਇਰੀ ਅੱਜ ਵੀ ਕਰ ਸਕਦਾ, ਜਿਹਨੂੰ ਵੇਖ ਕੇ ਤੁਹਾਡੇ ਚਿਹਰੇ ਖਿੜ ਗਏ ਸੀ। ਇੱਕ ਗੱਲ ਹੋਰ, ਜਿਹੜੀ ਇਹ ਮੈਕਸੀਕੋ ਦਾ ਬਾਰਡਰ ਕ੍ਰਾਸ ਕਰਨ ਵੇਲੇ ਬੰਸਰੀ ਤੇ ਡਾਇਰੀ ਸਿੱਟਣੀ ਪਈ ਸੀ, ਮੈਨੂੰ ਲੱਗਦਾ ਕਿ ਉਹ ਫਿਜ਼ੀਕਲ ਤੌਰ ਤੇ, ਵਸਤੂਗਤ ਤੌਰ ਤੇ ਗਿਰ ਗਈ ਸੀ, ਪਰ ਉਹ ਅੱਜ ਵੀ ਇਹਨਾਂ ਦੇ ਨਾਲ ਆ। ਉਹ ਬੰਸਰੀ ਤੇ ਉਹ ਡਾਇਰੀ, ਇਹਨਾਂ ਦੀ ਸ਼ਾਇਰੀ ਦੇ ਵਿੱਚ ਉਹ ਬੰਸਰੀ ਵੱਜਦੀ ਆ। ਜਿਹੜੇ ਇਹ ਲਿਖਦੇ ਨੇ, ਕਿਤੇ ਵੀ ਲਿਖਦੇ ਹੋਣ, ਚਾਹੇ ਮੋਬਾਈਲ 'ਚ, ਪਰ ਲਿਖਿਆ ਉਹ ਡਾਇਰੀ ਦੇ ਉੱਤੇ ਹੀ ਜਾਂਦਾ ਉਹ ਜਿਹੜਾ ਵੀ ਲਿਖਦੇ ਨੇ। ਇਸ ਲਈ ਕਿਰਪਾ ਕਰਕੇ ਸਾਰੇ ਵਿਦਿਆਰਥੀ ਇਹਨਾਂ ਦੀ ਨੌਜਵਾਨ ਸ਼ਾਇਰੀ, ਨੌਜਵਾਨ ਭਾਸ਼ਾ, ਉਹ ਬੰਸਰੀ ਤੇ ਉਹ ਡਾਇਰੀ, ਉਹਦੇ ਵਾਸਤੇ ਪਲੀਜ਼ ਤਾੜੀਆਂ ਜ਼ਰੂਰ ਦਿਓ। ਤੇ ਹੁਣ ਆਪਾਂ ਸਮਾਗਮ ਦੇ ਅਖੀਰ ਦੇ ਵਿੱਚ ਪ੍ਰਵੇਸ਼ ਕੀਤਾ ਇਹਨਾਂ ਹੀ ਤਾੜੀਆਂ ਦੇ ਨਾਲ। ਹੁਣ ਮੈਂ ਪੰਜਾਬੀ ਸਾਹਿਤ ਦੇ ਬਹੁਤ ਵੱਡੀ ਨਾਂ ਤੇ ਥਾਂ ਰੱਖਣ ਵਾਲੇ ਡਾਕਟਰ ਜਸਵਿੰਦਰ ਸਿੰਘ ਹੋਣਾ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਅੱਜ ਦੇ ਸਾਰੇ ਸਮਾਗਮ ਦੇ ਹਵਾਲੇ ਨਾਲ, ਹਰਪ੍ਰੀਤ ਕੌਰ ਧੂਤ ਹੋਣਾ ਦੀ ਕਿਤਾਬ ਦੇ ਹਵਾਲੇ ਨਾਲ, ਕੁਲਵੰਤ ਸਿੱਖੋ ਹੋਣਾ ਦੀ ਸ਼ਾਇਰੀ ਤੇ ਗੱਲਾਂ ਦੇ ਹਵਾਲੇ ਨਾਲ ਸਾਡੇ ਨਾਲ ਗੱਲਾਂ ਕਰਨਗੇ। ਡਾਕਟਰ ਜਸਵਿੰਦਰ ਸਿੰਘ। ਸਾਹਿਤ ਸਿਰਜਣਾ ਮੰਚ ਦੇ ਸਾਰੇ ਪ੍ਰਬੰਧਕਾਂ ਦਾ, ਖਾਸ ਤੌਰ ਤੇ ਜਸਵੀਰ ਰਾਣਾ ਜੀ ਹੋਰਾਂ ਦਾ, ਸਰਕਾਰੀ ਕਾਲਜ ਅਮਰਗੜ੍ਹ ਦੇ ਮੈਡਮ ਪ੍ਰਿੰਸੀਪਲ ਪ੍ਰੋਫੈਸਰ ਮੀਨੂ ਜੀ ਦਾ, ਸਟਾਫ ਦਾ ਸ਼ੁਕਰਗੁਜ਼ਾਰ ਹਾਂ, ਕਿਉਂਕਿ ਆਮ ਫੰਕਸ਼ਨਾਂ ਨਾਲੋਂ ਇਹ ਫੰਕਸ਼ਨ ਬਹੁਤ ਵੱਖਰਾ ਹੈ। ਮੇਰੀ ਹਮੇਸ਼ਾ ਰੀਝ ਹੁੰਦੀ ਹੈ ਕਿ ਜਿਨ੍ਹਾਂ ਬੱਚਿਆਂ ਲਈ, ਜਿਨ੍ਹਾਂ ਨੌਜਵਾਨਾਂ ਲਈ ਅਸੀਂ ਆਪਣੇ ਸਾਹਿਤਕ ਪ੍ਰੋਗਰਾਮ ਕਰਦੇ ਹਾਂ, ਉਹ ਵੀ ਸੁਣ ਤੇ ਘੱਟੋ ਘੱਟ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਜਾਗ ਲੱਗੇ ਜਾਂ ਇਸ ਤਰ੍ਹਾਂ ਦੀਆਂ ਕੁਛ ਨਵੀਆਂ ਚੀਜ਼ਾਂ ਪਤਾ ਲੱਗਣ। ਕਿਉਂਕਿ ਜਦੋਂ ਅਸੀਂ ਪਿੱਛੇ ਨੂੰ ਦੇਖਦੇ ਹਾਂ, ਸਾਨੂੰ ਵੀ ਲੱਗਦਾ ਹੈ ਕਿ ਜੇ ਸਾਨੂੰ ਸਾਡੇ ਅਧਿਆਪਕ ਜਾਗ ਨਾ ਲਾਉਂਦੇ ਤਾਂ ਅਸੀਂ ਵੀ ਕਿਸੇ ਨਾ ਕਿਸੇ ਹੋਰ ਕੰਧ 'ਚ ਚਿਣੇ ਗਏ ਹੁੰਦੇ। ਤਾਂ ਮੈਂ ਦਿਲ ਦੀਆਂ ਡੂੰਘਾਈਆਂ ਤੋਂ ਮੈਡਮ ਪ੍ਰਿੰਸੀਪਲ ਦਾ, ਸਟਾਫ ਦਾ ਸ਼ੁਕਰਗੁਜ਼ਾਰ ਹਾਂ। ਦੂਸਰਾ, 2 ਪਾਰਟ ਨੇ ਸਮਾਗਮ ਦੇ। ਹਰਪ੍ਰੀਤ ਕੌਰ ਧੂਤ ਦੀ ਪੁਸਤਕ ਪਾਸ਼ ਪ੍ਰੀਤ ਤੇ ਸੁਪਨੇ, ਤੁਸੀਂ ਇਹਦੇ ਤੇ ਡਾਕਟਰ ਗੁਰਦੀਪ ਹੋਰਾਂ ਦੇ ਵਿਚਾਰ ਸੁਣੇ, ਮੈਨੂੰ ਬਹੁਤ ਅੱਛਾ ਲੱਗਾ ਕਿ ਉਹਨਾਂ ਨੇ ਠੀਕ ਕਿਹਾ ਕਿ ਆਪਣੇ ਹੀ ਅਧਿਆਪਕ ਦੇ ਹਾਜ਼ਰੀ 'ਚ ਬੋਲਣਾ ਥੋੜ੍ਹਾ ਔਖਾ ਹੁੰਦਾ ਹੈ, ਪਰ ਡਾਕਟਰ ਵੀ ਬਹੁਤ ਮਿਹਨਤੀ ਔਰ ਬਹੁਤ ਲਾਇਕ ਵਿਦਿਆਰਥੀ। ਮੈਂ ਜਿਨ੍ਹਾਂ ਵਿਦਿਆਰਥੀਆਂ 'ਤੇ ਰਸ਼ਕ ਕਰਦਾ, ਉਹਨਾਂ 'ਚੋਂ ਡਾਕਟਰ ਗੁਰਦੀਪ ਇੱਕ ਨੇ, ਔਰ ਇਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ। PhD ਥੋੜ੍ਹਾ ਮੇਰੇ ਵਿਦਿਆਰਥੀਆਂ ਨੂੰ ਮੈਂ ਵਾਹਵਾ ਔਖਾ ਕਰਦਾ ਹੁੰਦਾ, ਪਰ ਇਹਨੇ ਬੜੀ ਹਿੰਮਤ ਰੱਖੀ। ਉਹਨਾਂ ਨੇ ਕੁਝ ਗੱਲਾਂ ਕੀਤੀਆਂ ਪੁਸਤਕ ਬਾਰੇ, ਪਾਸ਼ ਦੇ ਹਵਾਲੇ ਨਾਲ ਔਰ ਸੁਪਨਿਆਂ ਦੇ ਹਵਾਲੇ ਨਾਲ, ਸ਼ਬਦਾਂ ਦੇ ਹਵਾਲੇ ਨਾਲ ਰਾਣਾ ਜੀ ਨੇ ਵੀ ਕੀਤੀਆਂ। ਮੈਨੂੰ ਲੱਗਦਾ ਕਿ ਇਸ ਕਿਤਾਬ ਦੇ ਲਈ ਵੀ ਤੇ ਕਵਿਤਾ ਦੇ ਲਈ ਵੀ ਇਹ ਗੱਲਾਂ ਬਹੁਤ ਹੀ ਵਧੀਆ ਨੇ। ਮੈਂ ਮਾਣ ਨਾਲ ਕਹਿ ਸਕਦਾ ਕਿ ਡਾਕਟਰ ਗੁਰਮੀਤ ਮੈਜੋਰ ਹੋ ਕੇ ਪੰਜਾਬੀ ਆਲੋਚਨਾ ਵਿੱਚ ਆਪਣੀ ਪਛਾਣ ਬਣਾ ਰਹੀ ਹੈ, ਤਾਂ ਮੈਨੂੰ ਇਹ ਸੁਣ ਕੇ ਚੰਗਾ ਲੱਗਾ। ਬਹਾਨਾ ਭਾਵੇਂ ਸਮਾਗਮ ਸੀ। ਡਾਕਟਰ ਗੋਪਾਲ ਸਿੰਘ ਸੰਧੂ ਹੋਰਾਂ ਨੇ ਵੀ ਇਸ ਕਵਿਤਾ ਬਾਰੇ ਬੜੀ ਭਾਵਪੂਰਤ ਟਿੱਪਣੀ ਕੀਤੀ। ਮੈਂ ਡਿਟੇਲ 'ਚ ਨਹੀਂ ਜਾਣਾ, ਤੁਸੀਂ ਸਿਆਣੇ ਹੋ। ਉਹਨਾਂ ਨੇ ਜਿਹੜੀ ਕਵਿਤਾ ਤੇ ਕਵਿਤਾ ਦੀ ਭਾਸ਼ਾ ਤੇ ਪ੍ਰਤੀਕ ਦੀ ਗੱਲ ਕੀਤੀ, ਉਹ ਬਹੁਤ ਅਹਿਮ ਸੀ। ਇਹਦੇ ਵੱਲ ਮੈਂ ਥੋੜ੍ਹਾ ਜਿਹਾ ਅੱਗੇ ਆਵਾਂਗਾ। ਮੈਂ ਸਮਝਦਾ ਕਿ ਦੋਹਾਂ ਨੇ
इस किताब बारे गल करके इस कविता के हवाले नाल और मैडम भुल गया सॉरी मैडम बलजीत कौर होरां ने भी अपने विचार रखे कविता के हवाले नाल। ये बहुत ही वसी पद्धर के विषयां नूं लैके तुरदी है। बिल्कुल ठीक कहा उन्होंने, करोना का तो लैके कुछ जिक्र डॉक्टर संधू होरां भी किया, किसान अंदोलन तक भी 1984 के दिल्ली के कतलेआम तक बहुत सारिया घटनावां नूं ये लेवल लैंदी है। मैं अपने वालों भी हरप्रीत नूं बधाई देना कि उन्होंने ये तीसरी किताब लिखी छपवाई। इत्थे मैं एक गल कहना कि वैसे भी जिन्ने प्रवासी दोस्त लिखते ने मैनू उन्होंने थोड़ा वखरा रश्क हुंदा है, वखरा भी मान हुंदा है। जिवें कुलवंत होरां ने जिक्र किया कि उन्होंने बहुत कुछ छड्ड के जाना पैंदा है, कल्ला छड्ड के नहीं जाना पैंदा है, उत्थे भी हंडाउणा पैंदा है। तो बहुत अच्छे अच्छे लेखक गए जिन्होंने लंबा समा कुछ नहीं लिखा, तो जदों उन्होंने फुरसत मिली जिंदगी के सारे काम समेट के उदों लिखण लई भी तुहाडी एक क्रिएटिव इंपल्स हुंदी है, तुहाडे अंदर मन में एक चाह हुंदा है, एक जनून हुंदा है। जे वो तुसीं कायम रख सकते हो तां ही लिखते हो। कुलवंत नूं अपनियां जवानी दियां गीतां ते थोड़ी जी वो संगण वाला बंदा सुभाअ वल्लों आ रही सी, मैनू नहीं आ रही सी, तुहानूं बिल्कुल नहीं सी आउणी। तुहाडे ते चेहरे दसदे सी भी तुहाडे दिल दे नेड़े दियां गल्लां ने। तो ਸਾਹਿਤ का एक पक्ष ये भी है कि ये तुहानूं जींदा रखता है, ये तुहानूं बोर नहीं होण दिंदा जिंदगी, ये तुहानूं बेउमीदा नहीं होण दिंदा। बहुत बेउमीदी विच भी कोई सोहनी कविता की सतर, किसी गज़ल का शेर, किसी कहानी में पढ़िया होया कोई खूबसूरत डायलॉग जे तुसीं पढ़िया होवे तो वो तुहानूं प्रेमी दे न्याणे दे उस तसव्वुर वांग पढ़िया ना तुसीं कहानी जिन्ना के राशा पिया, वो कहिंदे भी जे राशे ने रोक लिया तो उन्होंने समझ नहीं पैंदी कि की करांगे, तो कहिंदे असीं कहांगे असीं प्रेमी दे न्याणे। ये ਸਾਹਿਤ साडे सारिਆਂ ਲਈ ਉਸੇ माँ वर्गा प्रेमी के न्याणिਆਂ वर्गा है, सानूं बहुत दिलासे दिंदा। ये सिर्फ कल्पना की दुनिया नहीं है, ये तुहाडी शख्सियत उसारदी है। ये जमाना तुहानूं यूज़ करदा है, तुहाडे नाल धोखे करदा है, तुहाडे नाल वो व्यवहार नहीं करदा जिहड़ा इंसान नाल होना चाहिए समुचे तौर पर। पर ਸਾਹਿਤ तुहानूं जीना सिखाता है। सो इस करके जज्बे कदे बुढ़े नहीं हुंदे, बुढ़ा शरीर हुंदा है। मैं नहीं कहता कि उमरां दा राग नहीं हुंदा, उहदे वल मैं अगे आउणा। मेरे एक गल तुहाडे नाल साझी करनी, उमरां दा भी राग हुंदा है, पर इहदे बावजूद भी कुछ चीज़ां जे तुसीं जींदे हो वो मरदियां नहीं। जिन्हें नचना सीखिया होवे, जदों भी किते विआह शादी में जां किसी मौके पर थोड़ा ढोल का डगा वजदा तो वो आप नच सके ना सके, वह दिल नचदा है। तो दिल का नचना बच्चों बहुत जरूरी है। ये तां ही है तुसीं जे जिंदगी की चंगी वाइब्रेशन के नाल जिंदगी जिहड़ियां चीज़ां तुहाडे दिल नूं तुहाडी रूह नूं सुकून दिंदियां ने उन्हां नाल जुड़े रहो। ये जुड़े रहना ही असल च तुहाडी एक परख है, एक इम्तिहान है। जे असी नहीं जुड़ पा रहे तो इसका मतलब ये है कि वक्त ने जिसका जिक्र मेरे तो पहला खूबसूरत ढंग नाल किया गया है, हालात ने आसे पासे दे तिलिस्म ने साडे अंदर नूं असहज कर दिता है।
ਸਾਡੇ ਅੰਦਰ ਨੂੰ ਬੇਚੈਨ ਕਰ ਦਿੰਦਾ ਹੈ। ਸਾਡਾ ਮਨ ਉਹਨਾਂ ਚੀਜ਼ਾਂ ਪਿੱਛੇ ਭਟਕਦਾ ਹੈ ਜਿਹੜੀਆਂ ਚੀਜ਼ਾਂ ਕਦੇ ਵੀ ਸਾਡੀਆਂ ਨਹੀਂ ਹੋਣੀਆਂ। ਮੇਰਾ ਬਹੁਤ ਘਸਿਆ ਪਿਟਿਆ ਜਿਹਾ ਵਾਕ ਹੈ ਵੀ ਤੁਸੀਂ ਐਸ਼ਵਰਿਆ ਰਾਏ ਦਾ ਕਰੀਨਾ ਕਪੂਰ ਨਹੀਂ ਬਣ ਸਕਦੀ। ਤੇ ਮੁੰਡਿਆਂ ਨੂੰ ਵੀ ਇਹੋ ਜਿਹਾ ਹੀ ਖਿਆਲ ਹੈ, ਉਹ ਜ਼ਿਆਦਾ ਹੱਸਦੇ ਨੇ। ਤੁਹਾਨੂੰ ਉਹੀ ਕੁਝ ਜੋ ਕੁਦਰਤ ਨੇ, ਤੁਸੀਂ ਉਹਦੇ 'ਚ ਵਾਧਾ ਕਰੋਗੇ। ਮੈਂ ਕਦੇ ਨਹੀਂ ਸੀ ਸੋਚਿਆ ਮੈਂ ਯੂਨੀਵਰਸਿਟੀ ਪ੍ਰੋਫੈਸਰ ਲੱਗਾਂਗਾ, ਕਦੇ ਵੀ। ਘਰੋਂ ਭੱਜ ਗਿਆ, ਮੈਨੂੰ ਪੜ੍ਹਾਉਂਦੇ ਨਹੀਂ ਸੀ ਕਰਦੇ। ਇਹ ਸਾਰਿਆਂ ਦੀਆਂ ਕਹਾਣੀਆਂ ਨੇ। ਮੈਂ ਘਰੋਂ ਗੁੱਸੇ ਹੋ ਕੇ ਭੱਜ ਗਿਆ ਸੀ, ਮੈਨੂੰ ਪੜ੍ਹਾਉਂਦੇ ਨਹੀਂ ਸੀ 10ਵੀਂ ਤੋਂ ਬਾਅਦ। ਪ੍ਰੋਫੈਸਰ ਬਣਨ ਦਾ ਕੋਈ ਸੁਪਨਾ ਹੀ ਨਹੀਂ ਸੀ, ਪੜ੍ਹਨ ਦਾ ਸੁਪਨਾ ਸੀ। ਤੇ ਪੜ੍ਹਨ ਦੇ ਸੁਪਨੇ 'ਚੋਂ ਕਿੰਨੀਆਂ ਚੀਜ਼ਾਂ ਮਿਲ ਗਈਆਂ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿ ਜ਼ਿੰਦਗੀ ਕਿੰਨੀ ਹਮਵਾਰ ਹੋਈ ਸਿਰਫ ਪੜ੍ਹਨ। ਤਾਂ ਬੱਚਿਓ, ਸੁਪਨੇ ਲੈਣਾ, ਸੁਪਨੇ ਉਦੋਂ ਇਹ ਨਹੀਂ ਮੈਨੂੰ ਪਤਾ ਕਿ ਮੈਂ ਪੜ੍ਹ ਕੇ, ਮੇਰੇ ਪਿਤਾ ਜੀ ਨੇ ਮੈਨੂੰ ਬਹੁਤ ਜ਼ੋਰ ਲਾਇਆ, ਮਨਾਇਆ ਕਿ ਤੂੰ ਵਾਈ ਕਰਨਾ। ਵਾਈ ਦਾ ਬਹੁਤ ਮੇਰਾ ਦਿਲਚਸਪੀ ਬੜੀ ਸੀ। ਮੈਂ ਖੇਤੀ ਦਾ ਕੰਮ ਬਹੁਤ ਅੱਛਾ ਕਰਦਾ ਸੀ, ਉਹਨਾਂ ਨੂੰ ਮੇਰਾ ਵੱਡਾ ਭਰਾ ਵੀ ਕਰਦਾ ਸੀ, ਉਹ ਖੁਸ਼ ਨਹੀਂ ਸੀ। ਪਰ ਮੇਰਾ ਮਨ ਵੇਰਦਾ ਸੀ। ਮੈਨੂੰ ਕਹਿੰਦੇ ਵੀ ਤੂੰ ਕੀ ਕਰਨਾ? ਮੈਂ ਕਿਹਾ ਮੈਂ ਪੜ੍ਹਨਾ। ਮੈਨੂੰ ਕਹਿੰਦੇ ਪੜ੍ਹ ਕੇ ਆਲਮ ਫਾਜ਼ਲ ਬਣਨਾ। ਮੈਨੂੰ ਅੱਜ ਦੀ ਤਰੀਕ 'ਚ ਆਲਮ ਫਾਜ਼ਲ ਦਾ ਨਹੀਂ ਪਤਾ ਵੀ ਕੀ ਹੈ, ਪਰ ਮੈਂ ਪੜ੍ਹ ਗਿਆ। ਤੋ ਸੁਪਨੇ ਲੈਣੇ ਮਾੜੇ ਨਹੀਂ ਹੈ, ਪਰ ਸੁਪਨਾ ਉਹ ਲਵੋ ਜਿਹਨੂੰ ਤੁਸੀਂ ਪੂਰਾ ਕਰ ਸਕੋ। ਸੁਪਨੇ ਦਾ ਟੁੱਟਣਾ ਬਹੁਤ ਮਾੜਾ ਹੁੰਦਾ, ਪਰ ਸੁਪਨਾ ਆਪਣੇ ਬਿਲਕੁਲ ਇੱਥੇ ਮੈਂ ਲਿਖੀ ਇਹਨਾਂ ਦੀ ਇੱਕ ਗੱਲ ਕਿ ਜਿਹੜਾ ਔਕਾਤ, ਇੱਕ ਪਾਸੇ ਮੇਰਾ ਸੁਪਨਾ ਲਟਕੇ, ਇੱਕ ਪਾਸੇ ਔਕਾਤ। ਔਕਾਤ ਹੈ ਤੁਹਾਡੀ ਵਰਤ, ਜੋ ਤੁਸੀਂ ਕਰ ਸਕਦੇ ਹੋ ਉਹਨਾਂ ਹਾਲਤਾਂ ਵਿੱਚ ਜਾਂ ਕਰਨਾ ਚਾਹੀਦਾ। ਇਹ ਤੁਹਾਡੀ ਸ਼ਕਤੀ ਹੈ। ਸਾਰੇ ਕੰਮ ਫਿਜ਼ੀਕਲ ਸ਼ਕਤੀ ਨਹੀਂ ਮੰਗਦੇ, ਸਾਰੇ ਕੰਮ ਤੁਹਾਡੀ ਆਤਮਿਕ ਸ਼ਕਤੀ, ਵਿਲ ਪਾਵਰ ਮੰਗਦੇ ਆ, ਇਕਾਗਰਤਾ ਮੰਗਦੇ ਆ, ਕਮਿਟਮੈਂਟ ਮੰਗਦੇ ਆ। ਉਹਦੇ ਲਈ ਖੂਨ ਪਸੀਨਾ ਵਹਾਉਣ ਦੀ ਮੰਗ ਕਰਦੇ ਆ। ਪੜ੍ਹਾਈ ਇੰਨੀ ਔਖੀ ਨਹੀਂ ਹੈ। ਮੈਂ ਤੈਨੂੰ ਇੱਕ ਦਿੱਲੀ ਫੇਰ ਕੀ ਗੱਲ ਸੁਣਨ ਨੂੰ ਬਹੁਤ ਘੱਟ ਲੱਗਦੇ ਸੀ। ਤਾਂ ਮੈਂ ਆਪਣੇ ਕਮਰੇ 'ਚ, ਉੱਪਰ ਸੀ ਕਮਰਾ ਉਹ ਮੇਰਾ, ਮੈਂ ਆਪਣੇ ਕਮਰੇ 'ਚ ਬੈਠਾ ਰਹਿੰਦਾ ਸੀ। ਕੱਟ ਲੱਗੇ ਮੇਰਾ ਬੇਟਾ 9-10 ਸਾਲ ਦਾ ਸੀ, ਰੌਲਾ ਪਾਉਂਦਾ ਪੌੜੀਆਂ ਚੜ੍ਹ ਆਇਆ ਮੇਰੇ ਕੋਲ, ਕਹਿੰਦਾ ਪਾਪਾ ਤੁਹਾਨੂੰ ਨਹੀਂ ਗਰਮੀ ਲੱਗਦੀ? ਮੈਂ ਉਹਨੂੰ ਕਿਹਾ ਯਾਰ, ਮੇਰੇ ਨਾਲ ਬਹੁਤ ਫਰੈਂਡਲੀ ਰਿਲੇਸ਼ਨ ਸੀ। ਮੈਂ ਕਿਹਾ ਯਾਰ ਜੇ ਮੈਂ ਪੜ੍ਹਿਆ ਨਾ ਹੁੰਦਾ, ਮੈਂ ਹੁਣ ਝੋਨੇ ਦਾ ਪਾਣੀ ਲਾ ਰਿਹਾ ਹੁੰਦਾ ਜਾਂ ਝੋਨੇ 'ਚੋਂ ਡੀਲਾ ਕੱਢ ਰਿਹਾ ਹੁੰਦਾ। ਕਹਿੰਦਾ ਪਾਪਾ ਤੁਹਾਡੇ ਜਵਾਬ ਬੜੇ ਅਜੀਬ ਹੁੰਦੇ ਆ। ਉਹਨੂੰ ਇਹ ਲੱਗਾ ਵੀ ਮੈਂ ਤਾਂ ਬਿਜਲੀ ਕੱਟ ਦੀ ਗੱਲ ਕਰ ਰਿਹਾ, ਪਸੀਨਾ ਆ ਰਿਹਾ, ਉਹ ਔਖਾ ਸੀ। ਤਾਂ ਮੈਂ ਬੈਠਾ ਸੀ। ਤਾਂ ਮੈਂ ਜਦੋਂ ਵੀ ਇੱਥੇ ਔਖ ਵਿੱਚ ਹੁੰਦਾ, ਮੈਨੂੰ ਲੱਗਦਾ ਵੀ ਜੇ ਮੈਂ ਇਸ ਜ਼ਿੰਦਗੀ ਨੂੰ ਔਖ ਮੰਨਦਾ, ਜੇ ਮੈਂ ਕਲਾਸ ਲਾਉਣੀ ਔਖ ਮੰਨਦਾ, ਤੇ ਜੇ ਮੈਂ ਵਾਹੀ ਕਰਦਾ ਹੁੰਦਾ, ਫਿਰ ਜਿਹੜੀ ਮੇਰਾ ਪਿਤਾ ਪੁਰਖੀ ਜਦੋਂ ਮੈਂ ਭੱਜਿਆ ਹੋਇਆ। ਤਾਂ ਸਾਰੇ ਸੌਖ ਪਸੰਦੀ ਭਾਲਦੇ ਨੇ। ਸੌਖ ਪਸੰਦੀ ਜ਼ਿੰਦਗੀ ਦਾ ਕੋਈ ਰਾਹ ਨਹੀਂ ਹੈ। ਇਹ ਮਿਰਗ ਤ੍ਰਿਸ਼ਨਾ ਹੈ, ਸ਼ੌਕ ਪਸੰਦੀ, ਜਿਹੜੀ ਕਦੀ ਨਹੀਂ ਤੁਹਾਡੇ ਕਾਬੂ ਆਉਣੀ। ਜ਼ਿੰਦਗੀ ਨੂੰ ਸਿੱਧਾ ਮੱਥਾ ਡਾਉਣਾ ਸਿੱਖੋ, ਜ਼ਿੰਦਗੀ ਨੂੰ ਸਮਝਣਾ ਤੇ ਇਹਨੂੰ ਬਦਲਣਾ ਸਿੱਖੋ। ਬਦਲਣਾ ਕਿਹਨੂੰ ਜ਼ਰੂਰੀ ਹੈ? ਬਦਲਣਾ ਸਾਨੂੰ ਜ਼ਰੂਰੀ ਹੈ। ਇਹ ਗੱਲ ਕੀਤੀ ਗਈ ਹੈ ਪਾਠ ਦੇ ਹਵਾਲੇ। ਜ਼ਿੰਦਗੀ ਕੌਣ ਬਦਲਣੀ ਚਾਹੁੰਦਾ ਹੈ? ਉਹਨਾਂ ਘਰਾਂ ਦੇ ਬੱਚੇ ਬਦਲਣਾ ਚਾਹੁੰਦੇ ਆ ਜਿਨ੍ਹਾਂ ਘਰਾਂ ਕੋਲ ਉਹ ਸਾਧਨ ਨਹੀਂ ਹੈਗੇ ਜਿਨ੍ਹਾਂ ਨਾਲ ਅਸੀਂ ਚੰਗਾ ਜੀਣਾ ਗੁਜ਼ਾਰ ਸਕੀਏ। ਉਹਨਾਂ ਸਾਧਨਾਂ ਲਈ ਸਾਡੇ ਦੋਸਤ ਮਿੱਤਰ ਬਾਹਰਲੇ ਮੁਲਕਾਂ 'ਚ ਗਏ ਨੇ। ਤਾਂ ਉਹ ਸਾਧਨ ਤੁਹਾਨੂੰ ਕੋਈ ਦੇ ਜਵੇ, ਇਹ ਨਹੀਂ ਸੰਭਵ ਹੋਣਾ। ਸਾਧਨ ਤੁਸੀਂ ਬੰਦੂਕ ਲੈ ਕੇ 4 ਘਰ ਲੁੱਟ ਲਓ, ਬਿਲਕੁਲ ਸੰਭਵ ਨਹੀਂ ਹੋਣਾ। ਕੁੱਤੇ ਦੀ ਮੌਤ ਮਰੋਗੇ। ਜ਼ਿੰਦਗੀ ਬਹੁਤ ਕਰੂਅਲ ਹੈ। ਇਸ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਸੰਦ ਹਥਿਆਰ ਖੁਦ ਇਕੱਠੇ ਕਰਨੇ ਆ। ਇਹ ਪੜ੍ਹਾਈ ਸਾਡਾ ਸੰਦ ਹਥਿਆਰ ਹੈ। ਮੈਂ ਸੰਦ ਹਥਿਆਰ 2 ਕਹਿ ਰਿਹਾ ਇਸੇ ਲਈ, ਕਿਤੇ ਇਕੱਲੇ ਹਥਿਆਰਾਂ ਵੱਲ ਨੂੰ ਸਮਝੋ ਕਿ ਮੈਂ ਕਹਾਂ ਹਥਿਆਰ। ਇਹ ਸੰਦ ਹੈ। ਸਾਡਾ ਸਾਹਿਤ ਵੀ ਇੱਕ ਸੰਦ ਹੈ ਜਿਹੜਾ ਸਾਨੂੰ ਜ਼ਿੰਦਗੀ ਹੋਰ ਸਬਕ ਬਹੁਤ ਕਰੂਅਲ ਸਿਖਾਉਂਦੀ ਹੈ। ਉਹ ਲਿਟਰੇਚਰ ਸਾਨੂੰ ਪਹਿਲਾਂ ਹੀ ਸਿਖਾ ਦਿੰਦਾ। ਜਿਹੜੀਆਂ ਦੁਸ਼ਵਾਰੀਆਂ
ਸਾਨੂੰ ਪਿਆਰ ਚਾਉਣੀਆਂ ਨੇ, ਚੰਗਾ ਲਿਟਰੇਚਰ ਤੁਹਾਨੂੰ ਪਿਆਰ ਦੀਆਂ ਇਸ ਭੈੜੇ ਸਮਾਜ ਵਿੱਚ, ਹਾਲਾਂਕਿ ਇਹਦੇ 'ਚ ਕੋਈ ਰੌਲਾ ਨਹੀਂ ਹੈ, ਸਮਾਜ ਵਿੱਚ ਗੰਦ ਹੀ ਇੰਨਾ ਪਿਆ ਹੋਇਆ, ਮਾੜੇ ਬੰਦਿਆਂ ਦੀ ਕਬਜ਼ਾ ਹੀ ਇੰਨਾ ਹੈ ਕਿ ਉਹ ਸਾਹ ਹੀ ਨਹੀਂ ਲੈਣ ਦੇਣਾ ਚਾਹੁੰਦੇ। ਉਹਨਾਂ ਸਾਡੇ ਉੱਪਰ ਛੱਤਾਂ ਇੰਨੀਆਂ ਪਾਈਆਂ ਹੋਈਆਂ, ਸਾਡੇ ਗਲਾਂ 'ਚ ਸਾਡੇ ਪੈਰਾਂ 'ਚ ਸੰਗਲੇ ਨੇ ਪਾਏ ਹੋਏ ਆ। ਉਹ ਵੀ ਚੱਜ ਦਾ ਜੀਂਦੇ ਨਹੀਂ ਹੈ। ਜਿਹੜੇ ਤੁਹਾਡੇ ਗਲਾਂ 'ਚ ਸੰਗਲ ਪਾਉਂਦੇ ਆ ਉਹ ਵੀ ਬਹੁਤ ਗੰਦਾ ਜੀਵਨ ਗੁਜ਼ਾਰਦੇ। ਉਹਨਾਂ ਦੀ ਕੋਈ ਤਸੱਲੀ ਨਹੀਂ ਹੈ, ਪਰ ਉਹ ਇਸੇ 'ਚ ਖੁਸ਼ ਨੇ। ਇਸ ਕਰਕੇ ਬੱਚਿਓ, ਤੁਹਾਨੂੰ ਆਪਣੇ ਸੁਪਨੇ ਲੈਣ ਵੇਲੇ ਹਕੀਕਤਾਂ ਦੇ ਨਾਲ ਨਾਲ ਆਪਣੀ ਸਮਰੱਥਾ ਵੀ ਨਾਲ ਦੇਖਣੀ ਚਾਹੀਦੀ। ਔਰ ਇਹ ਸਮਰੱਥਾ ਸਾਡੀ ਵੱਧਦੀ ਹੈ ਪੜ੍ਹਾਈ ਨਾਲ, ਇਹ ਸਾਡੀ ਵੱਧਦੀ ਹੈ ਗਿਆਨ ਨਾਲ, ਇਹ ਸਾਡੀ ਵੱਧਦੀ ਹੈ ਸਾਡੀ ਸ਼ਖਸੀਅਤ ਨਾਲ। ਤੇ ਜਿੰਨਾ ਸਾਹਿਤ ਸ਼ਖਸੀਅਤ ਨੂੰ ਭਰਪੂਰ ਕਰਦਾ ਹੈ, ਇੰਨੀ ਕੋਈ ਚੀਜ਼ ਸਾਹਿਤ ਤੋਂ ਬਿਨਾਂ ਭਰਪੂਰ ਨਹੀਂ ਕਰਦੀ। ਇਹ ਗੱਲ ਹੋਈ ਹੈ। ਇੱਕ ਮੈਂ ਤੁਹਾਨੂੰ ਦੱਸਦਾ ਕਿ ਇੱਕ ਕਵਿਤਾ ਵੀ ਜਦੋਂ ਤੁਸੀਂ ਵੀ ਰੱਟਾ ਲਾਇਆ ਹੋਊਗਾ, ਮੈਨੂੰ ਨਹੀਂ ਪਤਾ ਤੁਹਾਡੀ ਅੰਗਰੇਜ਼ੀ ਕਿਹੋ ਜਿਹੀ ਹੈ, ਉਹ ਕਿੰਗ ਬਰੂਸ ਐਂਡ ਦੀ ਸਪਾਈਡਰ ਵੀ ਸਾਨੂੰ ਦੱਸਦੀ ਸੀ ਵੀ ਜੇ ਇੱਕ ਵਾਰੀ ਫੇਲ ਹੋ ਗਏ ਕੋਈ ਗੱਲ ਨਹੀਂ, ਦੂਜੀ ਵਾਰੀ ਸਹੀ, ਤੀਜੀ ਵਾਰੀ ਸਹੀ। ਫੇਲ ਹੋਣਾ ਤੇ ਜ਼ਿੰਦਗੀ 'ਚ ਤੁਹਾਡੀ ਗਰੰਟੀ ਵੀ ਕੋਈ ਨਹੀਂ ਕਿ ਫੇਲ ਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਕਲਾਸ ਤੋਂ ਫੇਲ ਹੋਣਾ। ਕਲਾਸ ਤੋਂ ਫੇਲ ਹੋਣਾ ਤਾਂ ਨਕੰਮਾ ਕੰਮ ਪਾਣਾ। ਤੁਸੀਂ ਉੱਥੇ ਕੀ ਕਰਦੇ ਰਹੇ? ਜਦੋਂ ਕਲਾਸ ਲੱਗਦੀ ਉਦੋਂ ਬਾਹਰ ਭੱਜੇ ਫਿਰਦੇ ਰਹੇ, ਉਦੋਂ ਕੁਛ ਹੋਰ ਹੀ ਸਿਲੇਬਸ ਪੜ੍ਹਦੇ ਰਹੇ। ਇਸ ਕਰਕੇ ਜ਼ਿੰਦਗੀ ਨੇ ਤੁਹਾਨੂੰ ਦੁਬਾਰਾ ਮੌਕਾ ਨਹੀਂ ਦੇਣਾ, ਮੈਨੂੰ ਵੀ ਨਹੀਂ ਦੇਣਾ। ਉਹ ਜ਼ਿੰਦਗੀ ਨੇ ਜੇ ਨਹੀਂ ਮੌਕਾ ਦੇਣਾ, ਉਹ ਹੈ ਨਾ ਬਾਬਾ ਉਹਨਾਂ ਦੀ, ਜੇ ਮੌਤ ਨੇ ਨਹੀਂ ਇੱਕ ਪਲ ਵੀ ਦੇਣਾ ਤਾਂ ਇੱਕ ਪਲ ਵੀ ਕਿਉਂ ਹੈ ਮੌਤ ਕਰਨਾ। ਇਹ ਹੈ ਖਰਬੂਜਾ ਛੁਰੀ ਤੇ ਡਿੱਗੇ, ਛੁਰੀ ਖਰਬੂਜੇ ਤੇ ਡਿੱਗੇ। ਕੱਦੂਕਸ਼ ਖਰਬੂਜੇ ਦਾ ਹੋਣਾ ਤੇ ਤੁਸੀਂ ਖਰਬੂਜੇ ਹੋ, ਤੁਸੀਂ ਖਰਬੂਜੇ ਹੋ। ਅਧਿਆਪਕ ਨੇ ਨਹੀਂ ਪੜਾਊਗਾ, ਮਾੜੀ ਮੋਟੀ ਟ੍ਰਾਂਸਫਰ ਹੋ ਜੂਗੀ 4 ਕਿਲੋਮੀਟਰ 10 ਕਿਲੋਮੀਟਰ, ਕੁਛ ਨਹੀਂ ਉਹ ਕਿ ਫਿਰ ਆ ਜਾਣਗੇ। ਉਹ ਅਧਿਆਪਕ ਆਪਣਾ ਰੋਲ ਕਰ ਰਹੇ ਨੇ ਕਿ ਨਹੀਂ ਕਰ ਰਹੇ ਨੇ, ਇਹ ਅਧਿਆਪਕ ਕਰਨ। ਪਰ ਮੈਂ ਬੱਚਿਓ ਤੁਹਾਨੂੰ ਇਹ ਕਹਿੰਦਾ ਕਿ ਤੁਹਾਡੇ ਲਈ ਬਹੁਤ ਚੈਲੰਜ ਨੇ, ਪਰ ਜ਼ਿੰਦਗੀ ਖੂਬਸੂਰਤ ਵੀ ਬਹੁਤ ਹੈ। ਇਹਦੀ ਖੂਬਸੂਰਤੀ ਤਲਾਸ਼ਣੀ ਪੈਂਦੀ ਹੈ। ਇਹ ਹਿੰਦੀ ਫਿਲਮਾਂ ਵਾਲੀ ਖੂਬਸੂਰਤੀ ਨਹੀਂ, ਇਹ ਸਾਸ ਔਰ ਬਹੂ ਵਾਲੀ ਖੂਬਸੂਰਤੀ ਨਹੀਂ। ਇਹ ਉਹ ਖੂਬਸੂਰਤੀ ਹੈ ਜਿਹੜੀ ਤੁਸੀਂ ਜਿਉਂਦੇ ਹੋ, ਜਿਹਦੇ 'ਚ ਤੁਸੀਂ ਸਾਹ ਲੈਂਦੇ ਹੋ। ਜਿਨ੍ਹਾਂ ਪਰਿਵਾਰਾਂ ਵਿੱਚ, ਜਿਨ੍ਹਾਂ ਕਾਲਜਾਂ, ਜਿਨ੍ਹਾਂ ਦੇ ਵਿੱਚ ਨਾ ਸਾਰਾ ਚੰਗਾ ਨਾ ਸਾਰਾ ਮਾੜਾ। ਹੰਸ ਉਧਰੇ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰ ਖਾਏ। ਕੀ ਖਾਣਾ, ਮੈਂ ਤੇ ਖਾਣਾ ਮੈਟਾਫਰ ਹੈ। ਤੁਸੀਂ ਕੀ ਚੁਣਨਾ ਜ਼ਿੰਦਗੀ 'ਚ, ਕੀ ਕਰਨਾ, ਇਹ ਰਿਲੇਟਿਵ ਚੋਇਸ ਹੈ, ਐਬਸੋਲੂਟ ਨਹੀਂ। ਅਸੀਂ ਸਾਰੇ ਉਹ ਆ ਜਿਨ੍ਹਾਂ ਕੋਲ ਸਿਰਫ ਰਿਲੇਟਿਵ ਚੋਇਸ ਹੈ ਕਿ ਤੁਸੀਂ ਮਾੜਾ ਮੋਟਾ ਚੁਣ ਸਕਦੇ ਹੋ, ਪਰ ਮਾੜਾ ਮੋਟਾ ਚੁਣ ਕੇ ਅੱਗੇ ਜਾਣਾ। ਅਸੀਂ ਉਹਨਾਂ ਅਮੀਰਾਂ ਦੇ ਬੱਚੇ ਨਹੀਂ ਜਿਹੜੇ ਕਾਕੇ ਵਿਗੜੇ ਹੋਏ ਨੇ। ਮੈਂ ਤਾਂ 15 ਸਾਲ ਕਾਕਿਆਂ ਨਾਲ ਲੜਦਾ ਰਿਹਾ ਪੰਜਾਬੀ ਯੂਨੀਵਰਸਿਟੀ, ਬੜੇ ਕੁੱਟੇ ਅਸੀਂ। ਉਹ ਗੰਦ ਪਾਉਂਦੇ ਸੀ, ਆ ਕੇ ਹੋਸਟਲ ਵਿੱਚ ਵੀ ਪਾਉਂਦੇ ਸੀ, ਡਿਪਾਰਟਮੈਂਟਾਂ ਵਿੱਚ ਵੀ ਆ ਕੇ ਪਾਉਂਦੇ ਸੀ। ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨਾਲ ਜੁੜੀਏ ਜਿਹੜੀਆਂ ਸਾਨੂੰ ਇਨਸਾਨ ਬਣਾਉਣ ਵੱਲ, ਭਰਪੂਰ ਮਨੁੱਖ ਬਣਾਉਣ ਵੱਲ। ਭਾਵੁਕਤਾ ਵੀ ਜ਼ਰੂਰੀ ਹੈ ਤੇ ਲਿਆਕਤ ਤੇ ਗਿਆਨ ਵੀ ਜ਼ਰੂਰੀ ਹੈ। ਗਿਆਨ ਤੋਂ ਬਿਨਾਂ ਨਹੀਂ ਚੱਲਣਾ। ਭਾਵੁਕਤਾ, ਸਵੱਛ ਭਾਵੁਕਤਾ, ਪਿਓਰ ਜਜ਼ਬਾ। ਤੁਸੀਂ ਬਹੁਤਾ ਚਿਰ ਨਹੀਂ ਦੂਜੇ ਨਾਲ ਠੱਗੀ ਨਹੀਂ ਲਾ ਰਹੇ ਹੁੰਦੇ, ਤੁਸੀਂ ਆਪਣੇ ਆਪ ਨਾਲ ਠੱਗੀ ਲਾ ਰਹੇ। ਆਪਣੀ ਮਾਂ ਜਾਂ ਪਿਓ ਨਾਲ ਨਹੀਂ ਠੱਗੀ ਲਾ ਰਹੇ ਹੁੰਦੇ, ਤੁਸੀਂ ਆਪਣੇ ਆਪ ਨਾਲ ਠੱਗੀ ਲਾ ਰਹੇ ਹੁੰਦੇ। ਤਾਂ ਜ਼ਿੰਦਗੀ ਸਾਹਿਤ ਦੇ ਹਵਾਲੇ ਨਾਲ ਮੈਂ ਜੇ ਤੁਹਾਡੇ ਨਾਲ ਗੱਲ ਕਰਨੀ ਹੋਵੇ ਤਾਂ ਮੈਂ ਚਾਹਾਂਗਾ, ਮੈਂ ਲੰਬਾ ਸਮਾਂ ਮੋਬਾਈਲ ਨਹੀਂ ਲਿਆ, ਲੰਬਾ ਸਮਾਂ ਮੇਰੇ ਘਰ ਟੈਲੀਵਿਜ਼ਨ ਨਹੀਂ ਆਇਆ। ਧਨੰਤਰੀ ਬੈਠੇ ਨੇ, ਮੈਂ ਤੁਹਾਨੂੰ 2 ਟੋਟਕੇ ਸੁਣਾ ਕੇ ਆਪਣੀ ਗੱਲ ਖਤਮ ਕਰ ਦੇਣੀ। ਜਿਹੜੇ ਮੇਰੇ ਨਾਲ, ਮੈਂ ਟੈਲੀਵਿਜ਼ਨ ਨਹੀਂ ਸੀ ਲੈਂਦਾ, ਮੈਨੂੰ ਇਸ ਲਈ ਮੇਰਾ ਟਾਈਮ ਖਰਾਬ ਕਰੂੰਗੇ, ਪਰ ਮੇਰੇ ਬੱਚਿਆਂ ਦਾ ਮੈਂ ਕੀ ਕਰਾਂ। ਇੱਕ ਦਿਨ ਮੇਰਾ ਬੇਟਾ ਤੇ ਮੇਰਾ ਬੇਟੀ ਹੋਏਗੀ 6 ਤੋਂ 7 ਸਾਲ ਦੀ, ਬੇਟਾ ਹੋਏਗਾ 2 ਤੋਂ 2.5 ਸਾਲ ਦਾ। ਉਹ ਘਰੋਂ ਗਾਇਬ ਤੇ ਮੈਨੂੰ ਕਹਿੰਦੇ ਕਿੱਥੇ ਨੇ। ਮੈਂ ਘਰੋਂ ਬਾਹਰ ਨਿਕਲਿਆ, ਮੈਨੂੰ ਸਮਝ ਨਾ ਆਵੇ ਕਿੱਥੇ ਹੋਣਗੇ ਛੋਟੇ ਛੋਟੇ। ਮੈਂ ਚੱਕਰ ਜਿਹਾ ਲਾਇਆ, ਮੇਰੇ ਆਸੇ ਪਾਸੇ ਉਹਦੇ ਘਰ ਨਹੀਂ ਸੀ ਬਣੇ ਹੋਏ, ਨਵਾਂ ਇਹ। ਤਾਂ ਮੈਂ ਕਰਦਿਆਂ ਨਾ
मेरे सामने ना वो एक 2 प्लाटां च उन्होंने पिछे एक सर्वेंट नूं छोटा जिहा कमरा पा के बिठाया होया सी, चल देखी मैं कहा चल मैं उन्होंने पुछदा भी उन्हें किते देखे होना है। जदों मैं गया ਉਹਦੇ घर ब्लैक एंड वाइट टैलीविजन, 2 बच्चे ਉਹਦੇ बैठे हुए फर्श से भोरा थां ते दोवें बच्चे मेरे नाल बैठे हो। मैं ले आया ये मैनूं कहंदी हुण ती शर्म करो। हुण ये नहीं कि और मैं लै मैनूं शर्म आई इस गल, मैनूं शर्म आई, पर मैनूं ये भी लगा भी मैं थोड़ी जी लोड़ों वध कर रहा। ये भी मैं फोन नहीं सी लैंदा, मोबाइल तो बिल्कुल ही नहीं लिया मेरे को। मोबाइल मेरी भतीजी अमेरिका जानते नहीं, को गिफ्ट देगी आके वधिया लेटेस्ट मोबाइल पे आ रहा। मैं आया ही ना, मैनू इसे भी ये भी मेरा समा खराब करूँगा। होया ही भी एक दिन मेरे वाइस चांसलर मेरी लोड़ पैगी, उन्हें फोन डिपार्टमेंट खड़काया, सारे खड़का खड़कू के उन्होंने हार के कट धनवंतरा के डिपार्टमेंट फोन कर जसविंदर कितने है, ये कहती जी वो तो मलेरकोटले सिलेक्शन कमेटी से गए हुए तुम ही लाया। कहना मोबाइल वो कोल कुछ है नहीं, मोबाइल ही है। कहता नहीं, ये कहते नहीं है मोबाइल। उन्हें है एक होर जो मेरे नाल बंदा गया हुआ सी, उसका कंटैक्ट लभ्या तो मैनू फोन से जरूर नहीं सी गल की। अगले दिन मैनू फारन कर लिया, कहता सैल लैनी तो मैं लैके दूँगा। ये कहता हो सकता भी मैनू लोड़ हो तो अवेलेबल। हुण अवेलेबल होना एक चीज़ है, मोबाइल एक चीज़ है, मैं हथ च इस एक टूल है। मैं पहले मैं टूल की गल की, ये तुहाडे ते सवारी ना करे, पर मेरी भी जिंदगी घट्टो घट्ट किन्ने लेखक आ गए जिन्होंने ये सारा कुछ लै बैठा। शराब का नशा घट लगता, चिट्टे का मैं स्वाद नहीं देखा कभी, पर ये उस तो माड़ा जे लग गया इन्हें तुहानूं इंज खिंचना, तुहानूं होर कोई ना भैन ना भरा ना टीचर ना कुछ नहीं चंगा लगना इधर। तो इसलिए ये है कि इनू जां तां भूत नूं बोतल चों कड्ढो ना, जे कड्ढना तो इनू काबू रखना भी सिर्फ इन्हें नहीं काबू आना, तुसीं मन काबू रखना है। मैं फिर उत्थे ही लिया ना, ये तुहाडा मन है, जे वो किसी आरे लगा होगा, जे उहदे कोल कोई जिंदगी जीउण दा शौक होगा, जे कोई जिंदगी जीउण दा चाह होगा, जे उन्हें कोई काम करना होगा, तो वो इस अवले शौक नूं थोड़ा जिहा परे। सो बच्चों असीं इहदे जिवें गल होई है, ये नहीं सोशल मीडिया सानूं कोई होगा, गल है कि ये तुहानूं डील तुहाडी टेंडर एज है, ज़्यादा ही सुपने लैंदे हो। मैं भी बड़े सुपने लैंदा, सुपने का बहुत खूबसूरत है। पाठ की नज़म लाइना तो हर की बोलता बड़ा खतरनाक है, सुपनिया का मर जाना। जो सुपने नहीं लैंदा वो पहले ही मरिया होया, नींद नहीं है। पर सुपने लैना एक चीज़ है, सुपनिया के हाण का होना दूजी, या अपने हाण के सुपने लैना खूबसूरती। पर लास्ट गल जी मैं कहनी है, सुपने उम्रां के हिसाब नाल बदलते हैं। मेरे अज के सुपने तुहाडी उम्र के सुपने नहीं। मैं वो पड़ा पार कर गया हौली हौली, और मैं वधिया ही कर गया। मैं बस संकोच वाला बंदा, बहुत हौली पैर पट्टन वाला, जो कह लो डरपोक हो गई पैर पट्टन वाला, खास तौर पर जिन्होंने चीज़ों का नहीं पता उससे डरना ही पैंदा हुंदा। तो इस करके बच्चों सुपने भी अपने हाण दे लैणे सी, वो उन्हां सुपनिਆਂ ਨੂੰ पूरा करने ਲਈ ਤੁਹਾਨੂੰ उस सारे कुछ ਲਈ जूझना पैना है। पर एक गल, दूजिਆਂ ਵੱਲ ਵੇਖ के सुपने ना लाओ। मीडिया के सुपने, ग्लैमर के सुपने, बाजार के सुपने ਤੁਹਾਨੂੰ हाईजैक कर ਲਈ ने। ये मंडी के सुपने ने, मुनाफे के सुपने ने, ਤੁਹਾਨੂੰ कंज्यूमर बनाने के सुपने ने। कोई क्रीम सोहना नहीं बनाती, तो जिंदगी में सोहना जीना सीख लोगे, तो हमेशा नूर रहूगा, हमेशा रौनक रहूगी। तो इस करके साहित्य इको एक अजिही खूबसूरत चीज़ है बंदे की, कि जिहड़ी तुहाडे नाल कल्लियां नाल गुफ्तगू करदी है, कल्लियां नाल गल करदी है। तो जदों तुसीं कल्लियां नाल गल करदे हो उदों वो गल्लां सच्चियां हुंदियां ने, वो गल्लां तुहाडे दिल दे नेड़े हुंदियां ने। सारे दुनिया के काम करो, पर जिंदगी दी जिहड़ियां असर चीज़ां तुहानूं अंदरों रिच करदियां ने। मैं अजे तक कोई सेहत वाला ये लेख नहीं पढ़िया जिहड़ा जंक फूड नूं चंगा कहंदा होवे, पर मैनूं समझ नहीं आउंदी कि 5 साल का बच्चा भी कहता पीज़ा ही लेना,
तो ਤੁਹਾਡੀਆਂ ਬੱਚਿਓ ਇੱਛਾਵਾਂ ਖਾਹਿਸ਼ਾਂ ਬੜੀਆਂ ਪਵਿੱਤਰ ਹੈਗੀਆਂ ਨੇ। ਇਹ ਪਵਿੱਤਰ ਹੋਣਾ ਇੱਕ ਚੀਜ਼ ਹੈ, ਇਹਨਾਂ ਦਾ ਸਹੀ ਹੋਣਾ ਦੂਜੀ ਚੀਜ਼ ਹੈ। ਸੋ ਸਹੀ ਸੁਪਨੇ ਲਓ ਤੇ ਸਹੀ ਸੁਪਨੇ ਦੇਣ ਵਾਲੀਆਂ ਚੀਜ਼ਾਂ ਨਾਲ ਰਹੋ ਤੇ ਲਿਟਰੇਚਰ ਉਹਨਾਂ ਚੋਂ ਇੱਕ ਹੈ। ਭਾਵੇਂ ਕਦੇ ਕਦਾਈ ਕਿਤਾਬ ਪੜ੍ਹੋ, ਜਦੋਂ ਤੁਸੀਂ ਇੱਕ ਵੀ ਚੰਗੀ ਕਿਤਾਬ ਪੜ੍ਹ ਲਈ ਤਾਂ ਤੁਹਾਡਾ ਮਨ ਦੂਜੀ ਕਿਤਾਬ ਵੱਲ ਨੂੰ ਜਾਏਗਾ। ਤੁਸੀਂ ਧਿਆਨ ਨਾਲ ਪ੍ਰੋਗਰਾਮ ਅਟੈਂਡ ਕੀਤਾ, ਇਹਦੇ ਲਈ ਮੈਂ ਮੈਡਮ ਪ੍ਰਿੰਸੀਪਲ ਨੂੰ ਵਿਸ਼ੇਸ਼ ਤੌਰ 'ਤੇ ਇਹ ਵੀ ਮਾਹੌਲ ਹੁੰਦਾ ਮੁਬਾਰਕਬਾਦ ਦੇਣਾ ਚਾਹਾਂਗਾ ਪ੍ਰਬੰਧਕਾਂ ਨੂੰ, ਪਰ ਤੁਹਾਡਾ ਵੀ ਵਿਸ਼ੇਸ਼ ਸ਼ੁਕਰੀਆ ਜਿਹੜੇ ਇੰਨੇ ਧਿਆਨ ਨਾਲ ਇਸ ਫੰਕਸ਼ਨ 'ਚ ਬੈਠੇ ਰਹੇ। ਬਹੁਤ ਬਹੁਤ ਸ਼ੁਕਰੀਆ। ਡਾਕਟਰ ਜਸਵਿੰਦਰ ਸਿੰਘ ਹੋਣਾ ਦਾ ਆਪਣੇ ਸਾਰਿਆਂ ਵੱਲੋਂ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਬਹੁਤ ਹੀ ਮੁੱਲਵਾਨ ਤੇ ਖੂਬਸੂਰਤ ਗੱਲਾਂ ਜਿਹੜੀਆਂ ਸਾਹਿਤ ਨਾਲ, ਜ਼ਿੰਦਗੀ ਨਾਲ, ਤੁਹਾਡੇ ਸਾਡੇ ਨਾਲ ਸੰਬੰਧਿਤ ਨੇ, ਕੰਮ ਆਉਣ ਵਾਲੀਆਂ ਨੇ, ਜਿਉਣ ਵਾਲੀਆਂ ਨੇ ਕੀਤੀਆਂ। ਉਹਨਾਂ ਦਾ ਇੱਕ ਵਾਰ ਫੇਰ ਇਸ ਕਾਲਜ ਵੱਲੋਂ, ਵਿਦਿਆਰਥੀਆਂ ਵੱਲੋਂ, ਸਟਾਫ ਵੱਲੋਂ, ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਬਹੁਤ ਬਹੁਤ ਸ਼ੁਕਰੀਆ। ਜਿਨ੍ਹਾਂ ਦੀ ਆਪਾਂ ਕਿਤਾਬ ਲੋਕ ਅਰਪਣ ਕੀਤੀ, ਹਰਪ੍ਰੀਤ ਕੌਰ ਧੂਤ ਜਿਹੜੇ ਅਮਰੀਕਾ ਕੈਲੀਫੋਰਨੀਆ ਰਹਿੰਦੇ ਨੇ, ਅਸੀਂ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਆਪਣੇ ਸਾਰਿਆਂ ਵੱਲੋਂ ਇੱਕ ਸਨਮਾਨ ਚਿੰਨ੍ਹ ਜਿਹੜਾ ਉਹ ਦੇਣਾ ਚਾਹੁੰਦੇ ਹਾਂ। ਪਰ ਸਵਾਲ ਪੈਦਾ ਹੁੰਦਾ ਹੈ ਕਿ ਹੁਣ ਕਿਵੇਂ ਦਈਏ? ਉਹ ਇੱਥੇ ਹੈ ਨਹੀਂ। ਸਾਹਿਤ ਕਲਾ, ਜਾਦੂ ਵੀ ਇੱਕ ਕਲਾ। ਅਸੀਂ ਹੁਣ ਸਾਹਿਤਕ ਇਹ ਕਾਰਜ ਕਰਨ ਵਾਸਤੇ ਜਾਦੂ ਇੱਕ ਕਲਾ ਹੈ, ਉਸ ਦਾ ਸਹਾਰਾ ਲਵਾਂਗੇ। ਮੈਂ 5 ਸ਼ਖਸੀਅਤਾਂ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ ਆ ਕੇ ਉਹ ਸਨਮਾਨ ਪ੍ਰਾਪਤ ਕਰਨਗੇ। ਪ੍ਰਾਪਤ ਇਹ ਕਰਨਗੇ, ਪਹੁੰਚ ਜੂਗਾ ਉਹਨਾਂ ਕੋਲ। ਇਹ ਇੱਕ ਕਲਾ। ਸੋ ਇਸ ਲਈ ਮੈਂ ਡਾਕਟਰ ਧਨਵੰਤ ਕੌਰ ਹੋਣਾ ਨੂੰ, ਪ੍ਰੋਫੈਸਰ ਮਨਜੀਤ ਕੌਰ ਜੀ ਹੋਣਾ ਨੂੰ, ਡਾਕਟਰ ਗੁਰਮੀਤ ਕੌਰ ਨੂੰ, ਅਰਵਿੰਦ ਸੋਹੀ ਹੋਣਾ ਨੂੰ ਤੇ ਪ੍ਰਿੰਸੀਪਲ ਮੈਡਮ ਹੋਣਾ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇਹ 5 ਜਾਣੇ ਉਹਨਾਂ ਦਾ ਸਨਮਾਨ ਪ੍ਰਾਪਤ ਕਰਨਗੇ। ਇੱਥੇ ਪਹੁੰਚ ਜੂਗਾ ਇਹ ਉੱਥੇ 15 ਤੋਂ ਬਾਅਦ। फोटो कर लेंगे। बहुत शुक्रिया सारे का। सोना तो बाद उन्होंने गुजारिश है कि वो मंच से आके अपना सम्मान प्राप्त करने के लिए डॉक्टर जसविंदर उन्होंने भी बेनती है कि नाल आउण ते जतिंदर हास जी को बेनती है कि वो भी नाल आउणगे ताकि असी कुलवंत सिंह उन्होंने सम्मान दे सकीए। जा दे मैंने डॉक्टर गुरपाल संधू उन्होंने गुजारिश है कि वो नाल आउण। बिल्कुल सम्मान स्वीकार करेंगे। प्रोफेसर एक
ਸਨਮਾਨ ਸਾਡੇ ਮੰਚ ਦੇ ਪ੍ਰਧਾਨ ਜਤਿੰਦਰ ਆਸ ਹੋਣਾ ਨੂੰ ਵੀ ਕਾਲਜ ਵੱਲੋਂ ਸਾਰੇ ਸਟਾਫ ਨੂੰ ਮੈਡਮ ਸਰਵਾਨ ਬਹੁਤ ਸ਼ੁਕਰੀਆ ਸਾਰਿਆਂ ਦਾ। ਤੇ ਹੁਣ ਪ੍ਰੋਫੈਸਰ ਅਰਵਿੰਦ ਸੋਹੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ ਕਾਲਜ ਵੱਲੋਂ ਵੀ ਸਾਹਿਤਕ ਮੰਚ ਵੱਲੋਂ ਵੀ ਤੁਹਾਡੇ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਕੇ ਅਰਵਿੰਦ ਸੋਹੀ और स्टाफ मेंबरान प्यारे विद्यार्थियों, सब तो पहला प्यार भरी सत श्री अकाल कबूल करो। और कॉलेज स्पैशली जो भाषा मंच है और पंजाबी विभाग है वो जिन्ने भी पतवंते सज्जण इत्थे पहुंचे ने उन्हां दा सदा प्रवान करन दे लई ते अपना वडमुला समा कट के इत्थे आउण दे लई ते इस प्रोग्राम च शिरकत करके अपने वडमुले विचार सब नाल साझे करन दे लई आप सब दा धन्नवादी है। अजिहा मौका बहुत घट मिलता है कि एक मंच दे उपर ਵੱਖ-ਵੱਖ ਸ਼ਖਸੀਅਤਾਂ ਵੱਖ-ਵੱਖ ਖੇਤਰਾਂ ਦੇ ਨਾਲ ਸਾਹਿਤ ਦੇ ਵੱਖ-ਵੱਖ ਵਿਧਾਵਾਂ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਇਕੱਠੀਆਂ ਹੋਣ, ਜਿਨ੍ਹਾਂ ਦੇ ਵਿੱਚ ਕਹਾਣੀਕਾਰ ਵੀ ਨੇ, ਸ਼ਾਇਰ ਵੀ ਨੇ, ਆਲੋਚਕ ਵੀ ਨੇ ਤੇ ਸਟੇਜ ਕੰਡਕਟ ਕਰਨ ਵਾਲੇ ਵੀ ਨੇ, ਸੰਚਾਲਕ ਵੀ ਨੇ। ਔਰ ਅਸੀਂ ਸਾਰੇ ਬਹੁਤ ਵਡਭਾਗੇ ਹਾਂ। स्पैशली मैं अपने आप को अज बहुत वडभागा समझती हूँ क्योंकि अदरवाइज जे मैं मेरे कॉलेज च होंदी जेड़ा मेरा पेरेंट कॉलेज है गवर्नमेंट कॉलेज मलेरकोटला तो मैनू ये मौका नहीं मिलना सी। तो सब तो वध वधाई दी पात्र भी ते वडभागी भी मैं हाँ। तो इहदे लई कृष्ण कुमार जी करके सिर्फ 2 दिन क्लासा लैन दे लई है ते अज क्लास ना लैके मैं अपनी साहित्यक रुचियां नूं होर प्रफुल्लित कर रही हाँ। तो इहदे लई मेरा धन्नवाद है जिहड़ा वो डॉक्टर बातिश नूं जांदा क्योंकि स्पैशली फोन किया सर ने कि कल नूं ये छुट्टी ना करियो। नहीं तो अक्सर होंदा कि असीं अपने कॉलेज तो दूजे कॉलेज जा रहे हैं भी चल कोई ना छुट्टी कर लेंदा मैं। तो वो मैं मतलब इदा अपने आप को महसूस कर रही हाँ कि मैनू अज ये कॉलेज अपना कॉलेज लगे मैनू काफ़ी टाइम हो गया इस आते। इस मंच को पुस्तक रिलीज हुई, उस पुस्तक के बारे गल्लां होईयां, उनकी आलोचनात्मक व्याख्या की गई। उस पुस्तक विच की है, क्यों विद्यार्थियों को पढ़ना चाहिए या क्यों एक जिहड़ा पाठक है उसनूं इस पुस्तक को पढ़ना चाहिए उसके बारे विचार चर्चा की गई। पढ़न को दिल करता है विद्यार्थियों का भी यकीनन ही इस पुस्तक को पढ़ने लिए दिल करेगा, खरीदणगे विद्यार्थी। और उस तो बिना साडे जो मुख्य मेहमान जो दूसरा बड़ा सी इस प्रोग्राम का बेटा एक गल मैं कहना चाहूँगी क्योंकि स्रोते होना बहुत औखा होंदा, बोलना बहुत सौखा है। सो तुसी बहुत बड़ा काम कर रहे हो जो स्रोते हो। ते रूबरू प्रोग्राम होया जिस विच कुलवंत सेखों जी ने जिंदगी विचों जिंदगी दी गल कीती और जो साडी सब दी जिंदगी दे नाल संबंधित है, चाहे वो किसी भी पड़ाव की जिंदगी सी, चाहे वो जवानी पैरे की सी, विद्यार्थी के समय की जिंदगी सी, चाहे एक प्रवासी की जिंदगी सी, चाहे एक कामकाजी की जिंदगी सी। तो उन्होंने जिसनों देसी पूरा कह रहे हैं वो साढ़े दिल के करीब है, ताही शायद असी सब उन्होंने समझ सके बड़ी आसानी के नाल, बड़ी सहजता के नाल। और डॉक्टर गुरपाल सिंह जी ने जिस तरीके के नाल उस पुस्तक के बारे अपने विचार रखे तो यकीनन ही जिवें जसवीर राणा भी जी ने कहा कि एक आलोचक का काम है कि अणकहे नूं अणसुणे नूं अणसमझे नूं समझा देना। तो बहुत सारिया गल्लां सानूं उस पुस्तक नूं पढ़न तो पहला समझ लगियां। तो इहदे लई असीं धन्नवादी हां उन्हां दे। डॉक्टर जसविंदर सिंह जी ने सर ने
ਗੱਲ ਕੀਤੀ, ਆਲੋਚਨਾ ਦੀ ਵੀ ਗੱਲ ਕੀਤੀ, ਪਰ ਇਹਦੇ ਨਾਲ ਸਾਹਿਤ ਤੇ ਪ੍ਰੇਰਨਾ ਕਿਵੇਂ ਇੱਕ ਦੂਜੇ ਦੇ ਪੂਰਕ ਨੇ ਤੇ ਸਾਥੀ ਨੇ, ਇਹ ਗੱਲ ਵਿਦਿਆਰਥੀਆਂ ਨੂੰ ਬੜੇ ਹੀ ਸਹਿਜ ਢੰਗ ਦੇ ਨਾਲ ਸਮਝਾਈ। ਔਰ ਸ਼ਾਇਦ ਕਿ ਇੰਨੀ ਸਹਿਜਤਾ ਦੇ ਨਾਲ ਇਸ ਗੱਲ ਨੂੰ ਸਮਝਾ ਪਾਉਣਾ ਹਰ ਇੱਕ ਦੇ ਵੱਸ ਦਾ ਨਹੀਂ ਹੁੰਦਾ। ਔਰ ਇਹ ਇੱਕ ਜਿਹੜਾ ਲੈਕਚਰ ਸੀ ਤੁਹਾਡਾ, ਲੈਕਚਰ ਨਹੀਂ ਕਹੇ ਵਿਚਾਰ ਵਟਾਂਦਰਾ ਸੀਗਾ, ਇੱਕ ਸੰਵਾਦ ਸੀ, ਉਹ ਪ੍ਰੇਰਨਾਦਾਇਕ ਹੋ ਨਿਕਲੇ। ਸੋ ਸਾਹਿਤਿਕ ਸਿਰਜਣਾ ਮੰਚ ਦਾ ਇਹ ਕਾਲਜ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ। ਔਰ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਸਮੂਹ ਸਟਾਫ ਵਿਦਿਆਰਥੀਆਂ ਵੱਲੋਂ ਆਪ ਸਭ ਦਾ ਧੰਨਵਾਦ ਕਰਦੀ ਹਾਂ।